ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਰ ਬੰਦ ਉਬੈ ਕਰ ਬੰਦ ਗੁਰੂ। ਸੁਖ ਕੰਦ ਸਦਾ ਦੁਖ ਦੁੰਦ ਨਿਕੰਦੂ। ਅਰਬਿੰਦ ਪਦੰ ਮਨ ਹੋ ਮਿਲਿੰਦ। ਜੋ ਮੋਹ ਕੋ ਮੂਲ ਬਿਨਾਸ਼ ਬਿਲੰਦੂ। ਉਡਦੰਬਨ ਬ੍ਰਿੰਦ ਦਿਵਾਕਰ ਸੋ। ਵਿਸ਼ਿਆ ਤਪ ਕੋ ਜੋ ਸੀਤਲ ਚੰਦੂ। ਸਮੁਦਾਇ ਬਿਗਨ ਬਿਨਾਸ਼ਨ ਜੋ। ਨਿਜ ਦਾਸਨ ਕੋ ਬਰਦਾਏ ਆਨੰਦੂ। ਕਰ ਬੰਦ ਉਬੈ ਕਰ ਬੰਦ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਚਲ ਪੂਰਨ ਪਰਮੇਸ਼ਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗ ਜੁਗ ਅਟਲ ਬਾਣੀ ਕੇ ਬੋਹਿਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰਕੇ ਇਸ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਮਹਾਰਾਜ ਜੀ ਦੀ ਬੇਅੰਤ ਕਿਰਪਾ ਹੋਈ ਹੈ। ਆਪ ਗੁਰੂ ਕੀ ਸੰਗਤਾਂ ਨਿਤਨੇਮ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਾਨ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਨੂੰ ਸਰਵਣ ਕਰਨ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੇ ਹੋ। ਆਪ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਜਿਵੇਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਐਵੇਂ ਆਪਣੇ ਆਪ ਨੂੰ ਛੁਪਾਉਂਦੇ ਹੋਏ ਕਿ ਹੈ ਤੇ ਸਤਿਗੁਰੂ ਜੀ ਗੋਬਿੰਦ ਰੂਪ ਹੈ, ਪਰ ਆਪਣੇ ਆਪ ਦਾ ਛੁਪਾਓ ਜਿਹਾ ਕਰਦੇ ਹੋਏ ਆਪਣੇ ਆਨੰਦ ਵਿੱਚ ਮਸਤੀ ਰਹਿੰਦੇ ਹੈ। ਗੁਰੂ ਜੀ ਤੇ ਆਪਣੇ ਸੁਭਾਅ 'ਚ ਮਸਤ ਹੈ, ਪਰ ਲੋਕ ਵੇਖਣ ਵਾਲੇ ਜਿਨ੍ਹਾਂ ਦੀ ਮੱਤ ਥੋੜ੍ਹੀ ਹੈ, ਮੂਰਖ ਅਣਜਾਣ ਭੋਲੇ ਲੋਕ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਦੇਖ ਕੇ ਮਸਤ ਸੁਭਾਅ ਵਿੱਚ ਕਹਿੰਦੇ ਵੀ ਇਹ ਜੋ ਸੁਪੁੱਤਰ ਹੈ ਕਲਿਆਣ ਚੰਦ ਜੀ ਦੇ, ਇਹਨਾਂ ਉੱਪਰ ਤੇ ਕੋਈ ਭੂਤ ਪ੍ਰੇਤ ਦੀ ਛਾਇਆ ਹੋ ਗਈ ਹੈ। ਇਹਨਾਂ ਨੂੰ ਤੇ ਕੋਈ ਭੂਤ ਪ੍ਰੇਤ ਚੰਬੜ ਗਿਆ ਹੈ, ਤਾਂ ਹੀ ਜਿਹੜਾ ਕੋਈ ਗੱਲ ਨਹੀਂ ਕਰਦੇ ਹੈ, ਨਾ ਕਿਸੇ ਨਾਲ ਬੋਲਦੇ ਹੈ, ਨਾ ਇਹ ਮੰਜੀ ਤੋਂ ਜਾਂ ਆਸਨਾਂ ਦੇ ਜਿੱਥੇ ਬੈਠ ਜਾਂਦੇ ਉੱਥੋਂ ਉੱਠਦੇ ਨਹੀਂ ਹੈ। ਬਾਬਾ ਕਲਿਆਣ ਚੰਦ ਜੀ ਲੋਕਾਂ ਦੀਆਂ ਗੱਲਾਂ ਨੂੰ ਵੀ ਸੁਣ ਕੇ ਆਪ ਵੀ ਇਹੋ ਜਿਹੀ ਹਾਲਤ ਸਤਿਗੁਰਾਂ ਦਾ ਹਾਲਤ ਅਵਸਥਾ ਦਸ਼ਾ ਨੂੰ ਵੇਖ ਕੇ ਚਿੰਤਿਤ ਹੋਇਆ ਹੈ। ਇੱਕ ਦਿਨ ਵਿਚਾਰ ਜੀ ਕੀਤੀ ਮਨ 'ਚ ਕਿ ਗੁਰੂ ਨਾਨਕ ਸਾਹਿਬ ਜੀ ਇਵੇਂ ਜੇ ਰਹਿਣਗੇ, ਇੱਕੋ ਇੱਕ ਸਾਡਾ ਸੁਪੁੱਤਰ ਹੈ, ਕਿਵੇਂ ਜਿਹੜਾ ਸਮਾਂ ਗੁਜ਼ਰੂਗਾ। ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਬੜਾ ਪ੍ਰੇਮ ਪਿਆਰ ਕਰਦੇ
ਆਪਣੇ ਕੋਲ ਬਿਠਾ ਕਰਕੇ ਕਹਿਣ ਲੱਗੇ, ਪੁੱਤਰ ਜੀ ਵੇਖੋ, ਇੱਕੋ ਇੱਕ ਤੁਸੀਂ ਸਾਡੇ ਸਪੁੱਤਰ ਹੋ। ਅਸੀਂ ਤੁਹਾਨੂੰ ਵੇਖਦੇ ਹਾਂ ਕਿ ਤੁਸੀਂ ਉਦਾਸ ਚੇਤੀ ਸਦਾ ਰਹਿੰਦੇ ਹੋ। ਤੁਸੀਂ ਪੁੱਤਰ ਜੀ ਕੋਈ ਨਾ ਕੋਈ ਘਰ ਦੇ ਕੰਮਕਾਰ ਕਰਿਆ ਕਰੋ, ਤਾਂ ਜੋ ਤੁਹਾਡਾ ਮਨ ਪਰਚ ਜਾਵੇਗਾ। ਇਵੇਂ ਜਦੋਂ ਪਰਚ ਜਾਓਗੇ ਅਤੇ ਤੁਹਾਨੂੰ ਜਿਹੜਾ ਤੁਹਾਡਾ ਮਨ ਉਦਾਸ ਹੈ, ਉਪਰਾਮ ਰਹਿੰਦਾ, ਉਹ ਵੀ ਹਟ ਜਾਏਗਾ। ਅਤੇ ਕਿਹਾ ਹੈ ਕਿ ਵੇਖੋ, ਸਾਡਾ ਜਿਹੜਾ ਦਾਸ ਹੈ ਉਹਨੇ ਰੀਤੀ ਜੀ ਵਿਗਾੜੀ ਹੋਈ ਆ। ਕੱਲ੍ਹ ਤੋਂ ਤੁਸੀਂ ਜਿਹੜਾ ਹੈ ਗਾਵਾਂ ਮੱਝਾਂ ਨੂੰ ਚਾਰਿਆ ਕਰੋ, ਸੋਹਣੀ ਹਰੀ ਘਾਹ, ਦੁੱਧ ਵਧੇਗਾ, ਘਰ ਵਿੱਚ ਬਰਕਤ ਹੋਵੇਗੀ। ਜਿਵੇਂ ਉਹ ਸੰਸਾਰੀ ਹਰ ਇੱਕ ਮਾਂ ਪਿਓ ਦਾ ਸੁਭਾਅ ਹੈ, ਤਿਵੇਂ ਦਾ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਮੋਹ ਮਾਇਆ ਪਾ ਕੇ ਬਾਬਾ ਕਲਿਆਣ ਚੰਦ ਉਹਨਾਂ ਦਾ ਸੁਭਾਅ ਕੀਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਮੱਝਾਂ ਗਊਆਂ ਚਾਰਨ ਵਾਸਤੇ ਕਿਹਾ। ਗੁਰੂ ਜੀ ਕਹਿਣ ਲੱਗੇ, ਪਿਤਾ ਜੀ ਜਿਵੇਂ ਆਪ ਜੀ ਦੀ ਆਗਿਆ। ਜਿਵੇਂ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਉਹ ਚਰਾਉਂਦੇ ਰਹੇ ਸੀ ਗਾਵਾਂ ਨੂੰ ਮਥੁਰਾ ਗੋਕੁਲ ਵਿੱਚ, ਤਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਿਤਾ ਜੀ ਦੀ ਆਗਿਆ ਪਾ ਕੇ ਜੰਗਲ ਵਿੱਚ ਜਾਂਦੇ ਹੈ। ਇਵੇਂ ਸੋਹਣੀ ਹਰੀ ਘਾਹ ਪਸ਼ੂਆਂ ਨੂੰ ਖਵਾਉਂਦੇ ਹੈ। ਮਾਨੋ ਕਿ ਜਿਹੜਾ ਆਪਣਾ ਦੁਆਪਰ ਵਿੱਚ ਨਾਮ ਗੋਪਾਲ ਹੈ ਉਹ ਹੀ ਪ੍ਰਗਟ ਕਰ ਰਹੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇੱਕ ਦਿਨ ਹਰਿਆ ਜਿਹਾ ਖੇਤ, ਜਵਾਰ ਦੀ ਫਸਲ, ਜਿਵੇਂ ਹੁਣ ਇੱਥੇ ਇਤਿਹਾਸ ਵਿੱਚ ਕਣਕ ਦਾ ਆਇਆ ਹੈ, ਸੰਪਰਦਾਈ ਮਹਾਂਪੁਰਸ਼ ਜਵਾਰ ਦਾ ਖੇਤ ਕਹਿੰਦੇ ਹੈ, ਜਵਾਰ ਜਾਂ ਕਣਕ, ਉਹਨੂੰ ਵਾੜ ਕੀਤੀ ਹੋਈ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਵਾੜ ਜੀ ਨੂੰ ਥੋੜ੍ਹਾ ਜਿਹਾ ਉਰੇ ਪਰੇ ਤੋੜ ਜਿਹਾ ਕਰਕੇ ਅਤੇ ਗੋਜੋਰੀ ਮੱਲੋ ਮੱਲੀ ਪਸ਼ੂ ਜਿਹੜੇ ਉਹ ਖੇਤ ਵਿੱਚ ਵਾੜ ਦਿੱਤੇ। ਆਪ ਮਹਾਰਾਜ ਮੌਜ ਦੇ ਮਾਲਕ ਇਵੇਂ ਸਮਾਧੀ ਲੀਨ ਹੋ ਗਏ, ਵਿਸ਼ਰਾਮ ਕਰਨ ਲਈ ਟਿਕ ਗਏ। ਉੱਧਰ ਪਸ਼ੂਆਂ ਨੇ ਚੰਗੀ ਤਰ੍ਹਾਂ ਘਾਹ ਖਾ ਕੇ, ਉਹ ਫਸਲ ਖਾ ਕੇ ਅਤੇ ਰੱਜ ਪੁੱਜ ਕੇ ਉੱਥੇ ਬੈਠ ਗਏ, ਕਿਤੇ ਹੋਰ ਪਾਸੇ ਨਹੀਂ ਗਏ। ਇਹਨਾਂ ਨੂੰ ਦਿਨ ਜਿਹਾ ਚੜ੍ਹ ਗਿਆ, ਥੋੜ੍ਹਾ ਸੂਰਜ ਉੱਪਰ ਆ ਗਿਆ ਹੈ, ਧੁੱਪ ਥੋੜ੍ਹੀ ਵਧੀ ਹੈ। ਉਹ ਜ਼ਿਮੀਂਦਾਰ ਆਪਣਾ ਖੇਤ ਵੇਖਣ ਆਇਆ, ਵੇਖ ਕੇ ਹੈਰਾਨ ਹੋ ਗਿਆ ਵੀ ਇਹ ਕੀ ਹੋਇਆ ਪਿਆ ਹੈ। ਅਤੇ ਉੱਚੀ ਉੱਚੀ ਕਹਿਣ ਲੱਗਾ, ਕਿਹੜਾ ਢੀਠ ਹੈ ਜਿਹਨੇ ਆ ਪਸ਼ੂ ਜਿਹੜੇ ਹੈ ਕਿਵੇਂ ਵਾੜ ਕਰਕੇ ਅਤੇ ਆ ਮੇਰੀ ਸਾਰੀ ਫਸਲ ਹੀ ਬਰਬਾਦ ਕਰ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉੱਚੀ ਜਿਹੀ ਆਵਾਜ਼ ਸੁਣ ਕੇ ਬਾਹਰ ਆਏ। ਮਹਾਰਾਜ ਐਵੇਂ ਸਮਾਧੀ ਤੋਂ ਬਾਹਰ ਆਏ, ਉੱਠੇ ਹੈ ਅਤੇ ਉਹ ਸੋਟੀ ਜਿਹੀ ਲੈ ਕੇ ਹਿੱਕਦੇ ਹੋਏ ਮੱਝਾਂ ਗਾਵਾਂ ਨੂੰ ਬਾਹਰ ਕੱਢਣ ਲੱਗੇ। ਇਹ ਜ਼ਿਮੀਂਦਾਰ ਕਹਿੰਦਾ ਵੀ ਉਹ ਵੇਖ, ਇਹਨਾਂ ਨੂੰ ਬਾਹਰ ਨਾ ਕੱਢ, ਇੱਥੇ ਖਰਜਾਨਾ ਮਾਂ ਵਾਲਾ ਭਰੋ ਪਹਿਲਾਂ, ਇਸ ਖੇਤ ਉਜਾੜੇ ਨਾ, ਮੈਂ ਤੈਨੂੰ ਖਾਲੀ ਨਹੀਂ ਜਾਣ ਦਿਆਂਗਾ, ਨਹੀਂ ਤੇ ਚੱਲ ਰਾਏ ਬੁਲਾਰ ਕੋ। ਸੱਚੇ ਪਾਤਸ਼ਾਹ ਜੀ ਨੂੰ ਇਵੇਂ ਉਹ ਧਮਕੀਆਂ ਜਿਹੇ ਦਿੰਦਾ ਹੋਇਆ ਬੇਸਮਝੀ ਨਾਲ ਬੜੇ ਬੋਲ ਕਬੋਲ ਜੇ ਬੋਲਦਾ ਹੈ। ਮਹਾਰਾਜ ਕਹਿਣ ਲੱਗੇ, ਜ਼ਿਮੀਂਦਾਰਾ ਵੇਖੋ, ਜੋ ਵਿਗੜਨ ਵਾਲੀ ਚੀਜ਼ ਉਹ ਵਿਗੜ ਹੀ ਜਾਂਦੀ ਹੈ। ਜਿਸ ਨੂੰ ਪਰਮੇਸ਼ਰ ਨੇ ਸਵਾਰਨਾ ਹੈ ਉਹਨੂੰ ਕੋਈ ਵਿਗਾੜ ਨਹੀਂ ਸਕਦਾ। ਇਹਦੇ ਜਗਤ ਦੇ ਮਾਲਕ ਹੱਥ ਹੈ ਸਭ ਕੁਝ। ਅੰਦਰੋਂ ਅੰਦਰੀ ਤੇ ਇਹੀ ਜਣਾ ਰਹੇ ਸੀ ਵੀ ਸਾਡੇ ਹੱਥ ਵਿੱਚ ਹੀ ਆ ਜੋ ਕੁਝ ਹੈ। ਤੂੰ ਐਵੇਂ ਨਾ ਚਿੰਤਾ ਕਰ, ਜੋ ਤੇਰੇ ਕਰਮਾਂ 'ਚ ਹੋ ਤੈਨੂੰ ਮਿਲ ਜਾਣਾ, ਭਾਵੇਂ ਤੇਰੀ ਫਸਲ ਖਾਧੀ ਵੀ ਗਈ ਹੈ। ਪਰ ਇਹਨੂੰ ਕਿੱਥੇ ਸਮਝ ਆਵੇ, ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਗੁਰੂ ਦਾ ਸ਼ਬਦ ਕਿੱਥੇ ਸੁਣੇ। ਰੌਲਾ ਪਾਉਂਦਾ ਪਾਉਂਦਾ ਰਾਏ ਬੁਲਾਰ ਕੋ ਗਿਆ। ਰਾਏ ਬੁਲਾਰ ਨੂੰ ਕਹਿਣ ਲੱਗਾ, ਵੇਖੋ ਜੀ, ਆ ਇਸ ਬਾਲਕ ਨੇ ਮੇਰੀ ਸਾਰੀ ਖੇਤੀ ਜਾੜ ਦਿੱਤੀ ਹੈ, ਬੜੀ ਫਸਲ ਹੋਈ ਸੀ। ਰਾਏ ਬੁਲਾਰ ਬੇਸਮਝ, ਹਜੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨਹੀਂ ਸੀ ਜਾਣਿਆ। ਉਹ ਆਪਣੇ ਨਗਰ ਦੇ ਜ਼ਿਮੀਂਦਾਰ ਦੀ ਖੇਤੀ ਉਜੜੀ ਤੋਂ ਉਹਦੀ ਦੁਹਾਈ ਵੇਖ ਕੇ ਕਹਿਣ ਲੱਗਾ, ਉਹ ਮਸਤਾਨੇ ਬਾਲਕ, ਕੀ ਤੂੰ ਨਿਡਰ ਹੋਇਆ ਅਤੇ ਖੇਤੀਆਂ ਚਾਰਦਾ ਫਿਰਦਾ, ਤੈਨੂੰ ਕਿਸ ਦਾ ਡਰ ਪੈ ਹੈ ਕਿ ਨਹੀਂ ਹੈ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਕੋਈ ਖੇਤੀ ਨਹੀਂ ਜਾੜੀ ਹੈ।
ਫਿਰ ਕਹਿੰਦਾ ਵੀ ਰਾਏ ਬਲਾਰ ਇਹਨੂੰ ਕੀ ਕਹਿਣਾ, ਤੇ ਪਿਤਾ ਜੀ ਨੂੰ ਬੁਲਾ ਕੇ ਲਿਆਓ। ਬਾਬਾ ਕਲਿਆਣ ਚੰਦ ਹੁਣ ਪਟਵਾਰੀ ਸਨ ਰਾਏ ਬਲਾਰ ਦੇ, ਉਹ ਆਏ ਹੈ। ਉਹਨਾਂ ਨਾਲ ਵੀ ਸਖਤੀ ਦੇ ਬਚਨ ਜੇ ਕਹਿਣ ਲੱਗਾ ਹੈ ਜਿਵੇਂ ਰਾਜਿਆਂ ਦਾ ਸੁਭਾਅ ਹੁੰਦਾ। ਮੈਂ ਟੋਕ ਕੇ ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਜੀ ਪਾਸ ਹੀ ਖੜੇ, ਕਹਿੰਦੇ ਵੀ ਰਾਏ ਬਲਾਰ ਜੀ, ਸਾਡੇ ਪਿਤਾ ਨੂੰ ਕੀ ਤੁਸੀਂ ਐਵੇਂ ਕਬੋਲ ਜੇ ਬੋਲਦੇ ਹੋ? ਇਹ ਜ਼ਿਮੀਂਦਾਰ ਮੂਰਖ ਦਾ, ਤੇ ਅਸੀਂ ਖੇਤ ਦਾ ਇੱਕ ਪੱਤਾ ਜਿਹੜਾ ਨਹੀਂ ਤੋੜਿਆ, ਇੱਕ ਤੀਲਾ ਵੀ ਨਹੀਂ ਹਿਲਾਇਆ ਹੈ, ਐਵੇਂ ਬਕੀ ਜਾ ਰਿਹਾ, ਤੇ ਤੁਸੀਂ ਵੀ ਸੁਣ ਕੇ ਤੇ ਉਹ ਗੁੱਸਾ ਕਰ ਰਹੇ ਹੋ। ਜ਼ਿਮੀਂਦਾਰ ਕਹਿੰਦਾ, ਰਾਏ ਬਲਾਰ ਜੀ, ਤੁਸੀਂ ਇਹਨਾਂ ਦੀ ਕੀ ਸੁਣਦੇ ਹੋ? ਤੁਹਾਨੂੰ ਜੇ ਨਹੀਂ ਯਕੀਨ ਮੇਰੇ 'ਤੇ ਆਪਣਾ ਇੱਕ ਦਾਸ ਭੇਜੋ। ਉਹ ਦਾਸ ਭੇਜਿਆ ਹੈ। ਉੱਥੇ ਜਾ ਕੇ ਦਾਸ ਨੇ ਜਦੋਂ ਵੇਖਿਆ, ਉਹਨੇ 4 ਚੁਫੇਰੋਂ ਫਸਲ ਹਰੀ ਭਰੀ ਵੇਖ ਕੇ ਮੁੜ ਆਇਆ ਅਤੇ ਕਹਿਣ ਲੱਗਾ ਵੀ ਰਾਏ ਬਲਾਰ ਸਾਹਿਬ ਜੀ, ਜ਼ਿਮੀਂਦਾਰ ਝੂਠਾ ਹੈ, ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਹੋ ਤੇ ਸੱਚ ਹੈ। ਇਹ ਜ਼ਿਮੀਂਦਾਰ ਹੈਰਾਨ ਹੋ ਗਿਆ, ਕਹਿੰਦਾ ਵੀ ਮੈਂ ਜਾ ਕੇ ਵੇਖਦਾ। ਉੱਥੇ ਜਾ ਕੇ ਵੇਖਿਆ, ਵੇਖ ਕੇ ਉੱਥੇ ਹੈਰਾਨ ਪਰੇਸ਼ਾਨ ਹੋ ਗਿਆ। ਐਸਾ ਇਹ ਨਿਭਾਗਾ ਜ਼ਿਮੀਂਦਾਰ ਜਿਹਨੂੰ ਫਸਲ ਪਿਆਰੀ ਹੈ, ਖੇਤ ਦਾ ਪ੍ਰੇਮੀ ਪਿਆਰਾ ਹੋ ਕੇ ਉੱਥੇ ਗੇੜੀਆਂ ਕੱਢਦਾ ਰਿਹਾ, ਪਰ ਗੁਰੂ ਨਾਨਕ ਸਾਹਿਬ ਜੀ ਦੇ ਆ ਕੇ ਚਰਨੀ ਨਹੀਂ ਪਿਆ ਕਿ ਮਹਾਰਾਜ ਤੁਸੀਂ ਤੇ ਧੰਨ ਹੋ, ਖੇਤ ਸਾਰਾ ਉਜੜਿਆ ਹੋਇਆ ਸੀ ਤੇ ਵਸ ਪਿਆ ਹੈ। ਇਵੇਂ ਬੇਸਮਝ ਉੱਥੇ ਘੁੰਮਦਾ ਰਿਹਾ। ਇੱਧਰੋਂ ਰਾਏ ਬਲਾਰ ਜਿਹੜਾ ਹੈ ਉਹ ਵੀ ਠੰਡਾ ਪੈ ਗਿਆ। ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਨਾਲ ਘਰ ਨੂੰ ਵਾਪਸ ਆ ਗਏ, ਸੁੱਖ ਆਰਾਮ ਨਾਲ ਬਤੀਤ ਕੀਤੀ ਹੈ ਰਹਿਣ ਰਾਤ। ਇਵੇਂ ਗੁਰੂ ਮਹਾਰਾਜ ਲੀਲਾ ਕਰ ਰਹੇ ਹੈ। ਉੱਥੇ ਜਿੱਥੇ ਗੁਰੂ ਜੀ ਨੇ ਮੱਝਾਂ ਨੂੰ ਵਾੜਿਆ ਸੀ ਖੇਤ ਵਿੱਚ ਅਤੇ ਖੇਤ ਹਰਿਆ ਭਰਿਆ ਕੀਤਾ ਸੀ, ਆਪ ਬਿਰਾਜੇ ਸਨ। ਉਸ ਸਥਾਨ 'ਤੇ ਬੜਾ ਸੁੰਦਰ ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਪਹਿਲਾਂ ਤਾਂ ਇਮਾਰਤ ਛੋਟੀ ਜਿਹੀ ਸੀ, ਹੁਣ ਬੜੀ ਸੁੰਦਰ ਇਮਾਰਤ ਬਣਾਈ ਹੋਈ ਹੈ। ਦੋਵਾਂ ਪਾਸਿਆਂ 'ਤੇ ਹੱਥ ਧੋਣ ਵਾਸਤੇ ਟੂਟੀਆਂ ਆਦਿ ਬਣਾਈਆਂ ਹੋਈਆਂ। ਗੁਰੂ ਕੀ ਸੰਗਤ ਜਦੋਂ ਕਦੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਸਮੇਂ ਉਹ ਲਾਹੌਰ ਡੇਰਾ ਸਾਹਿਬ ਜਾਂਦੀ ਹੈ, ਜਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਸੰਗਤ ਜਾਂਦੀ ਹੈ, ਫਿਰ ਵਿਸਾਖੀ 'ਤੇ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਨਨਕਾਣਾ ਸਾਹਿਬ, ਉਦੋਂ ਉੱਥੇ ਜਾ ਕੇ ਇਹ ਜਿਹੜੀ ਸੰਗਤ ਹੈ ਦਰਸ਼ਨ ਕਰਦੀ ਹੈ। ਹੁਣ ਵੀ ਵਿਸਾਖੀ ਦੀ ਆਉਣ ਵਾਲੀ ਹੈ, ਅਤੇ ਜਿਹੜੀ ਸੰਗਤ ਸਾਰੀ ਉਹ ਸ਼੍ਰੋਮਣੀ ਕਮੇਟੀ ਜਿਵੇਂ ਖੜ੍ਹਦੀ ਹੈ, ਤਿਆਰੀਆਂ ਹੋ ਰਹੀਆਂ ਹੈ। ਇਵੇਂ ਉੱਥੇ ਗੁਰਦੁਆਰਾ ਕਿਆਰਾ ਸਾਹਿਬ ਬੜਾ ਸੁੰਦਰ ਜਿਹੜਾ ਸਾਧ ਸੰਗਤ ਦੀ ਬਣਿਆ ਹੋਇਆ ਹੈ। ਜਿਹੜਾ ਕਿਆਰਾ ਸਾਹਿਬ ਗੁਰੂ ਜੀ ਨੇ ਜਿਵੇਂ ਖੇਤ ਹਰਿਆ ਭਰਿਆ ਕੀਤਾ ਸੀ, ਇਵੇਂ ਉੱਥੇ ਕਲਾ ਬਾਅਦ 'ਚ ਹੀ ਬੜੀਆਂ ਵਰਤੀਆਂ ਹੈ। ਇਹ ਮਹਾਂਪੁਰਸ਼ ਦੱਸਿਆ ਕਰਦੇ ਹੈ, ਕਹਿੰਦੇ ਇੱਕ ਕਲਾ ਉੱਥੇ ਹੋਰ ਬਾਅਦ ਵਿੱਚ ਵਰਤੀ, ਜਦੋਂ ਹਿੰਦੁਸਤਾਨ ਅਤੇ ਜਿਵੇਂ ਪੰਜਾਬ ਦੀ ਪਾਕਿਸਤਾਨ ਦੀ ਕੋਈ ਵੰਡ ਨਹੀਂ ਸੀ ਹੋਈ। ਇੱਕ ਸ਼ਾਹੂਕਾਰ ਸੀ ਲਾਹੌਰ ਦਾ, ਉਹਦੀ ਜਿਹੜੀ ਪੁੱਤਰੀ ਹੈ ਉਹ ਬੜੀ ਬਿਮਾਰ ਹੋ ਗਈ। ਬੜੀਆਂ ਜਿਹੜੀਆਂ ਜੜੀਆਂ ਬੂਟੀਆਂ ਕੀਤੀਆਂ, ਦਵਾਈਆਂ ਕੀਤੀਆਂ ਵੈਦ ਹਕੀਮਾਂ ਕੋਲੋਂ, ਪਰ ਉਹ ਜਿਹੜੀ ਲੜਕੀ ਠੀਕ ਨਾ ਹੋ ਸਕੀ। ਅਖੀਰੀ ਉਹਨੂੰ ਸੁੱਝ ਗਈ ਵੀ ਇਹ ਜਿਹੜਾ ਸਰੀਰ ਮੇਰਾ ਰਹਿਣਾ ਨਹੀਂ ਗਾ, ਇਹ ਤਾਂ ਹੁਣ ਜਾਊਗਾ ਹੀ ਜਾਊਗਾ। ਹੁਣ ਜਦੋਂ ਬੰਦੇ 'ਤੇ ਪਈ ਹੋਵੇ ਬਚਣ ਵਾਸਤੇ ਕੀ ਨਹੀਂ ਸਾਧ ਸੰਗਤ ਜੀ ਯਤਨ ਕਰਦਾ। ਜਿਵੇਂ ਹੁਣ ਵੀ ਕਿੰਨੇ ਯਤਨ ਹੋ ਰਹੇ ਹੈ, ਪਰ ਗੁਰੂ ਪਰਮੇਸ਼ਰ ਹੀ ਕਰੇ ਤੇ ਕਰੇ। ਉਹ ਲੜਕੀ ਨੇ ਫਿਰ ਇਵੇਂ ਗੁਰੂ ਘਰ ਵੱਲ ਮੁਖ ਕੀਤਾ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਬੜਾ ਸਮਰੱਥ ਹੈ। ਉਹਨਾਂ ਦੇ ਪਾਸ ਹੀ ਇੱਕ ਚੰਨਣ ਸਿੰਘ ਰਹਿੰਦੇ ਸੀ, ਜਿਨ੍ਹਾਂ ਨੂੰ ਰੱਬ ਜੀ ਕਰਕੇ ਵੀ ਕਿਹਾ ਜਾਂਦਾ ਸੀ। ਉਹਨਾਂ ਨਾਲ ਉਹ ਲੜਕੀ ਨੇ ਇੱਕ ਦਿਨ ਗੱਲ ਕੀਤੀ ਵੀ ਤੁਸੀਂ 500 ਰੁਪਈਆ ਮੈਂ ਤੁਹਾਨੂੰ ਦੇਣੀ ਹਾਂ, ਜਿੰਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਹੈ ਸੰਬੰਧ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ, ਉੱਥੇ ਸਾਰੇ ਗੁਰਦੁਆਰੇ ਸਾਹਿਬਾਂ 'ਚ 5-5 ਰੁਪਏ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਅਤੇ ਅਰਦਾਸ ਕਰਾਓ।
ਇਵੇਂ ਮੇਰੀ ਇਹ ਅੰਤਮ ਅਰਦਾਸ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ। ਉਹ ਚੰਨਣ ਸਿੰਘ ਜੀ ਇਵੇਂ ਉੱਥੋਂ ਚੱਲ ਕੇ ਲਾਹੌਰ ਤੋਂ ਜਿੰਨੇ ਹੀ ਸਥਾਨ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ, ਜਿਵੇਂ ਕਿ ਹਰਿਮੰਦਰ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਜਿਹੜੇ ਇਤਿਹਾਸਿਕ ਸਥਾਨ ਸਨ, ਇਹਨਾਂ ਸਾਰਿਆਂ 'ਤੇ ਫਿਰ ਫਿਰ ਕੇ ਚੰਨਣ ਸਿੰਘ ਬਾਬਾ ਜੀ ਨੇ ਉਹ 5-5 ਰੁਪਏ ਦਾ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਅਤੇ ਅਰਦਾਸਾਂ ਕਰਾਈਆਂ। ਹਰਿਮੰਦਰ ਸਾਹਿਬ ਇਤਿਹਾਦਿਕ ਸਾਰੇ ਸਥਾਨਾਂ 'ਤੇ ਕਰਾ ਕੇ ਅਖੀਰੀ ਜਦੋਂ ਗੁਰਦੁਆਰਾ ਪਿਆਰਾ ਸਾਹਿਬ ਵਿਖੇ ਆਏ, 5 ਰੁਪਏ ਕਹਿੰਦੇ ਰਹਿ ਗਏ ਸਨ। ਉਹ 5 ਰੁਪਈਆਂ ਦੀ ਅਰਦਾਸ ਕਰਾਉਣੀ ਸੀ ਅਤੇ ਉਹ ਲੜਕੀ ਜਿਹੜੀ ਲਾਹੌਰ ਵਿੱਚ ਬਿਮਾਰ ਸੀ ਉਹਨੂੰ ਵੀ ਇੱਥੇ ਬੁਲਾਇਆ ਹੈ। ਉਹ ਪਰਿਵਾਰ ਸਮੇਤ ਇੱਥੇ ਆਏ। ਬਾਬਾ ਚੰਨਣ ਸਿੰਘ ਜੀ, ਜਿਨ੍ਹਾਂ ਨੂੰ ਰੱਬ ਜੀ ਕਰਕੇ ਕਿਹਾ ਜਾਂਦਾ ਸੀ, ਪਿਆਰਾ ਸਾਹਿਬ ਦੇ ਜਿਹੜਾ ਗ੍ਰੰਥੀ ਹੈ, ਉੱਥੇ 5 ਰੁਪਈਆਂ ਦੀ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਗ੍ਰੰਥੀ ਸਿੰਘ ਪਾਸੋਂ ਅਰਦਾਸ ਕਰਾਈ ਉਹ ਲੜਕੀ ਦੀ ਚੜ੍ਹਦੀ ਕਲਾ ਵਾਸਤੇ। ਉਹ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਕਿ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਹੈ, ਜਿਸ ਤਰ੍ਹਾਂ ਆਪ ਜੀ ਨੇ ਉਹ ਖੇਤ ਹਰਿਆ ਭਰਿਆ ਕਰ ਦਿੱਤਾ ਸੀ, ਜ਼ਿਮੀਂਦਾਰ ਦਾ ਨਵਾਂ ਨਰੋਆ ਕਰ ਦਿੱਤਾ ਸੀ, ਇਸੇ ਤਰ੍ਹਾਂ ਮਹਾਰਾਜ ਇਹ ਜਿਹੜੀ ਲੜਕੀ ਦੀ ਸਰੀਰ ਰੂਪੀ ਖੇਤੀ ਆ ਉਹਨੂੰ ਵੀ ਹਰਿਆ ਭਰਿਆ ਕਰੋ। ਆਪ ਜੀ ਸਮਰੱਥ ਗੁਰੂ ਹੈ, ਕਰਨ ਕਾਰਨ ਹਾਰੂ ਮਹਾਰਾਜ ਹੈ। ਇਵੇਂ ਬੇਨਤੀ ਕੀਤੀ, ਅਰਦਾਸ ਕਰਕੇ ਜਦੋਂ ਕਹਿੰਦੇ ਮੱਥਾ ਟੇਕਿਆ ਹੈ, ਉਹ ਲੜਕੀ ਨੇ ਮੱਥਾ ਟੇਕਿਆ, ਜਦੋਂ ਤਾਂ ਵੱਲ ਉੱਠੀ ਉਹਨੂੰ ਐਵੇਂ ਪ੍ਰਤੀਤ ਹੋ ਗਿਆ ਕਿ ਉਹ ਸੈਂ ਚੰਗੀ ਤਰ੍ਹਾਂ ਨਵੀਂ ਨਰੋਈ ਹੋ ਗਈ। ਉਸ ਦਿਨ ਉਹ ਐਸੀ ਠੀਕ ਹੋ ਗਈ, ਉਹਦਾ ਸਰੀਰ ਜਿਹੜਾ ਸੁੱਕ ਗਿਆ ਸੀ ਨਾ, ਉਹ ਦਿਨ ਬੇ ਦਿਨ ਹਰਿਆ ਭਰਿਆ ਹੋ ਗਿਆ, ਉਹਨੂੰ ਉੱਥੇ ਆਰਾਮ ਆ ਗਿਆ। ਇਵੇਂ ਗੁਰੂ ਮਹਾਰਾਜ ਜੀ ਉੱਥੇ ਕਲਾ ਵਰਤੀ ਸੀ, ਉਹ ਲੜਕੀ ਚੰਗੀ ਤਰ੍ਹਾਂ ਠੀਕ ਠਾਕ ਹੋ ਗਈ। ਜਿਵੇਂ ਖੇਤੀ ਗੁਰੂ ਜੀ ਨੇ ਹਰੀ ਭਰੀ ਕੀਤੀ, ਉਸੇ ਤਰ੍ਹਾਂ ਸਰੀਰ ਦੀ ਖੇਤੀ ਹਰੀ ਭਰੀ ਕੀਤੀ ਸੀ। ਇਵੇਂ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਕਲਾ ਹਰ ਥਾਂ ਵਰਤਦੀਆਂ। ਜਿੱਥੇ ਸਤਿਗੁਰਾਂ ਦੇ ਚਰਨ ਪਏ ਹੈ, ਸਤ ਧਰਤੀ ਪਈ ਹਰਿਆਵਲੀ, ਜਿੱਥੇ ਜਾਏ ਪਏ ਮੇਰਾ ਸਤਿਗੁਰੂ। ਸਤ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਉਹ ਥਾਂ ਹਰਿਆਵਲ ਹੋ ਜਾਂਦੇ ਹੈ, ਜਿੱਥੇ ਗੁਰੂ ਜੀ ਆ ਕੇ ਵਿਰਾਜਮਾਨ ਹੋ ਜਾਣ। ਜਿੱਥੇ ਗੁਰੂ ਦੀ ਅਰਦਾਸ ਕੀਤੀ ਜਾਵੇ ਉਹ ਪੂਰੀਆਂ ਹੋ ਜਾਂਦੀਆਂ। ਸੰਪਰਦਾਵਾਂ ਦੇ ਵਿੱਚ ਇਵੇਂ ਹਰ ਇੱਕ ਗੁਰੂ ਸਥਾਨ ਦਾ, ਜਿੱਥੇ ਗੁਰਾਂ ਨੇ ਕਲਾ ਵਰਤਾਈ ਹੈ, ਉੱਥੋਂ ਦੇ ਮਹਾਤਮ ਦੱਸੇ ਜਾਂਦੇ ਆ। ਕਥਾ ਦੇ ਨਾਲ ਨਾਲ ਮਹਾਂਪੁਰਸ਼ ਦੱਸਦੇ ਹੈ। ਅਤੇ ਜਿਹੜੇ ਕੋਈ ਸੰਪਰਦਾਵਾਂ ਟਕਸਾਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਹੈ, ਉਹ ਵੀ ਸ਼ਰਧਾ ਭਾਵਨਾ ਰੱਖਦੇ ਇਹੋ ਜਿਹੇ ਬਚਨਾਂ ਦੇ। ਬਾਕੀ ਜਿਹੜਾ ਪੰਥ ਵਿੱਚ ਮੂਰਖ ਲਾਣਾ ਇਕੱਠਾ ਹੋਇਆ, ਬਹੁਤਾ ਪੜ੍ਹਿਆ ਲਿਖਿਆ, ਅਤੇ ਇਹਦੇ ਇਵੇਂ ਕਹਿੰਦੇ ਜੀ ਇਹ ਕੁਝ ਨਹੀਂ ਹੁੰਦਾ ਹੈ, ਦਿਮਾਗ ਵਰਤੋ ਆਪਣਾ। ਦਿਮਾਗ ਨਾਲ ਹੀ ਹੋਣਾ ਹੈ, ਜਲ ਨਾਲ ਕੀ ਹੋਣਾ ਹੈ, ਗੁਰਬਾਣੀ ਪੜ੍ਹਿਆ ਕੀ ਹੋਣਾ ਹੈ। ਜਿਵੇਂ ਹੁਣ ਆਹ ਬਿਮਾਰੀ ਫੈਲੀ ਹੋਈ ਹੈ ਕਰੋਨਾ ਵਾਇਰਸ, ਅਤੇ ਲੋਕ ਜਿਹੜੇ ਹੈ ਨਾ ਪੰਥ ਦੇ ਵਿਰੋਧੀ, ਹੁਣ ਜੋ ਉਹਨਾਂ ਨਾਮ ਰੱਖੇ ਆ ਯਾਦਵਿੰਦਰ ਸਿੰਘ, ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਾ, ਇਵੇਂ ਨਾਮ ਤਾਂ ਹੈ ਸਿੰਘਾਂ ਵਾਲੇ, ਕੰਮ ਕੋਈ ਸਿੰਘਾਂ ਵਾਲਾ ਨਹੀਂ, ਗੁਰੂ ਵਾਲਾ ਕੰਮ ਕੋਈ ਹੈ ਹੀ ਨਹੀਂ। ਉਹ ਸ੍ਰੀ ਹਰਿਮੰਦਰ ਸਾਹਿਬ ਹੁਣ ਇਵੇਂ ਸੰਗਤ ਨਹੀਂ ਬਹੁਤੀ ਜਾ ਰਹੀ, ਉੱਥੋਂ ਦੀਆਂ ਫੋਟੋਆਂ ਖਾਲੀ ਜਿਹੜੇ ਸੰਗਤ ਨਹੀਂ ਹੈ ਖਿੱਚ ਖਿੱਚ ਕੇ ਪਾ ਰਹੇ ਹੈ। ਨੈੱਟ 'ਤੇ ਗੰਦਮੰਦ ਪਾਈ ਜਾ ਰਹੇ, ਅਤੇ ਉਹ ਲਿਖਦੇ ਹੈ ਕਿ ਜਾਂ ਢੰਡਰੀਆਂ ਵਾਲੇ 'ਤੇ ਬੜਾ ਕਿੰਤੂ ਕਰਦੇ ਸੀ ਲੋਕ, ਬੜੇ ਦਾਅਵੇ ਕਰਦੇ ਸੀ ਵੀ ਐਵੇਂ ਗੁਰੂ ਕੇ ਸਥਾਨ ਕਰ ਦਿੰਦੇ ਹੈ, ਅਤੇ ਢੰਡਰੀਆਂ ਵਾਲੇ ਦੀ ਨਿੰਦਾ ਕਰਦੇ ਸੀ ਵੀ ਉਹ ਝੂਠ ਬੋਲਦਾ। ਕਹਿੰਦੇ ਹੁਣ ਵਿਖਾਓ, ਇਟਲੀ ਵਿੱਚੋਂ ਭਰ ਭਰ ਜਹਾਜ਼ ਲਿਆਓ ਅਤੇ ਸ੍ਰੀ ਹਰਿਮੰਦਰ ਸਾਹਿਬ ਇਸ਼ਨਾਨ ਕਰਵਾਓ, ਅਸੀਂ ਵੇਖੀਏ ਕਿਹੜੀ ਕਰਾਮਾਤ ਵਰਤਦੀ ਹੈ ਸਰੋਵਰ ਵਿੱਚ, ਅਸੀਂ ਵੇਖੀਏ ਕਿਵੇਂ ਠੀਕ ਹੁੰਦੇ ਲੋਕ। ਇਵੇਂ ਉਹ ਟਿੱਪਣੀਆਂ ਕਰਦੇ ਮੂਰਖ ਲੋਕ, ਟਿੱਪਣੀਆਂ ਕਰਨ ਦਾ ਉਹਨਾਂ ਨੂੰ ਸਮਾਂ ਮਿਲਿਆ ਹੈ, ਪਰ
ਮੂਰਖ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਿੱਥੇ ਅਸੀਂ ਠੀਕ ਹੋਣਾ ਉਹਦੇ ਸਥਾਨ ਸਰਕਾਰ ਨੇ ਬੰਦ ਕਰਾ ਦਿੱਤੇ ਹੈ। ਇਹਦੇ ਬਦਕਿਸਮਤੀ ਆ ਸਾਡੀ ਸਰਕਾਰਾਂ ਦੀ ਅਤੇ ਸਾਡੀ ਵੀ ਨਿਸ਼ਰਦ ਲੋਕਾਂ ਦੀ। ਉੱਥੇ ਦੇ ਅੱਜ ਵੀ ਕੋਈ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਇਸ਼ਨਾਨ ਕਰੇ ਉਹ ਠੀਕ ਹੋਵੇਗਾ। ਉਹ ਜਿਹੜਾ ਮੂਰਖ ਕਹਿੰਦਾ ਵੀ ਲਿਆਓ ਜਹਾਜ਼ ਭਰ ਕੇ ਠੀਕ ਕਰੋ, ਉਹਨੂੰ ਕਹੇ ਕੋਈ ਵੀ ਤੂੰ ਇੱਥੇ ਕੀ ਕਰਦਾ ਹੈ, ਤੂੰ ਲੈ ਕੇ ਆ ਜਹਾਜ਼ ਭਰ ਕੇ, ਜੇ ਨਾਲ ਠੀਕ ਹੋਵੇ ਤਾਂ ਫਿਰ ਗੱਲ ਕਰ। ਹੁਣ ਨਾ ਕਿਸੇ ਨੇ ਜਹਾਜ਼ ਭਰ ਕੇ ਲਿਆਉਣੇ ਹੈ, ਨਾ ਕਿਸੇ ਨੇ ਹਰਿਮੰਦਰ ਸਾਹਿਬ ਪ੍ਰਵੇਸ਼ ਕਰਨ ਦੇਣਾ ਹੈ, ਅਤੇ ਇਹੋ ਜਿਹੇ ਜਿਹੜੇ ਵਿਰੋਧੀ ਲੋਕ ਹੈ ਉਹਨਾਂ ਦੀ ਜ਼ਬਾਨਾਂ ਚੱਲੀ ਜਾਣੀਆਂ ਹੈ। ਆਪੇ ਜਿਹੋ ਜਿਹਾ ਬੋਲਣਾ ਹੋ ਜਾਏ ਤਾਂ ਕਰਨਾ ਹੀ ਪੈਣਾ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੇ ਮੂੰਹ ਵਾਲੇ ਨੂੰ ਤਾਂ ਫਿਰ ਉਹ ਪਾਣਾ ਲਹਿ ਸਜਾਏ, ਜਿਹੜੀਆਂ ਜੁੱਤੀਆਂ ਦੀ ਸਜ਼ਾਵਾਂ ਲੈਂਦੇ ਹੈ। ਗੁਰੂ ਜੀ ਦੇ ਸਰੋਵਰ ਮਹਾਨ ਹੈ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹਦੇ ਮਹਾਰਾਜ ਜੀ ਦੇ ਬਚਨ ਆਪਣੇ ਹੈ। ਉਹ ਅਸੀਂ ਨਿਸ਼ਰਦਕ ਲੋਕ ਹਾਂ, ਸ਼ਰਧਾ ਭਾਵਨਾ ਸਾਡੀ ਕੋਈ ਹੈ ਨਹੀਂ। ਗੁਰੂ ਦੇ ਬਚਨਾਂ 'ਤੇ ਗੁਰੂ ਕੇ ਸਥਾਨਾਂ 'ਤੇ ਜਿਵੇਂ ਟਿੱਪਣੀਆਂ ਕਰਦੇ ਹਾਂ। ਸ੍ਰੀ ਬੰਗਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਕੌਤਕ ਕਰਕੇ ਆਪਣੇ ਚਰਨਾਂ ਦੀ ਪਹੁਲ ਦੇ ਕੇ, ਜਦੋਂ ਉੱਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਬੇਅੰਤੀ ਜਿਹੜੀਆਂ ਸੰਗਤਾਂ ਨੂੰ ਠੀਕ ਕੀਤਾ ਸੀ ਅਤੇ ਹੋਈਆਂ ਸਨ, ਉਦੋਂ ਵੀ ਮਹਾਂਮਾਰੀ ਫੈਲੀ ਹੋਈ ਸੀ। ਹੁਣ ਜਿੱਥੋਂ ਜਿਹੜੀ ਸੰਗਤ ਠੀਕ ਹੁੰਦੀ ਹੈ, ਠੀਕ ਹੋ ਰਹੀ ਸੀ, ਉਹ ਸਥਾਨਾਂ ਨੂੰ ਜਿੰਦਰੇ ਮਾਰ ਦਿੱਤੇ ਸਾਡੇ ਪ੍ਰਬੰਧਕਾਂ ਨੇ, ਅਤੇ ਉੱਥੇ ਹੁਣ ਕੋਈ ਕੀ ਕਰੇ। ਹੁਣ ਉਹਨਾਂ ਨੂੰ ਵੱਧ ਤੋਂ ਵੱਧ ਬਿਮਾਰੀ ਦਾ ਜ਼ੋਰ ਲੱਗਦਾ ਹੈ। ਜੇ ਅਸੀਂ ਚੰਗੇ ਹੋਈਏ ਤਾਂ ਅਸੀਂ ਕਹੇ ਵੀ ਗੁਰੂ ਘਰ ਦੇ ਖੁੱਲ੍ਹੇਗਾ, ਇਹ ਜੇ ਮੌਤ ਆਉਣੀ ਤਾਂ ਆਪੇ ਆ ਜਾਵੇ। ਜੇ ਗੁਰੂ ਘਰ ਮਰ ਜਾਈਏ ਤਾਂ ਹੋਰ ਕੀ ਚਾਹੀਦਾ ਹੈ। ਪਰ ਉਹ ਜੋ ਪ੍ਰਬੰਧਕਾਂ ਨੂੰ ਸਭ ਨੂੰ ਆਪਣੀ ਭਾਜੜ ਪੈ ਗਈ ਹੈ ਵੀ ਜੇ ਕਿਤੇ ਇੱਥੇ ਆ ਗਏ ਤਾਂ ਅਸੀਂ ਵੀ ਮਰਾਂਗੇ, ਬਿਮਾਰੀ ਸਾਨੂੰ ਵੀ ਲੱਗੂਗੀ। ਇਹ ਤਾਂ ਗੁਰੂ 'ਤੇ ਭਰੋਸਾ ਹੀ ਕੋਈ ਨਹੀਂ ਹੈ ਵੀ ਸੱਚੇ ਪਾਤਸ਼ਾਹ ਜੇ 40 ਲੱਖ ਜਿਹੜਾ 10 ਲੱਖ ਫੌਜ ਤੋਂ ਹੋਰ ਵੀ ਬੇਅੰਤ ਫੌਜ ਤੋਂ ਸਿੱਖਾਂ ਦੀ ਰਖਵਾਲੀ ਕਰਾ ਸਕਦੇ ਹੈ, ਇੰਨਾ ਲੜਾ ਸਕਦੇ, ਅਤੇ ਉਹ ਜਿਹੜੇ ਕਿਰਮ ਜੇ ਹੈ ਕਰੋਨਾ ਵਾਇਰਸ ਦੇ, ਉਹ ਕੀ ਕਰਨਗੇ ਇੱਕ ਬੰਦੇ ਨੂੰ, ਗੁਰੂ ਕੇ ਸਿੱਖ ਨੂੰ। ਪਰ ਉਹ ਭਰੋਸਾ ਨਹੀਂ ਹੈ, ਜਿਹਦੇ ਕਰਕੇ ਸਾਡੇ ਅੰਦਰ ਘਾਟ ਹੈ। ਗੁਰੂ 'ਚ ਕੋਈ ਘਾਟ ਨਹੀਂ ਹੈ। ਕਬੀਰ ਸੱਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲਾਗੇ, ਜੋ ਬਾਸ ਬਜਾਈਏ ਫੂਕ। ਮਹਾਰਾਜ ਕਿਰਪਾ ਕਰੇ ਸਾਨੂੰ ਅਕਲ ਬਖਸ਼ੇ। ਸਾਡੇ ਵਿੱਚ ਹੀ ਕਮੀ ਹੈ, ਗੁਰੂ 'ਚ ਕੋਈ ਕਮੀ ਨਹੀਂ ਹੈ। ਮੁਝ ਅਵਗੁਣ ਸਹਿ ਨਾਹੀ ਦੋਸ, ਸਾਡੇ 'ਚ ਹੀ ਅਵਗੁਣ ਹੈ, ਪਰਮੇਸ਼ਰ ਪਤੀ ਵਿੱਚ ਕੋਈ ਦੋਸ਼ ਨਹੀਂ ਹੈ। ਇਵੇਂ ਜਿੱਥੇ ਗੁਰੂ ਦੇ ਸਥਾਨ, ਉੱਥੇ ਅੱਜ ਵੀ ਭਾਈ ਕਲਾ ਵਰਤਦੀ ਹੈ। ਜਿਹੜੇ ਸ਼ਰਧਾ ਭਾਵਨਾ ਨਾਲ ਪਾਠ ਪੂਜਾ ਕਰਕੇ ਅਰਦਾਸ ਬੇਨਤੀ ਇਸ਼ਨਾਨ ਕਰਦੇ ਹੈ, ਗੁਰੂ ਜੀ ਉਹਨਾਂ ਨੂੰ ਨਵਾਂ ਨਿਰਵਾਹ ਕਰ ਦਿੰਦੇ ਹੈ। ਗੁਰੂ ਜੀ ਕਾ ਸਰਬ ਰੋਗ ਕਾ ਔਖਦ ਨਾਮ, ਸਾਰੀ ਦਵਾਈਆਂ ਦਾ ਵੱਡੀ ਦਵਾਈ ਪਰਮੇਸ਼ਰ ਦਾ ਨਾਮ ਹੀ ਹੈ, ਉਹ ਆਪਾਂ ਸਿਮਰੀਏ। ਹੁਣ ਜਿਹੜਾ ਆਪਾਂ ਪ੍ਰਸੰਗ ਸਰਵਣ ਕਰ ਲਈ, ਗੁਰੂ ਦੀ ਸੰਗਤ ਵਿੱਚ ਜੁੜ ਬੈਠੇ ਹਾਂ। ਜਿਵੇਂ ਸੱਪ ਨੇ ਛਾਂ ਕੀਤੀ ਮਹਾਰਾਜ ਜੀ ਦੇ ਪਵਿੱਤਰ ਸਰੀਰ ਉੱਪਰ, ਉਹ ਪ੍ਰਸੰਗ ਆ ਰਹੇ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਰ ਬੰਦ ਉਬੈ ਕਰ ਬੰਦ ਗੁਰੂ। ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਮਹਿਮਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਹੈ ਕਿ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੈਂ ਦੋਵੇਂ ਹੱਥ ਜੋੜ ਕੇ, ਉਬੇ ਕਹੀਦਾ ਹੈ ਦੋ ਨੂੰ, ਦੋਵੇਂ ਹੱਥ ਜੋੜ ਕੇ ਬੰਨ੍ਹ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀ ਨੂੰ ਨਮਸਕਾਰ ਕਰਦਾ ਹਾਂ।
ਆਪ ਜੀ ਦੇ ਚਰਨ ਕਮਲਾਂ ਉੱਪਰ ਮੱਥਾ ਟੇਕਦਾ ਹਾਂ। ਸੁਖ ਕੰਦ ਸਦਾ ਦੁਖ ਦੰਦ ਨਿਕੰਦੋ। ਜੋ ਗੁਰੂ ਨਾਨਕ ਸਾਹਿਬ ਜੀ ਆਪ ਜੀ ਤੇ ਆਪ ਜੀ ਦੇ ਚਰਨ ਸੁੱਖਾਂ ਦੇ ਦਾਤੇ ਹੈ, ਸੁੱਖਾਂ ਦੇ ਬੱਦਲ ਹੋ, ਸੁੱਖਾਂ ਦੇ ਫਲ, ਸੁੱਖਾਂ ਦੇ ਮੁੱਢ ਹੋ ਸਦਾ ਹੀ। ਤੇ ਆਪਣੇ ਦਾਸਾਂ ਦੇ ਜਿਹੜੇ ਦੁੱਖ ਹੈ, ਇੱਕ ਤੇ ਆਮ ਦੁੱਖ ਹੈ ਜਿਹੜੇ ਸਾਨੂੰ ਖਿਨ ਮਾਤਰ ਉੱਠਦੇ ਆ ਛੋਟੀ ਛੋਟੀ ਗੱਲ ਤੋਂ। ਇੱਕ ਹੈ ਦੁੱਖ ਦੁੰਦ, ਜਿਹੜੇ ਝਗੜੇ ਕਲੇਸ਼ ਹੈ, ਉਪੱਦਰ ਜਿਹੜੇ ਉੱਤੋਂ ਹੀ ਆ ਪੈਣੇ, ਜਾਂ ਘਰ ਵਿੱਚ ਕਲੇਸ਼ ਪਿਆ ਰਹਿਣਾ, ਕਲੇ, ਇਹੋ ਜਿਹੇ ਮਹਾਰਾਜ ਜਿਹੜੇ ਰਗੜੇ ਝਗੜੇ ਹੈ, ਦੁੱਖ ਹੈ, ਦੁੰਦ, ਕਲੇਸ਼ ਹੈ, ਉਪੱਦਰ ਹੈ, ਇਹਨਾਂ ਨੂੰ ਮਹਾਰਾਜ ਜੀ ਆਪ ਜੀ ਕੱਟਣ ਵਾਲੇ ਹੋ, ਕੱਟਣਹਾਰ ਹੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਨਮਸਕਾਰ ਕਰਦਾ ਹਾਂ। ਅਰਬਿੰਦ ਪਦੰ ਮਨ ਹੋ ਮਲਿੰਦ। ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਦਾ ਮੇਰਾ ਜਿਹੜਾ ਮਨ ਹੈ ਉਹ ਭੌਰਾ ਹੋ ਰਿਹਾ ਹੈ। ਜੋ ਮੋਹ ਕੋ ਮੂਲ ਵਿਨਾਸ਼ ਬਿਲੰਦੂ। ਜੋ ਆ ਮੋਹ ਹੈ, ਜਿਹੜਾ ਮੋਹ ਬੜਾ ਮਾੜਾ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਡੋਬ ਮਾਰਿਆ ਹੈ। ਹੇ ਅਜਿਤ ਸੂਰ ਸੰਗਰਾਮੰ ਹੱਥ ਬਲਣਾ ਬਹੁ ਮਰਦਨ ਹੈ। ਬੜੇ ਬਲ ਵਾਲਾ ਹੈ, ਵੱਡਿਆਂ ਨੂੰ ਜਿਹਨੇ ਦਲ ਮਲ ਦਿੱਤਾ ਹੈ, ਨਾ ਜਿੱਤੇ ਜਾਣ ਵਾਲਾ ਹੈ ਇਹ ਮੋਹ ਸੂਰਮਾ। ਇਹ ਤ ਮੋਹੇ ਡੂਬਾ ਸੰਸਾਰ। ਜਿਸ ਮੋਹ ਵਿੱਚ ਇਹ ਸੰਸਾਰ ਹੀ ਡੁੱਬ ਗਿਆ ਹੈ, ਉਸ ਜੋ ਮੋਹ ਹੈ, ਮੋਹ ਦਾ ਜਿਹੜਾ ਮੂਲ ਮੁੱਢ ਹੈ, ਮੁੱਢ ਕੀ ਉਸ ਦਾ ਮੋਹ ਦਾ ਅਗਿਆਨ, ਉਸ ਨੂੰ ਵਿਨਾਸ਼ ਕਰਨ ਵਾਸਤੇ ਮਹਾਰਾਜ ਆਪ ਬਿਲੰਦ ਕਹੀਏ ਬੜੇ ਤਗੜੇ ਹੋ। ਜਿਵੇਂ ਕਿ ਮੋਹ ਨੂੰ ਮੁੱਢੋਂ ਹੀ ਵਿਨਾਸ਼ ਕਰ ਦੇਣ ਵਾਲੇ ਜੋ ਬਿਲੰਦ ਬੜਾ ਤਗੜਾ ਹੈ ਮੋਹ। ਜਿਸ ਮੋਹ ਦੇ ਸਦਕਾ ਜਨਮ ਮਰਨ ਪ੍ਰਾਪਤ ਹੁੰਦਾ ਹੈ, ਉਸ ਮੋਹ ਨੂੰ ਮੁੱਢ ਤੋਂ, ਤੇ ਉਸ ਦਾ ਮੁੱਢ ਕੀ ਹੈ? ਮੋਹ ਦਾ ਅਗਿਆਨ। ਜੇ ਅਗਿਆਨ ਖਤਮ ਹੋ ਜੇ ਤੇ ਮੋਹ ਆਪਣੇ ਆਪ ਖਤਮ। ਜੇ ਅਗਿਆਨ ਹੈ ਤੇ ਮੋਹ ਕਦੀ ਖਤਮ ਹੋ ਹੀ ਨਹੀਂ ਸਕਦਾ। ਐਵੇਂ ਮੋਹ ਨੂੰ ਮੁੱਢ ਤੋਂ ਵਿਨਾਸ਼ ਕਰਨ ਵਾਲੇ ਹੋ। ਮੋਹ ਦਾ ਜਿਹੜਾ ਮੁੱਢ ਅਗਿਆਨ ਹੈ, ਉਸ ਨੂੰ ਵਿਨਾਸ਼ ਕਰਨ ਵਿੱਚ, ਨਾਸ਼ ਕਰਨ ਵਿੱਚ ਬੜੇ ਤਗੜੇ ਹੋ ਗੁਰੂ ਨਾਨਕ ਸਾਹਿਬ ਜੀ। ਉਡ ਦੰਬਨ ਬ੍ਰਿੰਦ ਦਿਵਾਕਰ ਸੋ। ਜਿਹੜੇ ਤਾਰੇ ਹੈ, ਤਾਰਿਆਂ ਨੂੰ ਛਪਾਉਣ ਅਲੋਪ ਕਰਨ ਦੇ ਵਿੱਚ ਜਿਵੇਂ ਸੂਰਜ ਸਮਰੱਥ ਹੈ ਦਿਵਾਕਰ, ਇਵੇਂ ਦੰਭ ਰੂਪੀ ਤਾਰਿਆਂ ਨੂੰ, ਪਖੰਡ ਰੂਪੀ ਤਾਰਿਆਂ ਨੂੰ ਮਹਾਰਾਜ ਆਪ ਜੀ ਸੂਰਜ ਦੇ ਸਮਾਨ ਹੋ। ਸੂਰਜ ਵਾਂਗੂ ਪਖੰਡ ਰੂਪੀ ਤਾਰਿਆਂ ਨੂੰ ਛਪਾਉਣ ਅਲੋਪ ਕਰਨ ਵਿੱਚ ਸਮਰੱਥ ਹੋ। ਵਿਸ਼ਿਆ ਤਪ ਕੋ ਜੋ ਸੀਤਲ ਚੰਦੂ। ਇਵੇਂ ਜਿਹੜਾ ਸਵੇਰ ਦਾ ਸਾੜ ਪਿਆ ਹੁੰਦਾ ਹੈ ਧੁੱਪ ਨਾਲ, ਉਸ ਧੁੱਪ ਸਾੜ ਨੂੰ ਜਿਵੇਂ ਚੰਦਰਮਾ ਬੜਾ ਸੀਤਲ ਹੈ, ਠੰਡਾ ਠਾਰ ਹੈ, ਠੰਡ ਪਾ ਦਿੰਦਾ ਹੈ ਰਾਤ ਪੈਣ 'ਤੇ, ਇਵੇਂ ਜਿਹੜੀ ਵਿਸ਼ਿਆਂ ਦੀ ਧੁੱਪ ਹੈ, ਸਾੜ ਹੈ, ਉਸ ਨੂੰ ਜੋ ਆਪ ਜੀ ਦੇ ਚਰਨ, ਜੋ ਗੁਰੂ ਨਾਨਕ ਸਾਹਿਬ ਜੀ ਆ ਸੀਤਲ ਚੰਦਰਮਾ ਸਮਾਨ ਹਨ। ਸਮੁਦਾਇ ਬਿਗਨ ਬਿਨਾਸ਼ਨ ਜੋ। ਇਵੇਂ ਜਿਹੜੇ ਸਮੂਹ ਵਿਘਨ ਰੁਕਾਵਟਾਂ ਹੈ, ਉਹਨਾਂ ਨੂੰ ਵਿਨਾਸ਼ਨ ਵਾਲੇ ਆਪ ਜੀ ਦੇ ਚਰਨ ਨਾਸ਼ ਕਰਨ ਵਾਲੇ ਹੈ। ਨਿਜ ਦਾਸਨ ਕੋ ਬਰ ਦਾਏ ਅਨੰਦੂ। ਸਾਰੇ ਵਿਘਨਾਂ ਦੇ ਵਿਨਾਸ਼ ਕਰਨ ਵਾਲੇ ਹਨ ਆਪ ਜੀ, ਤੇ ਆਪ ਜੀ ਦੇ ਚਰਨ ਆਪਣੇ ਦਾਸਾਂ ਨੂੰ ਬਰਕਤ ਦੇ ਕੇ ਆਨੰਦ ਦੇਣ ਵਾਲੇ ਹੋ ਮਹਾਰਾਜ ਆਪ। ਆਪਣੇ ਦਾਸਾਂ ਨੂੰ ਵਰ ਜਿਹੜੇ ਹੈ, ਸ੍ਰੇਸ਼ਟ ਵਰ ਹੈ, ਉਹ ਦੇਣ ਵਾਲੇ ਹੋ, ਆਨੰਦ ਦਾ ਵਰ ਦੇਣ ਵਾਲੇ ਹੋ। ਤੇ ਜਿਹੜਾ ਮਹਾਰਾਜ
ਐਸਾ ਜਿਹੜੇ ਆਪ ਜੀ ਦੇ ਚਰਨ ਹੈ, ਚਰਨ ਕਮਲਾਂ ਉੱਤੇ ਮੇਰਾ ਮਨ ਭੌਰੇ ਵਾਂਗੂ ਬਲਹਾਰ ਕੁਰਬਾਨ ਜਾ ਰਿਹਾ ਹੈ, ਸਦਕੇ ਜਾ ਰਿਹਾ ਹੈ। ਸ੍ਰੀ ਬਾਲਾ ਸੰਦਰਵਾਚ। ਸ਼੍ਰੋਮਣੀ ਜੋ ਭਾਈ ਬਾਲਾ ਜੀ ਸੰਧੂ ਗੋਤ ਦੇ ਗੁਰੂ ਅੰਗਦ ਦੇ ਮਹਾਰਾਜ ਨੂੰ ਕਥਾ ਸੁਣਾਉਂਦੇ ਹੈ। ਦੋਹਰਾ ਸਤਿਗੁਰ ਲੀਲਾ ਲਲਿਤ ਇਉ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਜੀ, ਸਤਿਗੁਰੂ ਨਾਨਕ ਦੇ ਮਹਾਰਾਜ ਜੀ ਜਿਹੜੀ ਲੀਲਾ ਹੈ ਉਹ ਬੜੀ ਸੁੰਦਰ ਹੈ। ਕਰਤ ਬਿਰਦਤ ਜਗ ਕੰਤ। ਜਗਤ ਦੇ ਜਿਹੜੇ ਖਸਮ ਹੈ, ਮਾਲਕ ਹੈ, ਪਤੀ ਹੈ ਗੁਰੂ ਨਾਨਕ ਸਾਹਿਬ ਜੀ, ਇਉਂ ਬਾਲ ਲੀਲਾ ਬੜੀ ਸੁੰਦਰ ਕਰ ਰਹੇ ਹਨ ਤੇ ਜਿਹੜੇ ਦਿਨ ਬੇ ਦਿਨ ਸਰੀਰ ਦੇਹ ਨੂੰ ਵਧਾ ਰਹੇ ਹੈ। ਪਰ ਫੁਲਤ ਕਲ ਫੂਲ ਸੋ। ਸੁੰਦਰ ਫੁੱਲਾਂ ਦੇ ਨਾਲ ਇਵੇਂ ਪ੍ਰਫੁੱਲਤ ਹੋ ਰਹੀ ਹੈ। ਸ਼ੋਭਤ ਰਿਤੂ ਬਸੰਤ। ਬਸੰਤ ਰੁੱਤ ਜਿਹੜੀ ਬੜੀ ਸੋਭਨੀਕ ਸੁੰਦਰ ਫੁੱਲਾਂ ਦੇ ਨਾਲ ਪ੍ਰਫੁੱਲਤ ਹੋ ਰਹੀ ਹੈ, ਖਿੜਖਿੜਾ ਰਹੀ ਹੈ। ਜਿਹੜਾ ਆ ਚੇਤ ਤੇ ਵਿਸਾਖ ਦਾ ਮਹੀਨਾ ਹੁੰਦਾ, ਉਹਨੂੰ ਬਸੰਤ ਰੁੱਤ ਕਿਹਾ ਜਾਂਦਾ ਹੈ। ਇਵੇਂ ਬਸੰਤ ਰੁੱਤ ਬੜੀ ਸੋਭਨੀਕ ਹੋ ਰਹੀ ਹੈ, ਸੁੰਦਰ ਫੁੱਲਾਂ ਦੇ ਨਾਲ ਪ੍ਰਫੁੱਲਤ ਖਿੜ ਰਹੀ ਹੈ। ਦੋਹਰਾ ਸੁੰਦਰ ਮ੍ਰਿਦਲ ਸਦਲ ਤਰ ਰਾਜੀ। ਸੁੰਦਰ ਤੇ ਬੜੇ ਕੋਮਲ ਪੱਤਿਆਂ ਦੇ ਸਹਿਤ ਜਿਹੜੇ ਦਰਖਤ ਹੈ ਸੁਸ਼ੋਭਿਤ ਹੋ ਰਹੇ ਹੈ, ਸਜ ਵੱਜ ਰਹੇ ਹਨ। ਬਰਨ ਬਰਨ ਬਰ ਉਪਮਾ ਸਾਜੀ। ਰੰਗਾਂ ਰੰਗਾਂ ਦੇ ਫੁੱਲਾਂ ਨਾਲ ਸ੍ਰੇਸ਼ਟ ਜਿਹੜੀ ਉਪਮਾ ਉਹ ਦਰਖਤਾਂ ਦੀ ਸਜ ਰਹੀ ਹੈ, ਸੋਭਨੀਕ ਹੋ ਰਹੀ ਹੈ, ਸਜ ਵੱਜ ਰਹੀ ਹੈ। ਜਨ ਬਸੰਤ ਨਿਜ ਸੈਨ ਸ਼ਿੰਗਾਰੀ। ਮਾਨੋ ਕਿ ਜਿਹੜੇ ਬਸੰਤ ਰੁੱਤ ਹੈ ਇਹ ਰਾਜਾ ਹੈ, ਇਸ ਨੇ ਆਪਣੀਆਂ ਸੈਨਾ ਹੀ ਫੌਜ ਹੀ ਸ਼ਿੰਗਾਰੀ ਹੋਈ ਹੈ। ਜੀਤਨ ਜੇ ਬਿਰਹੀ ਨਰ ਨਾਰੀ। ਜਿਹੜੇ ਇਸਤਰੀ ਪੁਰਸ਼ ਹੈ ਉਹਨਾਂ ਦੇ ਵਿਛੋੜੇ ਨੂੰ ਐਵੇਂ ਜਿੱਤਣ ਵਾਸਤੇ ਸਭ ਪਲਾਸ ਤੇ ਪਾਤ ਨਿਪਾਤੀ। ਸਾਰੇ ਜਿਹੜੇ ਸ਼ਿਸ਼ਰਿਆਂ ਦੇ ਦਰਖਤ ਹੈ ਉਹਨਾਂ ਤੋਂ ਪੱਤੇ ਟੁੱਟ ਰਹੇ ਹਨ। ਫੂਲੈ ਫੂਲ ਲਾਲ ਪਲ ਭਾਂਤੀ। ਲਾਲ ਜਿਹੜੇ ਫੁੱਲ ਹੈ ਉਹ ਸ਼ਿਸ਼ਰਿਆਂ ਦੇ ਪੱਤਿਆਂ ਉੱਪਰ ਚੰਗੀ ਤਰ੍ਹਾਂ ਜਿਹੜੇ ਫੁੱਲ ਰਹੇ ਹੈ, ਖਿੜ ਰਹੇ ਹਨ। ਮਨਹਾ ਸੁਬਟ ਪਟ ਰੰਗਨ ਰਾਂਗੇ। ਮਾਨੋ ਕਿ ਜਿਹੜੇ ਬਸੰਤ ਰੂਪੀ ਰਾਜੇ ਦੇ ਸੂਰਮੇ ਹੈ ਉਹਨਾਂ ਨੇ ਆਪਣੇ ਕੱਪੜੇ ਰੰਗਾਂ ਨਾਲ ਰੰਗ ਲਏ ਹੈ। ਚੜੇ ਜੁੱਧ ਕਰ ਆਰਨ ਬਾਗੇ। ਲਾਲ ਰੰਗ ਦੇ ਕੱਪੜੇ ਪਹਿਨ ਕਰਕੇ ਯੁੱਧ ਕਰਨ ਲਈ ਚੜੇ ਹੈ। ਅੰਬਰ ਮੋਰ ਪਿਖ ਆਨੰਦ ਜਾਸੂ। ਅੰਬਾਂ ਨੂੰ ਬੂਰ ਵੇਖ ਵੇਖ ਕੇ ਜਿਸ ਨੂੰ ਬੜਾ ਹੀ ਆਨੰਦ ਹੋ ਰਿਹਾ ਹੈ। ਕੂਕਤ ਕੋਕਿਲ ਕਲਰਵ ਤਾਸੂ। ਕੋਇਲਾਂ ਜਿਹੜੀਆਂ ਕੂਕਾਂ ਦੇ ਰਹੀਆਂ ਆਵਾਜ਼ਾਂ ਕਰ ਰਹੀਆਂ ਹਨ, ਕੋਇਲਾਂ ਕੂਕਦੀਆਂ ਹੈ, ਕਲਰਵ ਸੁੰਦਰ ਆਵਾਜ਼ ਹੈ ਜਿਨ੍ਹਾਂ ਦੀ। ਜਨ ਬਸੰਤ ਕੀ ਦੇਤ ਦੁਹਾਈ। ਮਾਨੋ ਕਿ ਬਸੰਤ ਰੁੱਤ ਰੂਪੀ ਜਿਹੜਾ ਰਾਜਾ ਹੈ ਉਹਦੇ ਆਉਣ ਦੀ ਇਹ ਦੁਹਾਈ ਦੇ ਰਹੀਆਂ ਹੈ ਕੋਇਲਾਂ ਬੋਲ ਬੋਲ ਕੇ। ਮਾਨਨ ਦੇਸ਼ ਜੇ ਮਾਨ ਕਢਾਈ। ਮਾਨਣ ਜਿਹੜੀਆਂ ਪਤੀ ਵਿੱਚ ਦੋਸ਼ ਦੇ ਕੇ ਰੁੱਸੀਆਂ ਹੋਈਆਂ ਇਸਤਰੀਆਂ ਹੈ ਉਹਨਾਂ ਨੂੰ ਕਹਿੰਦਾ ਮਾਨਣ ਹੰਕਾਰੀ। ਉਹ ਰੁੱਸੀਆਂ ਇਸਤਰੀਆਂ ਦੇ ਜਿਹੜਾ ਮਨ ਹੈ, ਮਾਨੋ ਕਿ ਉਹ ਉਹਨਾਂ ਦੇ ਹਿਰਦੇ ਰੂਪੀ ਦੇਸ਼ ਦੇ ਵਿੱਚੋਂ ਇਹ ਕੋਇਲਾਂ ਆਪਣੀ ਆਵਾਜ਼ ਦੇ ਕੇ ਮਾਣ ਹੀ ਕੱਢ ਰਹੀਆਂ ਹਨ। ਪੁਸ਼ਪਨ ਕੀ ਮਕਰੰਦ ਨਿਹਾਰੀ। ਪੁਸ਼ਪਨ ਫੁੱਲਾਂ ਦੇ ਮਕਰੰਦ ਜਿਹੜਾ ਰਾਸ ਹੈ ਉਹ ਦੇਖਿਆ ਜਾ ਰਿਹਾ ਹੈ।
ਤਿਹ ਪਰ ਮਦ ਕਰ ਕਰਤ ਗੁੰਜਾਰੀ। ਫੁੱਲਾਂ ਦਾ ਜਿਹੜਾ ਮਕਰੰਦ ਰਸ ਨੂੰ ਦੇਖ ਕਰਕੇ ਉਸ ਉੱਪਰ ਜਿਹੜੇ ਭੌਰੇ ਹੈ ਗੁੰਜਾਰਾ ਕਰ ਰਹੇ ਹੈ, ਘੂੰ ਘੂੰ ਦੀਆਂ ਆਵਾਜ਼ਾਂ ਕਰ ਰਹੇ ਹਨ। ਜਨ ਬਸੰਤ ਨ੍ਰਿਪ ਆਗੇ ਬੀਨਾ। ਮਾਨੋ ਕਿ ਬਸੰਤ ਰੂਪੀ ਰਾਜੇ ਦੇ ਅੱਗੇ ਉਹ ਬੀਣਾ ਹੀ ਵਜਾ ਰਹੇ ਸਾਜ਼। ਗਾਏ ਬਜਾਵਹਿ ਗੁਣੀ ਪ੍ਰਬੀਨਾ। ਜੋ ਬੜੇ ਗੁਣੀ ਹੈ ਸਿਆਣੇ ਹੈ, ਭੌਰੇ ਵੇਂ ਗਾ ਰਹੇ ਤੇ ਬੀਣਾ ਵਜਾ ਰਹੇ ਹੈ। ਲਲਿਤ ਬਿਹੰਗ ਬੋਲਹੀ ਬਾਣੀ। ਪੰਛੀ ਜਿਹੜੇ ਬੜੇ ਸੁੰਦਰ ਹੈ ਤੇ ਬੜੀ ਸੁੰਦਰੀ ਤਰ੍ਹਾਂ ਤਰ੍ਹਾਂ ਦੀ ਮੁਖੋਂ ਬਾਣੀ ਬੋਲ ਰਹੇ ਹੈ। ਜਨ ਬੰਦੀ ਜਨ ਕੀਰਤ ਗਾਨੀ। ਮਾਨੋ ਕਿ ਜਿਹੜੇ ਬੰਦੀ ਜਨ ਭੱਟਾਂ ਨੇ ਕੀਰਤ ਗਾਣਾ ਕੀਤੀ ਹੈ, ਵਡਿਆਈ ਗਾਉਣਾ ਕੀਤੀ ਹੈ। ਇੱਕ ਹੁੰਦੇ ਆ ਭਾਟ ਜਿਹੜੇ ਸਾਹਮਣੇ ਕੋਈ ਬੈਠਾ ਹੋਵੇ ਰਾਜਾ ਮਹਾਰਾਜਾ ਉਹਦੀ ਉਸਤਤ ਕਰਨ। ਇੱਕ ਹੁੰਦੇ ਭੱਟ ਬੰਦੀ ਜਨ ਬੰਸਾਵਲੀ ਗਾਉਣ ਵਾਲੇ ਜਿਹੜੇ ਪਿੱਛੇ ਤੋਂ ਪਿੱਛੇ ਮੁੱਢ ਨੂੰ ਫੜਨ ਤੇ ਇਵੇਂ ਗਾਉਣ, ਭਾਵ ਕਿ ਦਾਦਾ ਕੌਣ ਸੀ, ਪੜਦਾਦਾ ਕੌਣ ਸੀ, ਲੱਕੜ ਦਾਦਾ ਕੌਣ ਸੀਗਾ, ਉਹਨਾਂ ਦਾ ਪਿਓ ਕਿਹੜਾ ਸੀ, ਉਹਨਾਂ ਦਾ ਦਾਦਾ ਕਿਹੜਾ ਸੀ। ਇਹ ਮੁੱਢ ਤੋਂ ਜਿਹੜਾ ਸ਼ੁਰੂ ਕਰਦਾ ਹੈ ਨਾ ਬੰਸਾਵਲੀ ਗਾਉਣੀ ਕਰਮਵਾਰ, ਉਹ ਭੱਟ ਹੁੰਦੇ ਹੈ ਬੰਸਾਵਲੀ ਗਾਉਣ ਵਾਲੇ। ਮਾਨੋ ਜਿਹੜੇ ਪੰਛੀ ਬੋਲ ਰਹੇ ਸੁੰਦਰ ਆਵਾਜ਼ਾਂ ਵਿੱਚ ਬਸੰਤ ਰੂਪੀ ਰਾਜੇ ਦੀ ਕੀਰਤ ਨੂੰ ਵਡਿਆਈ ਨੂੰ ਗਾ ਰਹੇ ਹੈ। ਸੀਤਲ ਮੰਦ ਸੁਗੰਧ ਸਮੀਰਾ। ਹਵਾ ਜਿਹੜੀ ਬੜੀ ਠੰਡੀ ਚੱਲ ਰਹੀ ਹੈ, ਹੌਲੀ ਚੱਲ ਰਹੀ ਹੈ, ਸੁਗੰਧੀ ਵਾਲੀ ਚੱਲ ਰਹੀ ਹੈ। ਜਿਵੇਂ ਸਾਰਗਦਾਵਲੀ ਵਿੱਚ ਤਿੰਨੇ ਜਿਹੜੇ ਹਵਾ ਦੇ ਗਹਿਣੇ ਕਹੇ ਹੈ, ਹੌਲੀ ਚੱਲਣਾ, ਠੰਡੀ ਚੱਲਣਾ ਤੇ ਸੁਗੰਧੀ ਵਾਲੀ ਚੱਲਣਾ। ਇਹ ਤਿੰਨ ਹਵਾ ਦੇ ਗਹਿਣੇ ਆ। ਜੇ ਤੇਜ਼ ਚੱਲੇ ਉਹ ਵੀ ਕੋਈ ਗਹਿਣਾ ਨਹੀਂ, ਰੁੱਖ ਪੁੱਟ ਪੁੱਟ ਮਾਰੀ ਜਾਂਦੀ ਹੈ। ਜੇ ਫਿਰ ਉਹਦੇ ਵਿੱਚ ਦੁਰਗੰਧ ਜੀ ਆਵੇ ਤੇ ਤਾਂ ਵੀ ਉਹ ਪਰੇਸ਼ਾਨੀ ਹੈ। ਠੰਡੀ ਨਾਲ ਗਰਮ ਹਵਾ ਹੋਵੇ ਉਹ ਵੀ ਸਰੀਰ ਨੂੰ ਸਾੜਦੀ, ਉਹ ਹਵਾ ਦਾ ਗਹਿਣਾ ਨਹੀਂ ਹੈ। ਇਹ ਬਸੰਤ ਰੁੱਤ ਦੇ ਵਿੱਚ ਰਾਏ ਭੋਜ ਦੀ ਤਲਵੰਡੀ ਵਿਖੇ ਜਿਹੜੀ ਹਵਾ ਠੰਡੀ ਹੌਲੀ ਸੁਗੰਧੀ ਸਮੇਤ ਚੱਲ ਰਹੀ ਹੈ। ਮਾਨਨ ਬਿਰਹਨ ਕਰਤ ਅਧੀਰਾ। ਮਾਨੋ ਕਿ ਉਹ ਜਿਹੜੀ ਹਵਾ ਹੈ, ਜਿਹੜੀਆਂ ਮਾਨਣ ਪਤੀ ਨਾਲ ਰੁੱਸੀਆਂ ਹੋਈਆਂ ਇਸਤਰੀਆਂ ਆਪਣੇ ਪਤੀ ਤੋਂ ਜੋ ਵਿਛੜੀਆਂ ਹੋਈਆਂ ਉਹਨਾਂ ਨੂੰ ਧੀਰਜਤਾ ਤੋਂ ਸਹਿਤ ਕਰ ਰਹੀ ਹੈ। ਸ਼ੀਤ ਸ਼ਾਮ ਸ਼ੋਨਤ ਪੁਨ ਪੀਤਾ। ਇਵੇਂ ਚਿੱਟੇ ਕਾਲੇ ਲਾਲ ਪੁਨਾ ਪੀਲੇ। ਬਿਗਸੇ ਕੁਸਮ ਨਵੀਨੀ ਰੀਤਾ। ਨਵੀਂ ਰੀਤੀ ਦੇ ਨਾਲ ਫੁੱਲ ਜਿਹੜੇ ਉਹ ਖਿੜੇ ਹੋਏ ਹੈ, ਕਾਲੇ ਚਿੱਟੇ ਲਾਲ ਤੇ ਪੀਲੇ। ਪਰ ਸ਼ਾਖਾ ਪਰ ਮੰਜਰੀ ਸੋਹੀ। ਰੁੱਖਾਂ ਦੀਆਂ ਜਿਹੜੀਆਂ ਟਾਹਣੀਆਂ ਹੈ ਉਹਨਾਂ ਉੱਪਰ ਜਿਹੜਾ ਕਰੁੰਬਲਾਂ ਹੈ, ਕੂਲੀਆਂ ਕੂਲੀਆਂ ਮੁੰਜਰਾਂ ਦੀਆਂ ਬੜੀਆਂ ਸੋਭਨੀਕ ਹੋ ਰਹੀਆਂ ਹੈ। ਮਨਹ ਧਰੀ ਕਲਗੀ ਮਨ ਮੋਹੀ। ਮਾਨੋ ਕਿ ਉਹ ਦਰਖਤਾਂ ਨੇ ਇਵੇਂ ਸੀਸ ਆਪਣੇ ਉੱਪਰ ਕਲਗੀ ਹੀ ਰੱਖੀਆਂ ਹੋਈਆਂ ਹੈ, ਮਨ ਨੂੰ ਬੜੀਆਂ ਮੋਹ ਰਹੀਆਂ ਉਹ ਮੁੰਜਰਾਂ ਕਰੁੰਬਲਾਂ ਜੀਆਂ। ਅਸਬਿਦ ਜਹ ਬਨ ਵੱਡ ਸ਼ਬ ਧਾਰੀ। ਇਸ ਤਰ੍ਹਾਂ ਜਿੱਥੇ ਜੰਗਲ ਵਿੱਚ ਜਿਸ ਜੰਗਲ ਨੇ ਬੜੀ ਛਵੀ ਸੁੰਦਰਤਾ ਧਾਰਨ ਕੀਤੀ ਹੋਈ ਹੈ। ਵਿਚਰਤ ਤਹ ਨਾਨਕ ਸੁਖਕਾਰੀ। ਸੁੱਖਾਂ ਨੂੰ ਕਰਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਵਿਚਰ ਰਹੇ ਹੈ। ਬਸੰਤ ਰੁੱਤ ਦਾ ਕਵੀ ਸਾਹਿਬ ਜੀ ਨੇ ਇੱਥੇ ਮਹਿਮਾ ਕਰਦੇ ਹੋਏ ਅਲੰਕਾਰ ਬੰਨ੍ਹਿਆ ਹੈ। ਸਾਰਾ ਅਲੰਕਾਰ ਬੰਨ੍ਹ ਕੇ ਦੱਸ ਰਹੇ ਹਨ ਕਿ ਸੁੱਖਾਂ ਨੂੰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਇਸ ਪਵਿੱਤਰ ਮੌਸਮ ਵਿੱਚ ਵਿਚਰ ਰਹੇ ਹਨ। ਮਾਸ ਵਿਸਾਖ ਵਿਖੇ ਗੁਣ ਐਨਾ। ਮਹੀਨਾ ਵਿਸਾਖ ਦਾ ਹੈ। ਬਸੰਤ ਰੁੱਤ ਦੇ ਵਿੱਚ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ। ਚਾਰ ਹੈ ਤਹਾਂ ਮਹਿਕ ਪੁਨ ਧੇਨਾ। ਮੱਝਾਂ ਗਾਵਾਂ ਨੂੰ ਉੱਥੇ ਗੁਰੂ ਸਾਹਿਬ ਜੀ ਚਾਰਦੇ ਐ।
ਮ੍ਰਿਦਲ ਹਰਤ ਜੇ ਤ੍ਰਿਣਨ ਨਵੀਨਾ। ਕੋਮਲ ਹਰਿਆ ਜਿਹੜਾ ਘਾਹ ਹੈ, ਪੱਠੇ ਹੈ ਨਵੇਂ ਨਵੇਂ। ਦੇਖ ਚਰਾਵਹਿ ਦਾਨੀ ਦੀਨਾ। ਅਨਾਥਾਂ ਦੇ ਦਾਤੇ, ਗਰੀਬਾਂ ਨੂੰ ਦਾਨ ਦੇਣ ਵਾਲੇ, ਭਗਤਾਂ ਨੂੰ ਭਗਤੀ ਦਾ ਦਾਨ ਦੇਣ ਵਾਲੇ, ਗਿਆਨੀਆਂ ਨੂੰ ਗਿਆਨ ਦਾ ਦਾਨ ਦੇਣ ਵਾਲੇ, ਦਾਨੀ ਦੀਨਾ, ਇਵੇਂ ਗਰੀਬਾਂ ਨੂੰ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਉਸ ਹਰੇ ਤੇ ਨਵੇਂ ਘਾਹ ਨੂੰ ਵੇਖ ਕੇ ਚਰਾਉਂਦੇ ਹੈ ਪਸ਼ੂਆਂ ਨੂੰ। ਜਬ ਬਾਸਰ ਜੁਗ ਜਾਮ ਬਿਤੋਇਤਾ। ਬਿਤਿਓਤਾ, ਜਦੋਂ ਦਿਨ ਦੇ 2 ਪਹਿਰ ਬੀਤ ਗਏ ਹੈ, ਯਾਨੀ 12 ਕੁ ਵੱਜ ਗਏ, 6 ਘੰਟੇ ਬੀਤ ਗਏ ਹਨ। ਮਾਲ ਤੰਡ ਕੀ ਚੰਡ ਦਿਉਤਾ। ਸੂਰਜ ਦੀਆਂ ਜਿਹੜੀਆਂ ਤਿੱਖੀਆਂ ਕਿਰਨਾਂ ਹੈ, ਉਹਨਾਂ ਨਾਲ ਜਿਹੜੀ ਧੁੱਪ ਹੈ, ਤਪਸ਼ ਬੜੀ ਵੱਧ ਗਈ ਹੈ। ਸ਼ਰਮਤ ਕਸ਼ਕ ਹੋਏ ਕਰ ਅਲਸਾਏ। ਗੁਰੂ ਨਾਨਕ ਸਾਹਿਬ ਜੀ ਪਸ਼ੂਆਂ ਨੂੰ ਚਾਰਦੇ ਹੋਏ ਆ ਕੁਝ ਕੁ ਜਿਹੜੀ ਥਕਾਵਟ ਜਿਹੀ ਮਹਿਸੂਸ ਕੀਤੀ ਤੇ ਅਲਸਾਏ ਹੈ। ਚਾਰਤ ਧੇਨ ਟਿਕੇ ਇਕ ਥਾਏ। ਪਸ਼ੂਆਂ, ਗਾਵਾਂ, ਮੱਝਾਂ ਨੂੰ ਚਾਰਦੇ ਹੋਏ ਇੱਕ ਥਾਂ ਗੁਰੂ ਜੀ ਟਿਕ ਗਏ ਹਨ। ਟਿਕ ਕਰ ਬਰ ਤਰਵਰ ਕੀ ਛਾਇਆ। ਇੱਕ ਥਾਂ ਐਵੇਂ ਕਿ ਟਿਕ ਗਏ, ਉੱਥੇ ਖੜ ਜਾ ਗਏ ਹੈ। ਸ੍ਰੇਸ਼ਟ ਜਿਹੜਾ ਰੁੱਖ ਦੀ ਉਹਦੀ ਛਾਂ ਨੂੰ ਵੇਖ ਕਰਕੇ ਸੈਨ ਕਰਨ ਹਿਤ ਚਿਤ ਬਿਰਮਾਇਆ। ਵੀ ਥੋੜਾ ਬਿਰਾਜ ਜਾਈਏ, ਵਿਸ਼ਰਾਮ ਕਰ ਲਈਏ। ਵਿਸ਼ਰਾਮ ਕਰਨ ਵਾਸਤੇ ਚਿੱਤ ਜਿਹੜਾ ਉਹ ਮੋਹਿਆ ਜਾ ਹੈ, ਜੀ ਜਾ ਕੀਤਾ ਹੈ ਦੇਹ ਕਰਕੇ। ਮੰਦ ਸੁਗੰਧ ਸੀਤ ਬਹਿ ਪੋਨਾ। ਚਿੱਤ ਜਿਹਾ ਗੁਰੂ ਜੀ ਦਾ ਬਿਰਾਜਣ ਵਾਸਤੇ ਕੀਤਾ ਹੈ, ਜਿੱਥੇ ਹੌਲੀ ਸੁਗੰਧੀ ਵਾਲੀ ਬੜੀ ਸੀਤਲ ਠੰਡੀ ਹਵਾ ਵਹਿ ਰਹੀ ਹੈ। ਮ੍ਰਿਦਲ ਸੋ ਦਲ ਤੇ ਕੀਨ ਬਿਸ਼ੋਨਾ। ਦੁਬਾਰਾ ਪੜ। ਮ੍ਰਿਦਲ ਸੋ ਦਲ ਤੇ ਕੀਨ ਬਿਸ਼ੋਨਾ। ਉਥੇ ਤੇ ਲਿਖਿਆ ਮ੍ਰਿਦਲ ਸੋ ਦਲ ਲੇਕੀਨ ਬਿਸ਼ੋਨਾ। ਕੋਮਲ ਜਿਹੜੇ ਪੱਤੇ ਐ, ਐਵੇਂ ਲੈ ਕਰਕੇ ਗੁਰੂ ਜੀ ਨੇ ਜਿਵੇਂ ਕੋਈ ਗਧੇਲਾ ਜਿਹਾ ਹੁੰਦਾ, ਐਵੇਂ ਵਿਛਾਉਣਾ ਕੋਈ ਹੁੰਦਾ, ਵਿਛਾਉਣਾ ਕੀਤਾ ਹੈ ਕੋਮਲ ਜਿਹੇ ਪੱਤਿਆਂ ਨੂੰ ਲੈ ਕੇ। ਤਾਂ ਪਰ ਬਸਤਰ ਵਿਛਾਇਓ ਸਵੇਤਾ। ਉਸ ਉੱਪਰ ਚਿੱਟੇ ਰੰਗ ਦਾ ਵਸਤਰ ਜਿਹਾ ਵਿਛਾ ਲਿਆ ਗੁਰੂ ਸਾਹਿਬ ਜੀ ਨੇ। ਓਡ ਰਹੇ ਪੁਨ ਕਿਰਪਾ ਨਿਕੇਤਾ। ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਉਹ ਵਸਤਰ ਜਿਹਾ ਵਿਛਾ ਕੇ, ਪੱਤੇ ਕੋਮਲ ਜਿਹੇ ਵਿਛਾ ਕੇ ਆ ਲੇਟ ਰਹੇ ਹੈ, ਬਿਰਾਜ ਗਏ ਹੈ। ਭਏ ਨੀਂਦ ਵਸ ਮੁੰਦ੍ਰਿਤ ਲੋਚਨਾ। ਨੇਤਰ ਜਿਹੜੇ ਮੂੰਦਲੇ ਐ, ਨੀਂਦੇ ਵਸ ਹੋਏ ਐ। ਕਰਨਾ ਖਾਨ ਜੇ ਸੋਚ ਵਿਮੋਚਨਾ। ਜੋ ਕਿਰਪਾ ਦੀ ਖਾਨ ਹੈ, ਗੁਰੂ ਨਾਨਕ ਸਾਹਿਬ ਜੀ ਆਪਣੇ ਦਾਸਾਂ ਭਗਤਾਂ ਦੀਆਂ ਸੋਚਾਂ ਚਿੰਤਾ ਨੂੰ ਦੂਰ ਕਰਨ ਵਾਲੇ, ਕੱਟਣ ਵਾਲੇ ਹਨ। ਖਟ ਘਟਿਕਾ ਜਬ ਸੋਤੇ ਬੀਤੀ। ਜਦੋਂ 6 ਘੜੀਆਂ ਸੁੱਤਿਆਂ ਹੋਇਆਂ ਵਿਸ਼ਰਾਮ ਕਰਦਿਆਂ ਬੀਤੀਆਂ 2 ਘੰਟੇ 24 ਕੁ ਮਿੰਟ, ਯਾਨੀ 2:30 ਵਜੇ ਦਾ ਸਮਾਂ ਹੋ ਗਿਆ ਹੈ। ਤਰਵਰ ਕੀ ਛਾਇਆ ਵਿਪਰੀਤੀ। ਜਿਹੜਾ ਦਰਖਤ ਹੈ ਉਸ ਦੀ ਜਿਹੜੀ ਛਾਂ ਉਹ ਉਲਟੀ ਜੀ ਹੋ ਗਈ, ਲਹਿੰਦੇ ਪਾਸੇ ਨੂੰ ਚਲੀ ਗਈ। ਪਸ਼ਚਮ ਦਿਸ਼ਾ ਤਰਨ ਬਹੁ ਜਾਵਾ। ਪੱਛਮ ਦੀ ਦਿਸ਼ਾ ਵੱਲ ਜਿਹੜਾ ਸੂਰਜ ਉਹਦੇ ਬਹੁਤ ਹੀ ਜ਼ਿਆਦਾ ਚਲ ਗਿਆ, ਢਲ ਗਿਆ ਹੈ। ਮੁਖ ਪੰਕਜ ਪਰ ਆਤਪ ਆਵਾ। ਗੁਰੂ ਜੀ ਦੇ ਕਵਲ ਵਸਰੀਖੇ ਮੁਖ ਉੱਪਰ ਧੁੱਪ ਆ ਗਈ ਹੈ। ਸੁਵੇਦੰ ਬਿੰਦ ਬੂੰਦ ਮਕਰੰਦਾ। ਪਸੀਨੇ ਦੀਆਂ ਜਿਹੜੀਆਂ ਬੂੰਦਾਂ ਹੈ, ਜਿਵੇਂ ਮਕਰੰਦ ਦੇ ਰਸ ਦੀਆਂ ਬੂੰਦਾਂ ਹੁੰਦੀਆਂ ਹਨ। ਰਾਜਤ ਜਿਵ ਪਾਤਨ ਅਰਬਿੰਦਾ। ਮੁੜਕੇ ਦੀਆਂ ਬੂੰਦਾਂ ਦੇ ਇਵੇਂ ਹੈ ਮਾਨੋ ਜਿਵੇਂ ਮਕਰੰਦ ਰਸ ਦੀਆਂ ਬੂੰਦਾਂ ਹਨ, ਜੋ ਕਮਲ ਪੱਤਿਆਂ ਦੇ ਜੜ ਬੂੰਦਾਂ ਵਾਂਗੂ ਫੱਬ ਰਹੀਆਂ ਹਨ। ਰਾਜਤ ਜਿਵ ਪਾਤਨ ਅਰਬਿੰਦਾ। ਕਵਲ ਦੇ ਪੱਤਿਆਂ ਉੱਪਰ ਜਿਵੇਂ ਉਹ ਮਕਰੰਦ ਰਸ ਦੀਆਂ ਬੂੰਦਾਂ ਬਿਰਾਜਦੀਆਂ ਨਾ,
ਇਵੇਂ ਮਾਨੋ ਕਿ ਸਤਿਗੁਰੂ ਜੀ ਦਾ ਜਿਹੜਾ ਮੁੱਖ ਹੈ ਉਹ ਕਵਲ ਵਰਗਾ ਹੈ, ਪਸੀਨਾ ਜਿਹੜਾ ਮੁੜਕਾ ਹੈ ਉਹ ਮਕਰੰਦ ਦਾ ਰਸ ਹੈ। ਕਿਦੋਂ ਚੰਦਰਮਾ ਮੰਡਲ ਮਾਹੀ, ਅਥਵਾ ਚੰਦਰਮਾ ਆਕਾਸ਼ ਮੰਡਲ ਦੇ ਵਿੱਚ, ਕਿਨਕਾ ਸ਼ਬਦ ਪਇਊਖ ਸੁਹਾਹੀ। ਆਕਾਸ਼ ਮੰਡਲ ਦੇ ਵਿੱਚ ਚੰਦਰਮਾ ਦੇ ਜਿਵੇਂ ਅੰਮ੍ਰਿਤ ਦਾ ਜਿਹੜੇ ਕਿਨਕੇ ਹੈ ਉਹ ਚੋਰੇ ਹੋਣ, ਸੋਭਨੀਕ ਹੋ ਕੇ, ਇਸ ਤਰ੍ਹਾਂ ਸਤਿਗੁਰ ਜੀ ਦਾ ਜਿਹੜਾ ਮੁੱਖ ਹੈ ਉਹ ਚੰਦਰਮਾ ਵਰਗਾ ਹੈ। ਚੰਦਰਮਾ ਆਕਾਰ ਦਾ ਸਤਿਗੁਰੂ ਜੀ ਦਾ ਮੁੱਖ ਚਮਕਦਾ ਹੈ। ਉੱਪਰ ਜਿਹੜਾ ਪਸੀਨਾ ਹੈ ਉਹ ਅੰਮ੍ਰਿਤ ਦੇ ਜਿਹੜੇ ਕਿਣਕੇ ਹੈ ਉਹ ਚੋਰੇ ਹਨ ਸੋਭਨੀਕ ਹੋ ਕੇ। ਸ਼ੇਖ ਨਾਗ ਲਖ ਸ਼ੈਨ ਮਿਲਾਪੀ, ਇੱਧਰੋਂ ਜਿਹੜਾ ਸ਼ੇਸ਼ ਨਾਗ ਭਗਤ ਹੈ ਜਿਸ ਦੀ 2000 ਰਸਨਾ, ਨਾਮ ਬਹੁਤ ਜਪਦਾ ਹੈ ਪਰਮੇਸ਼ਰ ਦਾ। ਸ਼ੇਸ਼ ਨਾਗ ਨੇ ਇਵੇਂ ਜਾਣ ਕੇ ਕਿ ਸੈਣ ਦੇ ਮਿਲਾਪੀ, ਵਿਸ਼ਰਾਮ ਕਰਨ ਦੇ ਗੁਰੂ ਨਾਨਕ ਸਾਹਿਬ ਜੀ ਮਿਲਾਪੀ ਹੋਏ ਹੈ, ਵਿਸ਼ਰਾਮ ਕਰਨਾ ਚਾਹੁੰਦੇ ਹੈ। ਆਪ ਤਪ ਉਥ ਪਿਓ ਇਉ ਉਰ ਥਾਪੀ, ਐ ਸੇਜਾ ਦੀ ਮੇਲੀ ਮਿਲਾਪੀ ਜਾਣ ਕੇ ਸ਼ੇਸ਼ਨਾਗ ਨੇ ਵਿਚਾਰਿਆ ਹੈ। ਆਤਪ ਉਥਪਿਓ ਪਾਠ, ਉਥਪਿਓ ਪਾਠ ਕੋਈ ਨਹੀਂ ਹੁੰਦਾ, ਆਤਪ ਉਥਪਿਓ। ਇਵੇਂ ਹਿਰਦੇ ਵਿੱਚ ਥਾਪੀ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਧੁੱਪ ਹਟਾ ਦਿਆਂ। ਸਵੇਤ ਵਰਨ ਗੋਦ ਗਦ ਨਵੀਨਾ, ਚਿੱਟੇ ਰੰਗ ਦਾ ਦੁਗਧ ਨਵੀਨਾ, ਚਿੱਟੇ ਰੰਗ ਦਾ ਇਹਨੇ ਸਰੂਪ ਜਿਹਾ ਧਾਰਨ ਕਰ ਲਿਆ, ਜਿਵੇਂ ਗਾਂ ਦਾ ਦੁੱਧ ਨਵਾਂ ਸੱਜਰਾ ਬੜਾ ਚਿੱਟਾ ਹੁੰਦਾ, ਇਹੋ ਜਿਹਾ ਚਿੱਟੇ ਰੰਗ ਦਾ ਸਰੂਪ ਜਿਹਾ ਧਾਰ ਲਿਆ ਸ਼ੇਸ਼ਨਾਗ ਨੇ। ਧਰ ਦੂਸਰ ਤਨ ਆਵ ਪ੍ਰਬੀਨਾ, ਜੋ ਬੜੀ ਅੰਤਰਜਾਮਤਾ ਰੱਖਦਾ ਹੈ, ਸਿਆਣਾ ਹੈ। ਸ਼ੇਸ਼ਨਾਗ ਸਰੀਰ ਦੂਸਰਾ ਧਾਰ ਕੇ ਇਵੇਂ ਆ ਗਿਆ। ਸੁੰਦਰ ਸੁਖ ਮੰਦਰ ਕੋ ਦੇਖੀ, ਸੁੰਦਰ ਜਿਹੜਾ ਤੇ ਸੁੱਖਾਂ ਦਾ ਮੰਦਰ ਸਤਿਗੁਰ ਜੀ ਦਾ ਸਰੂਪ ਦੇਖਿਆ। ਕੀਨ ਬੰਦਨਾ ਪ੍ਰੀਤ ਵਿਸ਼ੇਖੀ, ਬਹੁਤਾ ਪ੍ਰੇਮੀ ਪਿਆਰਾ ਹੋ ਕੇ ਹਿਰਦੇ ਵਿੱਚ ਪ੍ਰੀਤ ਕਰਕੇ ਗੁਰੂ ਸਾਹਿਬ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਸ਼ੇਸ਼ਨਾਗ ਨੇ। ਬਹੁਰੋ ਤੀਨ ਪ੍ਰਦਰਸ਼ਨਾ ਦੀਨੀ, ਮੁੜ ਸਤਿਕਾਰ ਕਰਕੇ ਸਤਿਗੁਰ ਜੀ ਨੂੰ 3 ਪ੍ਰਦਰਸ਼ਨਾਂ ਦਿੱਤੀਆਂ, 3 ਪ੍ਰਦਖਣਾ ਕੀਤੀਆਂ ਆਲੇ ਦੁਆਲੇ ਘੁੰਮ ਕੇ ਸ਼ੇਸ਼ਨਾਗ ਨੇ। ਸੀਸ ਦਿਸ਼ਾ ਨਿਜ ਸਥਿਤ ਕੀਨੀ, ਆਪਣਾ ਜਿਹੜਾ ਇਹ ਸਥਿਤੀ ਹੈ, ਆਪਣਾ ਟਿਕਾਓ ਹੈ, ਸਤਿਗੁਰ ਜੀ ਦਾ ਜਿੱਧਰ ਸੀਸ ਹੈ ਉਧਰ ਦੀ ਤਰਫ ਇਹ ਸਥਿਤੀ ਕੀਤੀ ਹੈ। ਹੇਤ ਛਾਉ ਕੇ ਫਨ ਵਿਸਥਾਰਾ, ਵੀ ਮੈਂ ਗੁਰੂ ਸਾਹਿਬ ਜੀ ਨੂੰ ਛਾਂ ਕਰ ਦਿਆਂ, ਧੁੱਪ ਨੂੰ ਹਟਾ ਦਿਆਂ, ਛਾਂ ਦੇ ਵਾਸਤੇ ਮੈਂ ਬੜਾ ਫਨ ਜਿਹਾ ਫੈਲਾਇਆ, ਪਿਛਾਂਹ ਨੂੰ ਸਾਜਾ ਖਿੱਚ ਕੇ। ਅਤ ਉਜਲ ਜਿਵ ਸੁਰ ਸਰ ਧਾਰਾ, ਜਿਸ ਤਰ੍ਹਾਂ ਦੇਵਤਿਆਂ ਦੀ ਨਦੀ ਗੰਗਾ ਦੀ ਧਾਰਾ ਅਤ ਉਜਲ ਹੈ, ਬੜੀ ਚਿੱਟੀ ਹੈ, ਇਵੇਂ ਦਾ ਇਹ ਸ਼ੇਸ਼ਨਾਗ ਹੈ। ਊਚੋ ਫਨ ਅਸ ਸ਼ੋਭਾ ਪਾਈ, ਉੱਚੀ ਜਿਹੜੀ ਫਨ ਹੈ ਸ਼ੇਸ਼ਨਾਗ ਦੀ ਇਸ ਤਰ੍ਹਾਂ ਸ਼ੋਭਾ ਪਾ ਰਹੀ ਹੈ, ਬੜੀ ਚੌੜੀ ਫਨ ਹੈ, ਸਵਾਸ ਪਿਛਾਂਹ ਨੂੰ ਖਿੱਚੇ ਹੋਏ ਹੈ, ਬਹੁਤ ਵੱਡਾ ਆਕਾਰ ਹੈ, ਉਹ ਫਨ ਜਿਹੜੀ ਫੈਲਾਈ ਬੜੀ ਸ਼ੋਭਾ ਪਾ ਰਹੀ ਇਸ ਤਰ੍ਹਾਂ। ਕਿਦੋਂ ਸਿੰਧ ਸੀ ਸੈਨ ਬਣਾਈ, ਅਥਵਾ ਜਿਵੇਂ ਸਮੁੰਦਰ ਵਰਗੀ ਹੀ ਇਸ ਨੇ ਆ ਸੇਜਾ ਬਣਾਈ ਹੈ ਉਜਲ। ਸਭ ਸਰੀਰ ਪਰ ਜਿਸ ਕੀ ਛਾਇਆ, ਸਮੁੰਦਰ ਉਜਲ ਵਰਗੀ ਇਸ ਨੇ ਸੇਜਾ ਬਣਾਈ ਹੋਈ ਹੈ, ਸਾਰੇ ਸਰੀਰ ਉੱਪਰ ਹੀ ਜਿਸ ਸ਼ੇਸ਼ਨਾਗ ਦੀ ਛਾਇਆ ਪਰਛਾਵਾਂ ਛਾਇਆ ਹੋਇਆ ਹੈ। ਜੜ ਸਾਥਿਰ ਨਹਿ ਨੈਕ ਡੁਲਾਇਆ, ਜੋ ਐ ਟਿਕਿਆ ਹੋਇਆ ਹੈ। ਜੜ ਸਾਥਿਰ, ਜਿਵੇਂ ਜੜ ਹੁੰਦਾ ਨਾ, ਆ ਰੁੱਖ ਖਲੋਤੇ ਰਹਿੰਦੇ ਇੱਕ ਥਾਂ, ਹਿਲਦੇ ਜੁਲਦੇ ਨਹੀਂ ਹੈ, ਮੁੱਢ ਕਰਕੇ ਜਿਵੇਂ ਪੱਥਰ ਪਿਆ ਹੁੰਦਾ ਜੜ ਵਾਂਗ ਇਹ ਸ਼ੇਸ਼ਨਾਗ ਟਿਕਿਆ ਹੋਇਆ ਹੈ
ਕਿਤੇ ਭੂਰਾ ਥੋੜਾ ਮਾਤਰ ਵੀ ਆਪਣੇ ਆਪ ਨੂੰ ਡਲਾਇਆ ਹਿਲਾਇਆ ਨਹੀਂ ਗਾ। ਅਸਬਿਦ ਕਿੰਚਤ ਕਾਲ ਬਤੀਤਾ। ਇਸ ਤਰ੍ਹਾਂ ਕੁਝ ਕੁ ਸਮਾਂ ਇਵੇਂ ਬੀਤ ਗਿਆ ਹੈ। ਕੀਏ ਛਾਉ ਅਤ ਹਰਖਤ ਚੀਤਾ। ਚਿੱਤ ਵਿੱਚ ਬੜਾ ਖੁਸ਼ ਹੋ ਕੇ ਛਾਂ ਕੀਤੀ ਹੋਈ ਹੈ। ਤਲਵੰਡੀ ਨ੍ਰਿਪ ਰਾਏ ਬੁਲਾਰੂ। ਇਧਰੋਂ ਰਾਏ ਭੋਏ ਦੀ ਤਲਵੰਡੀ ਦਾ ਜੋ ਰਾਜਾ ਹੈ ਰਾਏ ਬੁਲਾਰ, ਸੋ ਸੁਸੈਨ ਕਿਤ ਅਨਤ ਪਧਾਰੂ। ਉਹ ਆਪਣੀ ਸੈਨਾ ਦੇ ਸਹਿਤ ਕਿਤੇ ਹੋਰ ਪਾਸੇ ਗਿਆ ਹੋਇਆ ਸੀ। ਤਿਹ ਵੇਲਾ ਤਹ ਚੱਲ ਕਰ ਆਵਾ। ਹੋਰ ਥਾਂ ਨੂੰ ਆਪਣੀ ਸੈਨਾ ਸਮੇਤ ਰਾਏ ਬੁਲਾਰ ਗਿਆ ਹੋਇਆ ਸੀ। ਉਸ ਵੇਲੇ ਉਹ ਵੀ ਉੱਥੇ ਚੱਲ ਕਰਕੇ ਆ ਗਿਆ। ਜਿਹੇ ਕੋ ਜਾਗਿਓ ਭਾਗ ਸੁਹਾਵਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਸ ਰਾਏ ਬੁਲਾਰ ਦੇ ਕੋਈ ਸੋਭਨੀਕ ਪੂਰਬਲਾ ਭਾਗ ਹੀ ਜਾਗਿਆ ਹੈ। ਅਨੀ ਤੁਰੰਗਮ ਸੰਗ ਸੁਰੰਗਾ। ਬਹੁਤੇ ਰੰਗਾਂ ਦੇ ਨਾਲ ਜਿਸ ਦੀ ਘੋੜਿਆਂ ਵਾਲੀ ਫੌਜ ਸੀ। ਆਵਹਿ ਨਗਰਹਿ ਅੰਗ ਉਮੰਗਾ। ਆਪਣੇ ਹਿਰਦੇ ਵਿੱਚ ਬੜਾ ਉਤਸ਼ਾਹ ਖੁਸ਼ੀ ਨਾਲ ਰਾਏ ਭੋਏ ਦੀ ਤਲਵੰਡੀ ਨਗਰ ਨੂੰ ਆ ਰਿਹਾ ਸੀ ਰਾਏ ਬੁਲਾਰ। ਦੇਖ ਨਾਗ ਕੋ ਕੀਏ ਅਨੁਮਾਨਾ। ਇਸ ਨੇ ਸ਼ੇਸ਼ ਨਾਗ ਦੀ ਫਨ ਵੇਖੀ ਹੈ, ਪਰ ਇਹਨੂੰ ਪਤਾ ਨਹੀਂ ਲੱਗਾ ਕਿ ਤੇ ਨਾਗ ਹੈ। ਉਸਨੇ ਫਨ ਖਿਲਾਰੀ ਹੋਈ ਹੈ, ਐਵੇਂ ਨਾ ਜਾਣਦੇ ਹੋਏ ਅਨੁਮਾਨ ਜਿਹਾ ਕੀਤਾ ਹੈ। ਉਜਲ ਪਟ ਆਤਪ ਤੇ ਤਾਨਾ। ਅਨੁਮਾਨ ਵਿਚਾਰ ਜਿਹਾ ਕੀਤਾ ਹੈ। ਉਜਲ ਕਪੜਾ ਧੁੱਪ ਤੋਂ ਬਚਣ ਵਾਸਤੇ ਆ ਕਿਸ ਨੇ ਤਾਣਿਆ ਹੋਇਆ ਹੈ। ਤਰਵਰ ਕੀ ਛਾਇਆ ਬਰ ਤਿਆਗੀ। ਇਹ ਕੌਣ ਹੈ ਜਿਸ ਨੇ ਰੁੱਖ ਦੀ ਛਾਇਆ ਜਿਹੜੀ ਸ੍ਰੇਸ਼ਟ ਛੱਡੀ ਹੋਈ ਹੈ ਤੇ ਕਪੜਾ ਤਾਣ ਕੇ ਬੈਠਾ ਹੋਇਆ ਹੈ। ਪਟ ਓਟਨ ਕਿਉ ਭਾ ਅਨੁਰਾਗੀ। ਕੱਪੜਾ ਜਾਂ ਤਾਣ ਕੇ ਵੀ ਮੈਂ ਉਹਦੀ ਛਾਂ ਹੇਠ ਪਵਾਂ, ਰੁੱਖ ਦੀ ਛਾਂ ਨਾ ਲਵਾਂ, ਕਿਉਂ ਇਹ ਐਸਾ ਅਨੁਰਾਗੀ ਜਾਂ ਪ੍ਰੇਮੀ ਹੋਇਆ ਹੈ। ਅਸ ਵਿਚਾਰ ਕਰਤਿਓ ਟਿਗ ਆਵਾ। ਇਸ ਤਰ੍ਹਾਂ ਵਿਚਾਰ ਕਰਦਾ ਹੋਇਆ ਕੋਲ ਆ ਗਿਆ ਰਾਏ ਬੁਲਾਰ। ਰਸਨਾ ਫਰਕਤ ਮੁਖ ਦ੍ਰਿਸ਼ਟਾਵਾ। ਐਸੀ ਵਿਚਾਰ ਕਰਦਾ ਹੋਇਆ ਨੇੜੇ ਨੂੰ ਆ ਰਿਹਾ ਹੈ। ਜਦੋਂ ਨੇੜੇ ਆਇਆ ਮੁੱਖ ਜਿਹਾ ਦੇਖਿਆ ਹੈ, ਸ਼ੇਸ਼ ਨਾਗ ਦੀ ਰਸਨਾ ਫਰਕਦੀ ਵੇਖੀ ਇਹਨੇ। ਭੋਗੀ ਲੱਖ ਵੱਡ ਭੋਗਾਕਾਰਾ। ਵੱਡਾ ਹੀ ਫਣ ਦਾ ਆਕਾਰ ਜਿਹਾ ਜਾਣ ਕੇ ਵੇਖ ਕੇ ਕਹਿੰਦਾ ਵੀ ਇਹਦੇ ਬੜਾ ਵੱਡਾ ਕੋਈ ਸੱਪ ਹੈ। ਕਰ ਊਚੋ ਆਯੁਤ ਬਿਸਤਾਰਾ। ਉਹ ਚੌੜਾ ਫਣ ਵੇਖ ਕੇ ਕਹਿੰਦਾ ਕਿਵੇਂ ਉੱਚਾ ਕਰਕੇ ਤੇ ਚੌੜਾ ਜਿਹਾ ਫਣ ਦਾ ਇਹ ਵਿਸਥਾਰ ਫੈਲਾਓ ਕੀਤਾ ਇਸ ਸੱਪ ਨੇ। ਰਾਏ ਵਿਚਾਰਤ ਔਰ ਪਰਦਾਇਆ। ਰਾਏ ਬੁਲਾਰ ਵਿਚਾਰਦਾ ਹਿਰਦੇ 'ਚ ਬੜੀ ਦਇਆ ਭਰ ਆਈ ਹੈ। ਬਾਰਕ ਮਰਿਓ ਤਾ ਪਨਗ ਖਾਇਆ। ਪਨਗ ਖਾਇਆ ਵਿਚਾਰਦਾ ਹੈ, ਦਇਆ ਭਰ ਆਈ। ਕਹਿੰਦਾ ਵੀ ਇਹਦੇ ਜਿਹੜਾ ਬਾਲਕ ਹੈ ਨਾ, ਬੱਚਾ ਜਿਸ ਦੇ ਉੱਪਰ ਫਨ ਖਿਲਾਰੀ ਐਸੇ ਭਿਆਨਕ ਸੱਪ ਨੇ, ਇਹ ਬੱਚਾ ਮਰ ਗਿਆ ਹੈ। ਮੈਨੂੰ ਤਾਂ ਇਵੇਂ ਲੱਗ ਰਿਹਾ ਕਿ ਇਹ ਪਨਗ ਜਿਹੜਾ ਸੱਪ ਹੈ ਆ ਡੰਗ ਜਿਹਾ ਮਾਰ ਕੇ ਖਾ ਗਿਆ ਇਸ ਨੂੰ। ਜੇ ਜੀਵਤ ਇਹੋ ਕੋ ਅਵਤਾਰੀ। ਫੇਰ ਖਿਆਲ ਕਰਦਾ, ਜੇ ਕਹਿੰਦਾ ਇਹ ਬਾਲਕ ਰਹਿ ਗਿਆ ਨਾ ਜਿੰਦਾ, ਇਹ ਤੇ ਜ਼ਰੂਰ ਕੋਈ ਨਾ ਕੋਈ ਪੈਗੰਬਰ ਔਲੀ ਅਵਤਾਰ ਹੀ ਹੈ। ਸਰਪ ਸੁਵੇਤ ਜਹ ਸੇਵਾਕਾਰੀ। ਆ ਜਿਹੜਾ ਚਿੱਟਾ ਹੋ ਕੇ ਤੇ ਜਿੱਥੇ ਸੇਵਾ ਕਰਨ ਵਾਸਤੇ ਸੱਪ ਆਇਆ ਹੋਇਆ, ਜੇ ਜਿੰਦਾ ਰਹਿ ਗਿਆ ਨਾ ਬਾਲਕ, ਇਹ ਤੇ ਜ਼ਰੂਰ ਕੋਈ ਨਾ ਕੋਈ ਅਵਤਾਰੀ ਪੁਰਸ਼ ਹੈ। ਤੇ ਮੈਂ ਤੇ ਇਹੀ ਜਾਣਾਂਗਾ ਕਿ ਸੱਪ ਚਿੱਟਾ ਜਿਹੜਾ ਇੱਥੇ ਸੇਵਾ ਕਰਨ ਵਾਸਤੇ ਹੀ ਆਇਆ ਹੋਇਆ ਹੈ। ਹਿਰਨ ਹਿਤ ਪ੍ਰਿਤ ਨਿਕਟ ਪਠਾਇਆ। ਵੇਖਣ ਵਾਸਤੇ ਇੱਕ ਦਾਸ ਆਪਣਾ ਕੋਲ ਭੇਜਿਆ। ਤਬ ਜੀ ਮਗ ਪਾਤਾਲ ਸਿਧਾਇਆ। ਤਬ ਜੀਮਗ ਪਾਤਾਲ ਸਿਧਾਇਆ।
ਜਦੋਂ ਆਪਣਾ ਦਾਸ ਰਾਏ ਬਲਾਰ ਨੇ ਭੇਜਿਆ, ਤਦੋਂ ਹੀ ਜਿਹੜਾ ਸੱਪ ਹੈ ਪਤਾਲ ਵਿੱਚ ਹੀ ਧਸ ਗਿਆ, ਚਲਾ ਗਿਆ ਠਾਂ ਵੱਲ ਨੂੰ। ਪੁਨ ਗਾ ਤੋਰ ਤੁਰੰਗਮ ਰਾਉ। ਰਾਏ ਬਲਾਰ ਨੇ ਫਿਰ ਆਪਣਾ ਘੋੜਾ ਜਿਹੜਾ ਗਾਂ ਵੱਲ ਨੂੰ ਤੋਰਿਆ ਤੇ ਗਿਆ ਹੈ। ਲੱਖ ਅਚਰਜ ਪਸਿਆਨ ਚਿਤ ਚਾਉ। ਚਿੱਤ ਵਿੱਚ ਚਾਅ ਵੇਖਣ ਦਾ ਕਰਕੇ ਅਚਰਜ ਹੈ, ਅਚਰਜ ਜਾਣ ਕੇ ਵੀ ਮੈਂ ਵੀ ਵੇਖਾਂ, ਚਿੱਤ ਵਿੱਚ ਚਾਜਾ ਕੀਤਾ ਰਾਏ ਬੁਲਾਰ ਨੇ। ਨਿਕਟ ਗਏ ਸੁਨ ਖਰਕਾ ਖੁਰਕੋ। ਨੇੜੇ ਜੇ ਗਿਆ ਹੈ ਤੇ ਜਿਹੜਾ ਘੋੜੇ ਤੇ ਚੜਿਆ ਹੋਇਆ ਸੀ, ਘੋੜੇ ਦਾ ਜਿਹੜਾ ਖੋਰਿਆ ਉਹਦਾ ਖੜਕਾ ਜਾ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਤਨ ਸੁਚੇਤ ਭਾ ਬੇਦੀ ਬਰ ਕੋ। ਬੇਦੀ ਕੁਲ ਦੇ ਜੋ ਗੁਰੂ ਨਾਨਕ ਦੇਵ ਮਹਾਰਾਜ ਬੜੇ ਸ੍ਰੇਸ਼ਟ ਹੈ, ਤਨ ਸਰੀਰ ਵਿੱਚ ਸਾਵਧਾਨ ਹੋ ਗਏ ਹੈ। ਲੋਚਨ ਬਿਗਸੇ ਦਲ ਪੁਸ਼ਕਰ ਸੇ। ਕਵਲ ਫੁੱਲ ਵਰਗੇ ਸਤਿਗੁਰ ਜੀ ਦੇ ਜਿਹੜੇ ਨੇਤਰ ਬੜੇ ਚੌੜੇ, ਉਹ ਖਿੜੇ ਐ। ਮੇਚਕ ਤਾਰੇ ਬਰ ਮਦਰਕ ਸੇ। ਨੇੜੇ ਜਿਹੜੇ ਨੇਤਰ ਹੈ ਉਹ ਖਿੜੇ ਆ, ਖੋਲੇ ਐ। ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਉਹ ਕਾਲੀਆਂ ਹੈ, ਸ੍ਰੇਸ਼ਟ ਆ ਭੌਰਿਆਂ ਵਰਗੀਆਂ। ਟਿਗ ਅਰੂੜ ਅਸ ਹੇਰਿਓ ਰਾਈ। ਰਾਏ ਬਲਾਰ ਨੂੰ ਐਵੇਂ ਘੋੜੇ ਤੇ ਸਵਾਰ ਹੋਇਆ ਦੇਖਿਆ ਕੋਲ ਆਉਂਦੇ। ਭੀਰ ਪਟਨ ਕੀ ਸੰਗ ਸਹਾਈ। ਸੂਰਮਿਆਂ ਦੀ ਜਿਹੜੀ ਭੀੜ ਹੈ ਉਹ ਵੀ ਨਾਲ ਸੁਭਨਿਕ ਹੋ ਕੇ ਗਾਂ ਵੱਲ ਆ ਰਹੀ ਗੁਰੂ ਜੀ ਨੇ ਵੇਖੀ ਹੈ। ਉਠ ਤਬ ਸਿਰ ਨਿਵਾਏ ਕੀ ਬੰਧਨ। ਸਤਿਕਾਰ ਕਰਕੇ ਵੀ ਰਾਏ ਬਲਾਰ ਸਾਡੇ ਇਲਾਕੇ ਦੇ ਰਾਜਾ ਜੀ ਵੀ ਹੈ, ਫਿਰ ਬਜ਼ੁਰਗ ਵੱਡੇ ਵੀ ਹੈ। ਉੱਠ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੰਦਨਾ ਨਮਸਕਾਰ ਕੀਤੀ ਹੈ। ਜੋ ਕਲਮਲ ਕਲ ਕਾਲ ਨਿਕੰਦਨ। ਜੋ ਗੁਰੂ ਨਾਨਕ ਸਾਹਿਬ ਜੀ ਕਲਯੁਗ ਦੇ ਸਮੂਹ ਪਾਪਾਂ ਨੂੰ ਕੱਟਣ ਵਾਲੇ ਹੈ, ਕਿ ਰਾਏ ਬਲਾਰ ਬਜ਼ੁਰਗ ਹੋਇਆ ਹੈ, ਵੱਡਾ ਹੈ, ਰਾਜਾ ਵੀ ਹੈ। ਇਵੇਂ ਸਤਿਕਾਰ ਵਜੋਂ ਨਮਸਕਾਰ ਕੀਤੀ, ਬੰਦਨਾ ਕੀਤੀ, ਸੀਸ ਜਾ ਨਵਾ ਕੇ। ਪੁਰ ਪਾਲਕ ਦ੍ਰੁਤ ਉੱਤਰ ਤਰੰਗਾ। ਪੁਰੀ ਦਾ ਪਾਲਕ ਰਾਏ ਬੁਲਾਰ ਜਿਹੜਾ ਹੈ, ਫਿਰ ਘੋੜੇ ਤੋਂ ਬੜੀ ਛੇਤੀ ਉਤਰ ਗਏ। ਪਰ ਰੰਬਨ ਗਰ ਸੰਗ ਅਮੰਗਾ। ਹੁਣ ਰਾਏ ਬੁਲਾਰ ਨੇ ਤੇ ਸਾਰੀ ਗੁਰੂ ਜੀ ਦੀ ਮਹਿਮਾ ਵੇਖ ਲਈ ਸੀ। ਉਹ ਸੱਪ ਦੇ ਰਾਹੀਂ ਤੇ ਬੜੀ ਉਤਸ਼ਾਹ ਪ੍ਰੇਮ ਨਾਲ ਆਪਣੇ ਗਲ ਨਾਲ ਗੁਰੂ ਸਾਹਿਬ ਜੀ ਨੂੰ ਲਾਇਆ ਹੈ, ਗਲ ਵਕੜੀ 'ਚ ਲਿਆ ਹੈ। ਸਾਦਰ ਸੋ ਨਿਜ ਭਰ ਕਰ ਕਨਿਆ। ਕਲਾਵਾ ਜਿਹਾ ਭਰ ਕਰਕੇ ਆਪਣੇ ਬੜਾ ਹੀ ਗੁਰੂ ਨਾਨਕ ਸਾਹਿਬ ਜੀ ਦਾ ਆਦਰ ਸਨਮਾਨ ਕੀਤਾ ਹੈ। ਚੂਮਤ ਮਸਤਕ ਖੁਸ਼ੀ ਸੋ ਕਨਿਆ। ਮੱਥੇ ਨੂੰ ਚੁੰਮਦਾ ਹੈ, ਖੁਸ਼ੀ ਜਿਹਦੇ ਹਿਰਦੇ ਵਿੱਚ ਬੜੀ ਸਮਾ ਗਈ ਹੈ। ਪਾ ਅਧੀਨ ਮਨ ਕਰ ਬਹੁ ਭਾਉ। ਇਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹਦਾ ਮਨ ਚਰਨਾਂ ਵਿੱਚ ਅਧੀਨ ਹੋ ਗਿਆ, ਗੁਰੂ ਜੀ ਦਾ ਪ੍ਰੇਮੀ ਪਿਆਰਾ ਹੋ ਗਿਆ ਹੈ, ਬਹੁਤ ਹੀ ਪ੍ਰੇਮ ਪਿਆਰ ਕਰ ਰਿਹਾ ਮਨ ਕਰਕੇ। ਜਾਣਿਓ ਇਹ ਅਵਤਾਰ ਪ੍ਰਭਾਉ। ਜਾਣ ਗਿਆ ਹੈ ਵੀ ਤੇਜ ਪ੍ਰਤਾਪ ਵਾਲੇ ਤੇ ਕੋਈ ਔਲੀਏ ਪੈਗੰਬਰ ਅਵਤਾਰ ਹੀ ਹੈ ਗੁਰੂ ਨਾਨਕ ਸਾਹਿਬ ਜੀ। ਬਹੁਰ ਨਾ ਮਨ ਕਬ ਕੀਨ ਡੁਲਾਉ। ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਕਿ ਭਾਈ ਗੁਰੂ ਮਹਾਰਾਜ ਜੀ, ਭਾਈ ਬਾਲਾ ਜੀ ਦੇ ਗੁਰੂ ਜੀ ਨੂੰ ਕਹਿੰਦੇ ਹੈ, ਭਾਈ ਸੰਤੋਖ ਸਿੰਘ ਜੀ ਸੰਗਤ ਨੂੰ ਕਹਿੰਦੇ ਕਿ ਭਾਈ ਰਾਏ ਬੁਲਾਰ ਜਿੰਨਾ ਚਿਰ ਬਾਅਦ ਵਿੱਚ ਰਿਹਾ ਨਾ ਜ਼ਿੰਦਗੀ ਵਿੱਚ, ਉਹ ਮਨ ਕਰਕੇ ਉਹਨੇ ਕਦੀ ਨਹੀਂ ਡੋਲਿਆ ਹੈ, ਆਪਣੇ ਮਨ ਨੂੰ ਕਦੀ ਨਹੀਂ ਡੁਲਾਇਆ। ਐਸੀ ਸ਼ਰਧਾ ਬਣ ਗਈ। ਫਿਰ ਕਰ ਸ਼ਰਧਾ ਤਾਂ ਦਿਨ ਰਾਉ। ਉਸ ਦਿਨ ਤੋਂ ਰਾਏ ਬੁਲਾਰ ਦੀ ਜਿਹੜੀ ਸ਼ਰਧਾ ਹਿਰਦੇ ਵਿੱਚ ਟਿਕ ਗਈ ਹੈ, ਸ਼ਰਧਾ ਵਿੱਚ ਟਿਕ ਕਰਕੇ ਐਸਾ ਪੱਕਾ ਹੋ ਗਿਆ, ਫਿਰ ਕਦੀ ਮਨ ਨਹੀਂ ਡੁਲਾਇਆ ਆਪਣਾ ਗੁਰੂ ਸਾਹਿਬ ਜੀ ਦੇ ਉੱਪਰੋਂ। ਪਰਮੇਸ਼ਰ ਸਮ ਜਾਣ ਸੋ ਜਾਨਾ। ਗੁਰੂ ਨਾਨਕ ਸਾਹਿਬ ਜੀ ਨੂੰ ਸੁਗੜ ਸੁਜਾਨ ਜਾਣ ਕੇ ਕਿ ਖੁਦਾ ਹੈ, ਪਰਮੇਸ਼ਰ ਹੈ, ਪਰਮੇਸ਼ਰ ਸਮਾਨ ਹੀ ਸਮਝਿਆ ਹੈ। ਮਨ ਕਰ ਬੰਦ ਹੈ ਪਦ ਰਾਜਾਨਾ। ਰਾਏ ਬੁਲਾਰ ਸਤਿਗੁਰ ਜੀ ਦੇ ਚਰਨ ਕਮਲਾਂ ਉੱਪਰ ਮਨ ਕਰਕੇ ਮੱਥੇ ਟੇਕੀ ਜਾਂਦਾ,
ਅੰਦਰੇ ਅੰਦਰ। ਰੁਕਿਓ ਕੰਠ ਪਰ ਪੂਰਨ ਪ੍ਰੇਮਾ। ਜਿਸ ਦੇ ਹਿਰਦੇ ਵਿੱਚ ਪ੍ਰੇਮ ਬੜਾ ਪਰਿਪੂਰਨ ਹੋ ਗਿਆ ਹੈ, ਰਾਏ ਬਲਾਰ ਦਾ ਤੇ ਜਿਹੜਾ ਕੰਠ ਗਲਾ ਹੀ ਰੁਕ ਗਿਆ ਵਿਰਾਗ ਵਿੱਚ ਆ ਕੇ। ਬੋਲ ਨਾ ਸਕਿਓ ਉਚਿਤ ਪਾਖੇਮਾ। ਬੋਲ ਹੀ ਨਹੀਂ ਸਕਿਆ ਰਾਏ ਬਲਾਰ। ਗੁਰੂ ਸਾਹਿਬ ਜੀ ਦੀ ਮਹਿਮਾ ਐਸੀ ਦੇਖ ਕੇ ਕੰਠ ਰੁਕ ਗਿਆ ਹੈ ਕਿ ਮੈਂ ਕੀ ਵਡਿਆਈ ਕਰਾਂ, ਇਹਦੇ ਖੁਦਾ ਹੀ ਆ ਗਏ ਹੈ। ਬੋਲ ਹੀ ਨਹੀਂ ਸਕਿਆ ਰਾਏ ਬਲਾਰ, ਮੁਕਤੀ ਦੇ ਯੋਗ ਹੋ ਗਿਆ ਹੈ। ਗਾ ਤੁਰੰਗ ਚੜ ਪੁਲਕਤ ਅੰਗਾ। ਅੰਗਾਂ ਵਿੱਚ ਪੁਲਕਾਵਲੀ ਆ ਗਈ ਹੈ, ਲੂੰ ਕੰਡੇ ਖੜੇ ਹੋ ਗਏ ਹੈ। ਘੋੜੇ ਤੇ ਚੜ ਕਰਕੇ ਚਲਾ ਗਿਆ ਰਾਏ ਬਲਾਰ। ਬੈਠਿਓ ਸਦਨਹ ਸੰਗ ਉਮੰਗਾ। ਬੜੇ ਉਤਸ਼ਾਹ ਖੁਸ਼ੀ ਨਾਲ ਆਪਣੇ ਘਰ ਵਿੱਚ ਬੈਠਾ ਹੋਇਆ ਹੁਣ। ਹਿਰਦੇ ਮਨੋਰਥ ਸਾਰ ਵਿਚਾਰਾ। ਹਿਰਦੇ ਵਿੱਚ ਸ੍ਰੇਸ਼ਟ ਵਿਚਾਰਾਂ ਕਰਕੇ ਬੜੇ ਮਨੋਰਥ ਖਿਆਲ ਫੁਰਨੇ ਕਰਦਾ ਰਾਏ ਬੁਲਾਰ। ਇਹ ਮਮ ਭਵ ਬੰਧਨ ਨਿਰਵਾਰਾ। ਸ੍ਰੇਸ਼ਟ ਵਿਚਾਰਾਂ ਕਰਕੇ ਖਿਆਲ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮੇਰੇ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਨੂੰ ਦੂਰ ਕਰ ਦੇਣਗੇ, ਨਿਵਾਰ ਦੇਣਗੇ। ਹੋਏ ਤਰਨ ਜਬ ਤਜ ਲਰਕਾਈ। ਇਹ ਵਿਚਾਰਦਾ ਵੀ ਜਦੋਂ ਇਹ ਬਚਪਨਾ ਆਪਣਾ ਇਹ ਛੱਡ ਦੇਣਗੇ ਨਾ, ਲੜਕਾਈ ਪੁਣਾ, ਤੇ ਜਵਾਨ ਹੋ ਜਾਣਗੇ ਜਦੋਂ। ਕਰਹੁ ਤਬ ਮੈਂ ਬਿਨੈ ਵਡਾਈ। ਤਦੋਂ ਉਹ ਕਹਿੰਦਾ ਮੈਂ ਪਹਿਲਾਂ ਇਹਨਾਂ ਦੀ ਵਡਿਆਈ ਕਰਾਂਗਾ, ਫਿਰ ਬੇਨਤੀ ਕਰਾਂਗਾ। ਜੋਗਨ ਕੋ ਦੁਰਲਭ ਹੈ ਜੋ। ਕਹਿੰਦਾ ਹੈ ਰਾਏ ਬੁਲਾਰ ਵਿਚਾਰਦਾ ਮਨ, ਜੋ ਜੋਗੀਆਂ ਨੂੰ ਪਦ ਪਾਉਣਾ ਬੜਾ ਕਠਿਨ ਹੈ। ਦੇਹ ਪਰਮ ਪਦ ਮੁਝ ਕੋ ਸੋ। ਗੁਰੂ ਨਾਨਕ ਸਾਹਿਬ ਜੀ ਉਹ ਪਰਮ ਪਦ ਮੈਨੂੰ ਸੌਖਾ ਹੀ ਦੇ ਦੇਣਗੇ, ਜਿਸ ਪਦ ਨੂੰ ਪਾਉਣ ਵਾਸਤੇ ਜੋਗੀ ਪ੍ਰਾਣਾਯਾਮ ਯਮ ਨੇਮ ਹਠ ਯੋਗ ਕਰਦੇ ਆ, ਫਿਰ ਵੀ ਬੜੇ ਉਹ ਕਠਿਨਤਾਈ ਨਾਲ ਪਦ ਨੂੰ ਪਾਉਂਦੇ ਆ। ਉਸ ਪਦ ਨੂੰ ਗੁਰੂ ਨਾਨਕ ਸਾਹਿਬ ਜੀ ਮੈਨੂੰ ਬੜਾ ਸੌਖਾ ਹੀ ਦੇ ਦੇਣਗੇ। ਪੂਰਬ ਭਾਗ ਜਗਿਓ ਵੱਡ ਮੇਰਾ। ਰਾਏ ਬਲਾਰ ਵਿਚਾਰਦਾ ਕਹਿੰਦਾ ਮੇਰਾ ਤੇ ਕੋਈ ਪੂਰਬਲਾ ਭਾਗ ਪਿਛਲਾ ਪਹਿਲਾ ਨਸੀਬ ਹੀ ਕੋਈ ਵੱਡਾ ਜਾਗ ਗਿਆ ਹੈ। ਟਿਗ ਖੁਦਾਏ ਤਨ ਥਰਬ ਸਿਰਾ। ਆ ਵੇਖ ਲੋ ਖੁਦਾ ਜਿਹੜਾ ਮੇਰੇ ਕੋਲ ਹੀ ਸਰੀਰ ਧਾਰ ਕੇ ਵਸ ਰਿਹਾ ਹੈ। ਬੋਲਣ ਮਿਲਨੇ ਕੋ ਫਲ ਜਾਸੂ। ਜਿਸ ਖੁਦਾ ਨਾਲ ਬੋਲਣ ਤੇ ਮਿਲਣ ਨਾਲ ਬਹੁਤ ਜ਼ਿਆਦਾ ਫਲ ਹੈ, ਉਹ ਗੁਰੂ ਨਾਨਕ ਸਾਹਿਬ ਜੀ ਹੈ। ਜਿਨ੍ਹਾਂ ਨਾਲ ਬੋਲਣ ਦਾ ਬੜਾ ਫਲ ਹੈ, ਮਿਲਣ ਦਾ ਬੜਾ ਫਲ ਹੈ। ਵੇਦ ਕਤੇਬ ਨਾ ਕਹਿ ਸਕਤਾ ਸੂ। ਜਿਸ ਪਰਮੇਸ਼ਰ ਦੀਆਂ ਚਾਰ ਵੇਦ ਸ਼ਾਮ ਰਿਗ ਜਜੁਰ ਅਥਰਵਣ ਤੇ ਕਤੇਬ ਤੋਰੇਤ ਅੰਜੀਲ ਜੰਬੂਰ ਕੁਰਾਨ, ਜਿਸ ਪਰਮੇਸ਼ਰ ਦੀ ਮਹਿਮਾ ਨਹੀਂ ਨਾ ਕਹਿ ਸਕਦੇ, ਗੁਰੂ ਨਾਨਕ ਸਾਹਿਬ ਜੀ ਉਹ ਹਨ। ਪ੍ਰਿਤ ਭੇਜ ਕਾਲੂ ਬੁਲਵਾਇਓ। ਆਪਣੇ ਨੌਕਰ ਨੂੰ ਭੇਜ ਕੇ ਬਾਬਾ ਕਾਲੂ ਜੀ ਨੂੰ ਬੁਲਵਾਇਆ ਇਸਨੇ। ਕਰ ਆਦਰ ਨਿਜ ਨਿਕਟ ਬਿਠਾਇਓ। ਬੜਾ ਆਦਰ ਸਨਮਾਨ ਕੀਤਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਹੈ, ਹੁਣੇ ਮੇਰੇ ਪਟਵਾਰੀ ਨਹੀਂ ਗੇ, ਇਹਦੇ ਖੁਦਾ ਦੇ ਪਿਤਾ ਹੈ। ਬੜਾ ਆਦਰ ਸਨਮਾਨ ਕਰਕੇ ਕੋਲ ਬਿਠਾਇਆ ਹੈ। ਨਿਜ ਸੁਤ ਕੋ ਸੁਤ ਜਾਣੋ ਨਾਹੀ। ਹੱਥ ਜੋੜ ਕੇ ਕਹਿੰਦਾ ਕਲਿਆਣ ਚੰਦ, ਮੈਂ ਤੇਰੇ ਅੱਗੇ ਬੇਨਤੀ ਕਰਕੇ ਕਹਿਣਾ, ਵੇਖਿਓ ਕਿਤੇ ਆਪਣੇ ਪੁੱਤਰ ਨੂੰ ਪੁੱਤਰ ਨਾ ਸਾਰੀ ਉਮਰ ਜਾਣੀ। ਭਾ ਅਵਤਾਰ ਤੋਹੇ ਘਰ ਮਾਹੀ। ਇਹ ਤੇਰੇ ਘਰ ਦੇ ਵਿੱਚ ਖੁਦਾ ਦਾ ਅਵਤਾਰ ਹੀ ਹੋਏ ਐ। ਜਾਗਿਓ ਗਰਭ ਭਾਗ ਜਗ ਤੇਰੋ। ਕਲਿਆਣ ਚੰਦ, ਜਗਤ ਵਿੱਚ ਤੇਰਾ ਤੇ ਕੋਈ ਵੱਡਾ ਭਾਰੀ ਭਾਗ ਹੀ ਜਾਗਿਆ ਹੈ। ਤਬ ਸੰਸਰ ਕੋ ਔਰ ਨਾ ਹੇਰੋ। ਤੇਰੇ ਬਰਾਬਰ ਦਾ ਮੈਂ ਦੁਨੀਆ ਇਸ ਧਰਤੀ ਮੰਡਲ ਬ੍ਰਹਿਮੰਡ ਵਿੱਚ ਕੋਈ ਨਹੀਂ ਦੇਖ ਰਿਹਾ। ਅਸਨ ਬਸਨ ਸਾਦਰ ਸੋ ਦੀਜੈ। ਇਸ ਕਰਕੇ ਮੈਂ ਕਹਿੰਦਾ ਹਾਂ, ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਭੋਜਨ ਤੇ ਵਸਤਰ ਬੜੇ ਆਦਰ ਸਨਮਾਨ ਨਾਲ ਹੀ ਦਿਆ ਕਰੋ। ਅਵਹੇਲਨ ਨਹ ਤਿਨ ਕੋ ਕੀਜੈ। ਤੇ ਕਦੇ ਵੀ ਉਹਨਾਂ ਦਾ ਵੇਖੋ ਕਿਤੇ ਨਿਰਾਦਰ ਨਾ ਕਰ ਦਿਓ, ਜਿਵੇਂ ਮੋਹ ਮਮਤਾ
ਕਿਹਦੇ ਵਿੱਚ ਫਸ ਗਏ। ਤਾਤ ਜਾਨ ਦੁਰਬਚਨ ਨਾ ਭਾਖੋ। ਘਰ ਦੇ ਪਦਾਰਥਾਂ ਕਰਕੇ ਕਦੇ ਉਹਨਾਂ ਦਾ ਨਿਰਾਦਰ ਨਾ ਕਰ ਦਿਓ, ਤੇ ਨਾ ਹੀ ਕਦੀ ਕਿ ਸਾਡੇ ਪੁੱਤਰ ਹੈ ਗੁਰੂ ਨਾਨਕ ਸਾਹਿਬ ਜੀ, ਪੁੱਤਰ ਜਾਣ ਕੇ ਖੋਟਾ ਬਚਨ ਵੀ ਨਾ ਕਦੀ ਮੁਖੋਂ ਕਹਿਓ ਉਹਨਾਂ ਨੂੰ। ਪਰਮੇਸ਼ਰ ਸਮ ਸ਼ਰਧਾ ਰੱਖੋ। ਇਹੀ ਜਾਣੋ ਕਿ ਪਰਮੇਸ਼ਰ ਜੋ ਵਾਹਿਗੁਰੂ ਹੈ, ਜੋ ਖੁਦਾ ਹੈ, ਉਸ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਾਰਨ ਕੀਤਾ ਹੈ। ਪਰਮੇਸ਼ਰ ਹੀ ਸਾਡੇ ਘਰ ਹੋਏ ਹੈ। ਪਰਮੇਸ਼ਰ ਸਮਾਨ ਹੀ ਗੁਰੂ ਨਾਨਕ ਸਾਹਿਬ ਜੀ ਉੱਪਰ ਸ਼ਰਧਾ ਰੱਖੋ। ਪੁਨ ਬੁਲਾਰ ਕਾਲੂ ਕੇ ਸਾਥਾ। ਫਿਰ ਰਾਏ ਬੁਲਾਰ ਨੇ ਬਾਬਾ ਕਾਲੂ ਦੇ ਨਾਲ ਕਹੀ ਸਰਪ ਕੀ ਸਭ ਵਿਦ ਗਾਥਾ। ਜਿਹੜੀ ਸਭ ਦੀ ਹੈ ਸਾਰੀ ਕਥਾ ਹੈ, ਉਹ ਚੰਗੀ ਤਰ੍ਹਾਂ ਕਹੀ ਹੈ। ਆਤਪ ਤਪਤ ਹੈ ਤੇ ਕੀ ਛਾਇਆ। ਕਹਿੰਦੇ ਹੈ ਕਿ ਜਿਹੜੀ ਧੁੱਪ ਹੈ, ਕਹਿੰਦੇ ਰਾਏ ਬੁਲਾਰ ਕਹਿਣ ਲੱਗਾ ਕਿ ਵੇਖੋ ਕਲਿਆਣ ਚੰਦ ਜੀ, ਧੁੱਪ ਦੀ ਤਪਸ਼ ਤੇ ਇਹ ਧੁੱਪ ਦੀ ਬੜੀ ਤਪਸ਼ ਪੈ ਰਹੀ ਸੀ, ਉਸ ਤੋਂ ਬਚਾਉਣ ਵਾਸਤੇ ਵੀ ਗੁਰੂ ਨਾਨਕ ਸਾਹਿਬ ਜੀ ਉੱਪਰ ਧੁੱਪ ਨਾ ਰਵੇ, ਇਵੇਂ ਇੱਕ ਚਿੱਟੇ ਰੰਗ ਦਾ ਸੱਪ ਬੜਾ ਫਨ ਖਿਲਾਰ ਕੇ ਛਾਇਆ ਕੀਤੀ ਹੋਈ ਸੀ। ਹਮ ਹੈ ਹੀਰ ਨਿਜ ਦੇਹ ਦੁਰਾਇਆ। ਉਹ ਸੱਪ ਨੇ ਜਦੋਂ ਸਾਨੂੰ ਦੇਖਿਆ ਹੈ ਤੇ ਆਪਣੇ ਆਪ ਨੂੰ ਉਸਨੇ ਛੁਪਾ ਲਿਆ, ਲੁਕਾ ਲਿਆ, ਐਵੇਂ ਪਤਾ ਹੀ ਨਹੀਂ ਲੱਗਾ ਕਿੱਧਰ ਧਸ ਗਿਆ। ਸੁਨ ਕਰ ਕਾਲੂ ਕਹਿਤ ਭੁਲਾਜੂ। ਭਲਾ ਜੋ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਆ, ਠੀਕ ਹੈ ਮਹਾਰਾਜ। ਹੋਏ ਤਾਂ ਜਾਨੀ ਜਾਏ ਕਲਾਜੂ। ਹਾਂ, ਇਹਨਾਂ ਵਿੱਚ ਕੋਈ ਕਲਾ ਸ਼ਕਤੀ ਹੋ ਤੇ ਆਪੇ ਉਹ ਜਾਣੀ ਜਾਊਗੀ, ਤੁਸੀਂ ਕਹਿੰਦੇ ਹੋ ਤੇ ਮੰਨ ਹੀ ਲੈਨੇ ਆ। ਅਸ ਕਹਿ ਗਇਓ ਅਸ਼ਰਦਾ ਧਾਰੀ। ਇਸ ਤਰ੍ਹਾਂ ਕਹਿ ਕਰਕੇ ਬਾਬਾ ਕਲਿਆਣ ਚੰਦ ਘਰ ਨੂੰ ਚਲੇ ਗਏ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਅਸ਼ਰਧਾ ਦੀ ਧਾਰੀ ਹੋਈ ਹੈ। ਸ਼ਰਧਾ ਨਹੀਂ ਬੱਜੀ ਕੋਈ, ਉਹ ਮਾਇਆ ਦਾ ਐਸਾ ਪ੍ਰਭਾਵ ਜਿਹਾ ਪਿਆ ਹੈ, ਭਰੋਸਾ ਨਹੀਂ ਆਉਂਦਾ। ਮਾਇਆ ਮੋਹ ਪਰਬਲ ਜਿਹ ਭਾਰੀ। ਜਿਸ ਬਾਬਾ ਕਲਿਆਣ ਚੰਦ ਉੱਪਰ ਮਾਇਆ ਦਾ ਮੋਹ ਬੜਾ ਬਲ ਵਾਲਾ ਭਾਰੀ ਪਿਆ ਹੋਇਆ ਹੈ। ਤਿਉ ਸੋ ਕਰੇ ਜਿਉ ਪ੍ਰੇਰੇ ਨਿਯੰਤਾ। ਤਿਉ ਸੋ ਕਰੇ ਜਿਉ ਪ੍ਰੇਰੈ ਨਿਯੰਤਾ। ਨਿਯੰਤਾ ਜਿਹੜਾ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਹੈ, ਜਿਸ ਤਰ੍ਹਾਂ ਉਹ ਮਾਇਆ ਨੂੰ ਪ੍ਰੇਰਦਾ, ਮਾਇਆ ਇਸੇ ਤਰ੍ਹਾਂ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਰੂਪ, ਜਿਸ ਤਰ੍ਹਾਂ ਹੀ ਇਵੇਂ ਬਾਬਾ ਕਲਿਆਣ ਚੰਦ ਜੀ ਨੂੰ ਪ੍ਰੇਰਦੇ ਉਹ ਤਿਉਂ ਹੀ ਕਰਦੇ ਹੈ। ਜਿਉ ਜੰਤੀ ਵਸ ਵਾਜਹ ਜਨਤਾ। ਜਿਸ ਤਰ੍ਹਾਂ ਵਾਜਾ ਵਜਾਉਣ ਵਾਲੇ ਦੇ ਵਸ ਉਹ ਵਾਜਾ ਹੁੰਦਾ, ਉਵੇਂ ਵਜਾਉਂਦਾ ਹੈ। ਇਸੇ ਤਰ੍ਹਾਂ ਜਿਹੜੇ ਜੀਵ ਰੂਪ ਵਾਜੇ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਵਜਾਉਣਾ ਚਾਹੁੰਦੇ ਉਸੇ ਤਰ੍ਹਾਂ ਵੱਜਦੇ, ਉਸੇ ਤਰ੍ਹਾਂ ਦੀ ਬੋਲੀ ਜੀ ਬੋਲਦੇ ਹੈ। ਦਾਰ ਨਾਰ ਕੋ ਕਿਆ ਗੁਣ ਦੋਸ਼ੂ। ਇਹ ਜਿਹੜੇ ਜੀਵ ਹੈ ਤੇ ਕਾਠ ਦੀਆਂ ਪੁਤਲੀਆਂ ਹੈ, ਜੜ ਜੀਆਂ। ਜਿਹੜੀ ਕਾਠ ਦੀ ਪੁਤਲੀ ਹੈ ਉਹਦੇ ਵਿੱਚ ਕੀ ਗੁਣ ਵੇਖਣਾ ਹੈ ਤੇ ਕੀ ਦੋਸ਼ ਵੇਖਣਾ ਹੈ। ਤੇ ਪਰ ਕਿਆ ਪ੍ਰਸਾਦ ਕਿਆ ਰੋਸੂ। ਉਸ ਉੱਪਰ ਕੀ ਖੁਸ਼ੀ ਕਰਨੀ, ਕੀ ਰੋਸ ਕਰਨਾ ਹੈ, ਕੀ ਗਮੀ ਕਰਨੀ ਹੈ, ਕੀ ਉਤੇ ਖੁਸ਼ੀ ਕਰਨੀ, ਕੀ ਗੁਣ ਤੇ ਕੀ ਦੋਸ਼ ਵੇਖਣਾ। ਤੇ ਹੈ ਹੀ ਕਾਠ ਲੱਕੜ ਦੀ ਪੁਤਲੀ। ਸ਼੍ਰੀ ਨਾਨਕ ਅਨਸਾਰੀ ਮਾਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹਦੇ ਮਾਇਆ ਅਨੁਸਾਰੀ ਆਗਿਆ ਵਿੱਚ ਹੈ। ਜਸ ਇੱਛਾ ਕਰਹੀ ਤਸ ਛਾਇਆ। ਜਿਸ ਤਰ੍ਹਾਂ ਦੀ ਗੁਰੂ ਜੀ ਇੱਛਾ ਕਰਦੇ ਤੇ ਇਸ ਤਰ੍ਹਾਂ ਮਾਇਆ ਛਾਇਆ ਕਰਦੀ, ਆਪਣਾ ਪ੍ਰਭਾਵ ਜਿਹਾ ਪਾਉਂਦੀ ਜੀਵਾਂ ਉੱਪਰ। ਹਲਮ ਆਏ ਔਰ ਹਰਖ ਸਮੇਤੂ। ਬੜੀ ਖੁਸ਼ੀ ਦੇ ਸਮੇਤ ਹਿਰਦੇ ਵਿੱਚ ਹੋ ਗਏ ਬਾਬਾ ਕਾਲੂ ਜੀ ਘਰ ਆ ਗਏ ਆ ਮੁੜ ਕੇ। ਕਰਹਿ ਹੇਤ ਬੇਦੀ ਕੁਲ ਕੇਤੂ। ਬੇਦੀਆਂ ਦੀ ਕੁਲ ਦੇ ਜੋ ਤੁਝਾ ਰੂਪ ਗੁਰੂ ਨਾਨਕ ਸਾਹਿਬ ਜੀ
ਉਹਨਾਂ ਨਾਲ ਪ੍ਰੇਮ ਪਿਆਰ ਜਾ ਕਰਦੇ ਰਾਏ ਬਲਾਰ ਦੇ ਕਹਿਣ ਤੇ। ਕਛ ਪ੍ਰਸੰਨਤਾ ਸੁਰਬੀਚਾਰੀ। ਕੁਝ ਇਹ ਵੀ ਖੁਸ਼ੀ ਸੀ ਵੀ ਇਹ ਹੁਣ ਗਾਵਾਂ ਮੱਝਾਂ ਵੀ ਚਾਰਦੇ ਆ। ਗੁਰੂ ਸਾਹਿਬ ਜੀ ਨੇ ਗਾਵਾਂ ਮੱਝਾਂ ਨੂੰ ਚਾਰਿਆ ਹੋਇਆ ਸੀ, ਇਹ ਕੁਝ ਪ੍ਰਸੰਨਤਾ ਖੁਸ਼ੀ ਸੀ। ਨ੍ਰਿਪ ਬੁਲਾਰ ਨਤ ਬਹੁਰ ਉਚਾਰੀ। ਰਾਏ ਬਲਾਰ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਉਸ ਉਚਾਰਨਾ ਕੀਤੀ ਸੀ, ਤਾਂ ਵੀ ਬਾਬਾ ਕਲਿਆਣ ਚੰਦ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰੇਮ ਕਰ ਰਹੇ ਹੈ। ਜਾਂ ਤੇ ਕਰਤ ਦੁਲਾਰ ਵਿਸਾਲਾ। ਇਸੇ ਵਾਸਤੇ ਬਹੁਤਾ ਪ੍ਰੇਮ ਪਿਆਰ ਜਾ ਕਰਦੇ ਆ ਬਾਬਾ ਕਾਲੂ ਜੀ। ਸੀਤਲ ਲੋਚਨ ਦੇਖ ਕਿਰਪਾਲਾ। ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕੇ ਆਪਣੇ ਨੇਤਰ ਠੰਡੇ ਕਰਦੇ ਹੈ। ਤਾ ਦਿਨ ਤੇ ਤਲਵੰਡੀ ਪੁਰ ਮੈਂ। ਉਸ ਦਿਨ ਤੋਂ ਹੀ ਰਾਏ ਭੋਏ ਦੀ ਤਲਵੰਡੀ ਪੁਰੀ ਵਿੱਚ ਮਹਿਮਾ ਕਰਤ ਪਏ ਕਰ ਘਰ ਮੈਂ। ਘਰ ਘਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾ ਕਰਦੇ ਆ ਸਾਰੇ ਵਡਿਆਈ। ਕਹਿ ਪਰਸਪਰ ਮਿਲ ਨਰ ਨਾਰੀ। ਇਵੇਂ ਨਰ ਨਾਰੀਆਂ ਬੀਬੀਆਂ ਔਰਤਾਂ ਬੱਚੇ ਬਜ਼ੁਰਗ ਸਾਰੇ ਆਪੋ ਵਿੱਚ ਹੀ ਮਿਲ ਕੇ ਇਵੇਂ ਕਹਿੰਦੇ ਹੈ। ਸਰਪ ਛਾਉ ਨ੍ਰਿਪ ਨੈਣ ਨਿਹਾਰੀ। ਕਹਿੰਦੇ ਵੀ ਵੇਖ ਲੋ ਸੱਪ ਨੇ ਜਿਹੜੀ ਛਾਂ ਗੁਰੂ ਨਾਨਕ ਸਾਹਿਬ ਜੀ ਦੇ ਕੀਤੀ ਹੋਈ ਸੀ, ਉਹ ਧੁੱਪੇ ਪਏ ਹੋਏ ਸੀ। ਸੱਪ ਬੜਾ ਚੌੜਾ ਚਿੱਟੀ ਫਨ ਵਾਲਾ ਉਹਨੇ ਛਾਂ ਕੀਤੀ ਹੋਈ ਸੀ। ਜਿਹੜਾ ਆਪਣੇ ਨਗਰ ਦੇ ਰਾਜਾ ਰਾਏ ਬੁਲਾਰ ਜੀ ਉਹਨੇ ਆਪਣੀ ਅੱਖੀਂ ਦੇਖਿਆ ਹੈ। ਬਹੁ ਆਦਰ ਕਰ ਕੰਠ ਲਗਾਇਓ। ਉਹਨੇ ਇਵੇਂ ਵੇਖਿਆ ਹੈ ਤੇ ਬਹੁਤ ਆਦਰ ਕਰਕੇ ਫਿਰ ਆਪਣੇ ਕੰਠ ਨਾਲ ਲਗਾਇਆ ਵੀ ਇਹਦੇ ਮਹਾਨ ਹੈ ਜਿਨ੍ਹਾਂ ਨੂੰ ਸੱਪ ਨੇ ਕੁਝ ਨਹੀਂ ਕਿਹਾ। ਸਦਨ ਆਨ ਜਸ ਬਦਨ ਅਲਾਇਓ। ਘਰ ਆ ਕੇ ਵੀ ਬੜਾ ਜਸ ਮੁਖੋਂ ਕਿਹਾ ਹੈ ਆਪਣੇ ਦਾਸਾਂ ਨੂੰ, ਸੇਵਕਾਂ ਨੂੰ, ਪਰਿਵਾਰ ਨੂੰ। ਫਿਰ ਬਾਬਾ ਕਲਿਆਣ ਚੰਦ ਜੀ ਨੂੰ ਕੋਲ ਬੁਲਾ ਕੇ ਵੀ ਬੜਾ ਜਸ ਵਡਿਆਈ ਮੁਖੋਂ ਕਹੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਕਲਾਵਾਨ ਕਾਰੂ ਸੁਤ ਕੋਈ। ਇਸ ਕਰਕੇ ਵੀ ਜਿਹੜਾ ਬਾਬਾ ਕਲਿਆਣ ਚੰਦ ਜੀ ਦੇ ਪੁੱਤਰ ਹੈ ਉਹਦੇ ਕੋਈ ਨਾ ਕੋਈ ਸ਼ਕਤੀਆਂ ਵਾਲਾ ਕਲਾਵਾਨ ਹੀ ਮਹਾਂਪੁਰਸ਼ ਹੈ। ਪ੍ਰਗਟ ਨਾ ਹੋਤ ਆਪਨਵ ਕੋ ਗੋਈ। ਆਪਣਾ ਪਾਉ ਗੋਈ, ਪਰ ਫਿਰ ਵੀ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ ਹੈ, ਗੁਪਤੀ ਰੱਖਦੇ, ਪ੍ਰਗਟ ਨਹੀਂ ਹੁੰਦੇ ਕਿ ਅਸੀਂ ਖੁਦਾ ਪਰਮੇਸ਼ਰ ਆਪ ਆਏ ਹੋਏ ਹਾਂ। ਅਸਬਿਦ ਬੀਤੀ ਰੁੱਤ ਬਸੰਤਾ। ਇਸ ਤਰ੍ਹਾਂ ਬਸੰਤ ਰੁੱਤ ਚੇਤ ਵਿਸਾਖ ਦਾ ਜਿਹੜਾ ਸਮਾਂ ਹੈ ਉਹ ਬੀਤ ਗਿਆ ਹੈ। ਚਾਰਤ ਸੁਰਬੀ ਸ਼੍ਰੀ ਜਗਕੰਤਾ। ਜਗਤ ਦੇ ਮਾਲਕ ਗਾਵਾਂ ਮੱਝਾਂ ਨੂੰ ਗੁਰੂ ਨਾਨਕ ਸਾਹਿਬ ਜੀ ਚਾਰਦੇ ਐ। ਪੁਨ ਗਰੀਖਮ ਰਿਤ ਕੀਨੋ ਜੋਰਾ। ਵਿਸਾਖ ਦਾ ਮਹੀਨਾ ਜੇ ਖਤਮ ਹੋ ਗਿਆ, ਜੇਠ ਚੜ ਗਿਆ ਹੈ। ਜੇਠ ਹਾੜ ਦੇ ਮਹੀਨੇ ਨੂੰ ਗਰੀਖ ਮਰੁੱਤ ਕਿਹਾ ਜਾਂਦਾ ਹੈ। ਇਵੇਂ ਗਰੀਖ ਮਰੁੱਤ ਨੇ ਆਪਣਾ ਜ਼ੋਰ ਕਰ ਦਿੱਤਾ ਹੈ। ਤਪਤ ਪਈ ਅਤਸ਼ਾ ਚਹੁ ਓਰਾ। ਚਾਰ ਸਫੇਰੇ ਬਹੁਤ ਜਿਹੜੀ ਤਪਸ਼ ਪੈ ਰਹੀ ਹੈ, ਧੁੱਪ। ਤਪਹਿ ਹਿਰਦਾ ਜਿਵ ਮਤ ਸਰ ਧਾਰੀ। ਇਸ ਤਰ੍ਹਾਂ ਜਿਵੇਂ ਈਰਖਾਲੂ ਜਿਹੜਾ ਈਰਖਾ ਕਰਨ ਵਾਲੇ ਦਾ ਹਿਰਦਾ ਤਪਦਾ ਹੈ। ਤਿਉ ਤਪ ਗਈ ਭੂਮਿਕਾ ਸਾਰੀ। ਜਿਵੇਂ ਈਰਖਾ ਧਾਰਨ ਵਾਲੇ ਦਾ ਹਿਰਦਾ ਤਪਦਾ ਹੈ, ਤਿਵੇਂ ਸਾਰੀ ਧਰਤੀ ਜਿਹੜੀ ਆ ਜੇਠ ਹਾੜ ਦੇ ਮਹੀਨਾ ਵਿੱਚ ਤਪ ਗਈ ਹੈ। ਬਹਿਤ ਜੋਰ ਸੋ ਤਪਤ ਸਮੀਰਾ। ਜਿਹੜੀ ਹਵਾ ਹੈ ਉਹ ਵੀ ਤੱਤੀ ਬੜੀ ਜ਼ੋਰ ਨਾਲ ਤਪਸ਼ ਵਾਲੀ ਵਹਿ ਰਹੀ ਹੈ, ਵਗ ਰਹੀ ਹੈ। ਜੋ ਤਪ ਹੈ ਨਰ ਨਾਰ ਸਰੀਰਾ। ਜੋ ਐਸੀ ਤੱਤੀ ਹਵਾ ਬੰਦੇ ਤੇ ਇਵੇਂ ਔਰਤਾਂ ਦੇ ਸਰੀਰ ਨੂੰ ਵੀ ਬੜਾ ਤਪਾਉਂਦੀ ਹੈ। ਜਿਉ ਖਲ ਉਚਰਹਿ ਬਚਨ ਕੁਢਾਲੀ। ਜਿਵੇਂ ਮੂਰਖ ਆਪਣੇ ਮੁਖ ਤੋਂ ਬੜੇ ਮੰਦੇ ਬਚਨ ਉਚਾਰਦਾ ਕਹਿੰਦਾ ਹੈ। ਹਿਰਦਾ ਤਪਾਏ ਦੇਤ ਰਿਸ ਨਾਲੀ। ਐਸਾ ਮੂਰਖ ਮੰਦੇ ਬਚਨ ਉਚਾਰਦਾ ਗੁੱਸੇ ਨਾਲ
ਦੂਸਰੇ ਦਾ ਤਾਂ ਹਿਰਦਾ ਹੀ ਤਪਾ ਦਿੰਦਾ ਹੈ। ਮਾਰ ਤੰਡ ਕੀ ਚੰਡ ਮਰੀਚਾ। ਸੂਰਜ ਦੀਆਂ ਜਿਹੜੀਆਂ ਕਿਰਨਾਂ ਉਹ ਬੜੀਆਂ ਤਿੱਖੀਆਂ ਤੇਜ਼ ਵੱਜ ਰਹੀਆਂ ਹੈ। ਦੁਖੀ ਜੀਵ ਲਗ ਤਾਲਨ ਵਿਚਾ। ਦੁਖੀ ਜੀਵ ਲਗ ਤਾਲਣ ਵਿਚਾ। ਤਲਾਵਾਂ ਛੋਟਿਆਂ ਦੇ ਵਿੱਚ ਜਿਹੜੇ ਜੀਵ ਉਹ ਵੀ ਬੜੇ ਦੁਖੀ ਹੋ ਰਹੇ ਹੈ। ਜਿਉ ਜਗ ਭਗਤ ਹੀਨ ਹੈ ਪ੍ਰਾਨੀ। ਜਿਸ ਤਰ੍ਹਾਂ ਜਗਤ ਦੁਨੀਆ ਦੇ ਵਿੱਚ ਭਗਤੀ ਤੋਂ ਹੀਣ ਪ੍ਰਾਣੀ ਪ੍ਰਾਣਾਧਾਰੀ ਜੀਵ ਦੁਖੀ ਹੁੰਦਾ ਹੈ। ਜਨਮ ਮਰਨ ਮਹਿ ਨਿਤ ਦੁਖ ਖਾਨੀ। ਉਹ ਦੁੱਖਾਂ ਦੀ ਖਾਣ ਹਮੇਸ਼ਾ ਜਿਹੜਾ ਜਨਮ ਮਰਨ ਹੈ ਉਹਦੇ ਵਿੱਚ ਹੀ ਪਿਆ ਹੋਇਆ ਦੁਖੀ ਹੁੰਦਾ ਰਹਿੰਦਾ ਭਗਤੀ ਤੋਂ ਹੀਣਾ ਪੁਰਸ਼। ਸੁਖ ਜਲ ਕਰਦਮ ਬਿਹਰਾਨੀ। ਜਾਲ ਜਿਹੜੇ ਤਲਾਵਾਂ ਵਿੱਚ ਸੁੱਕ ਗਏ ਐ, ਚਿੱਕੜ ਜਿਹੜੇ ਉਹ ਵੀ ਵਿਚਰਤ ਜੇ ਆ ਪਾੜ ਗਏ, ਵਿਆਕਲ ਜੇ ਹੋ ਗਏ ਐ। ਜਨ ਪ੍ਰੇਮੀ ਔਰ ਸਿੱਖ ਸਿਖਾਨੀ। ਮਾਨੋ ਕਿ ਪ੍ਰੇਮੀਆਂ ਨੂੰ ਉਹ ਸਿੱਖਿਆ ਹੀ ਦੇ ਰਿਹਾ ਹੈ ਚਿੱਕੜ, ਕਿ ਵੇਖ ਲਓ ਆ ਜਲ ਸੁੱਕ ਗਿਆ ਹੈ ਤਲਾਵਾਂ ਵਿੱਚੋਂ, ਤੁਸੀਂ ਚਿੱਕੜ ਹੋ ਕੇ ਵੀ ਪਾੜ ਗਏ, ਵਿਚਲਤ ਜੇ ਹੋ ਗਏ ਆ। ਤੁਸੀਂ ਤੇ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਪ੍ਰੇਮੀ ਹੋ, ਤੁਹਾਡੇ ਹਿਰਦੇ ਕਿਉਂ ਨਹੀਂ ਐਵੇਂ ਪਾੜ ਗਏ, ਵਾਹਿਗੁਰੂ ਤੋਂ ਵਿਛੜ ਕੇ ਐਵੇਂ ਸਿੱਖਿਆ ਹੀ ਦੇ ਰਹੇ ਐ। ਸਹਿਤ ਧੂਰ ਬਹੁ ਭ੍ਰਮਤ ਬਗੂਰਾ। ਧੂੜ ਮਿੱਟੀ ਦੇ ਨਾਲ ਬਹੁਤ ਜਿਹੜੇ ਵਾਵ ਰੋਲੇ ਘੁੰਮ ਰਹੇ ਐ। ਜੋ ਮਤ ਭ੍ਰਮਤ ਬਿਨਾ ਗੁਰ ਪੂਰੇ। ਜਿਵੇਂ ਬਿਨਾ ਗੁਰੂ ਪੂਰੇ ਤੋਂ ਖੋਟੇ ਲੋਕਾਂ ਦੀ ਮਤ ਭਰਮਦੀ ਫਿਰਦੀ, ਕਦੀ ਲਾਲਾਂ ਵਾਲੇ ਪੀਰ ਦੇ ਦਿਵਾਲੇ, ਕਦੀ ਲੱਖ ਦਾਤੇ ਦਿਵਾਲੇ, ਕਦੀ ਜਗਰਾਤੇ ਕਰਾਉਂਦੇ ਫਿਰਦੇ ਐ, ਕਦੀ ਅੱਜ ਠੇਰਿਆਂ ਨੂੰ ਮੰਨੀ ਜਾਂਦੇ ਐ, ਕਦੀ ਵਡਭਾਗ ਸਹੁੰ ਦੇ, ਕਦੀ ਬਿਆਸਾ ਦੇ, ਕਦੀ ਨਿਰੰਕਾਰੀਆਂ ਦੇ ਪਿੱਛੇ ਤੁਰੇ ਫਿਰਦੇ ਐ। ਜਿਵੇਂ ਬਿਨਾ ਗੁਰੂ ਪੂਰੇ ਤੋਂ ਖੋਟੇ ਲੋਕਾਂ ਦੀ ਮਤ ਭਰਮਦੀ ਹੈ, ਐਵੇਂ ਵਾਵ ਰੋਲੇ ਘੁੰਮ ਘੁੰਮ ਮਿੱਟੀ ਸਹਿਤ ਹੋ ਕੇ ਆ ਰਹੇ ਬਾਰ-ਬਾਰ। ਮ੍ਰਿਗ ਤ੍ਰਿਸ਼ਨਾ ਕੋ ਹੀਰਹਿ ਨੀਰਾ। ਹਿਰਨ ਜਿਹੜੇ ਐ ਪਾਣੀ ਦੀ ਤ੍ਰਿਸ਼ਨਾ ਕਰਕੇ ਆ ਦੌੜ ਕੇ ਵੇਖ ਕੇ ਭੱਜਦੇ ਐ। ਦੌਰਤ ਮ੍ਰਿਗ ਨਹਿ ਪਾਵਹਿ ਧੀਰਾ। ਹਿਰਨ ਪਾਣੀ ਦੀ ਤ੍ਰਿਸ਼ਨਾ ਨੂੰ ਵੇਖ ਕੇ ਦੌੜਦੇ ਐ ਤੇ ਵਿਚਾਰੇ ਹਿਰਨ ਧੀਰਜ ਨਹੀਂ ਪਾਉਂਦੇ। ਉਹ ਵਿਚਾਰੇ ਭੱਜਦੇ ਹੁੰਦੇ ਆ ਨਾ ਕਿ ਗਰਮੀ ਵਿੱਚ ਉਹ ਮਾਰੂ ਥਲਾਂ ਦੇ ਸੁੱਕੇ ਥਾਵਾਂ 'ਤੇ ਐਂ ਲੱਗਦਾ ਹੈ ਕਿ ਜਿਵੇਂ ਉਹ ਪਾਣੀ ਹੁੰਦਾ, ਭੱਜ ਕੇ ਨੇੜੇ ਜਾਂਦਾ ਤੇ ਉੱਥੇ ਕੁਝ ਵੀ ਨਹੀਂ ਹੁੰਦਾ, ਉਹ ਸਾਰੀ ਗਰਮੀ ਹੁੰਦੀ ਹੈ। ਦੌੜਦੇ ਆ ਹਿਰਨ, ਧੀਰਜ ਨਹੀਂ ਪਾਉਂਦੇ। ਜਿਉ ਮਨ ਬਿਖਿ ਸੁਖਨ ਹਿਤ ਧਾਈ। ਜਿਸ ਤਰ੍ਹਾਂ ਮਨ ਵਿਸ਼ੇ ਸੁੱਖ ਵਾਸਤੇ ਆ ਦੌੜਦਾ ਹੀ ਰਹਿੰਦਾ ਹੈ। ਤ੍ਰਿਪਤ ਨਾ ਹੋਤ ਨਾ ਥਿਰਤਾ ਪਾਈ। ਵਿਸ਼ਿਆਂ ਤੋਂ ਕਦੀ ਰੱਜਦਾ ਨਹੀਂ ਹੈ, ਟਿਕਾ ਪਾਉਂਦਾ ਨਹੀਂ, ਅੱਗੇ ਨੂੰ ਲੱਗੀ ਰਹਿੰਦੀ ਮਨ ਨੂੰ ਵੀ ਵਿਸ਼ੇ ਮੈਂ ਭੋਗੀ ਜਾਵਾਂ। ਪਸ ਪੰਛੀ ਹੀਰਹਿ ਤਰ ਛਾਇਆ। ਪਸ਼ੂ ਪੰਛੀ ਰੁੱਖਾਂ ਦੀ ਛਾਇਆ ਨੂੰ ਵੇਖ ਕੇ ਬੈਸਹਿ ਤਪਤ ਹੈ ਤੇ ਸੁਖ ਪਾਇਆ। ਰੁੱਖਾਂ ਦੀ ਛਾਂ ਨੂੰ ਵੇਖ ਕੇ ਉੱਥੇ ਜਾ ਕੇ ਬੈਠਦੇ ਐ, ਤਪਸ਼ ਤੋਂ ਸੁੱਖ ਪਾਉਂਦੇ, ਉਹ ਗਰਮੀ ਨੂੰ ਮਿਟਾ ਲੈਂਦੇ ਹੈ। ਬਹੁਤ ਜਗਤ ਦੁਖ ਤੇ ਜਗਿਆਸੀ। ਜਿਗਿਆਸੂ ਪੁਰਸ਼ ਮੁਕਤੀ ਦੀ ਇੱਛਾ ਵਾਲਾ ਜਿਵੇਂ ਦੁਨੀਆ ਦੇ ਜਗਤ ਦੇ ਬਹੁਤ ਦੁੱਖਾਂ ਤੋਂ ਦੁਖੀ ਹੋ ਜਾਂਦਾ ਹੈ। ਜਿਉ ਮਿਲ ਸਤ ਸੰਗਤ ਸੁਖ ਰਾਸੀ। ਜਗਤ ਦੇ ਦੁੱਖ ਤੇ ਜਿਗਿਆਸੂ ਜਿਵੇਂ ਬੜਾ ਦੁਖੀ ਹੁੰਦਾ ਤੇ ਉਹਨੂੰ ਜੇ ਸਤ ਸੰਗਤ ਵਾਹਿਗੁਰੂ ਦੀ ਗੁਰੂ ਕੀ ਸੰਗਤ ਮਿਲ ਜਾਵੇ, ਸ਼ਾਂਤ ਹੋ ਜਾਂਦਾ, ਸੁੱਖਾਂ ਦੀ ਰਾਸ ਪੂੰਜੀ ਬਣ ਜਾਂਦਾ ਜਿਗਿਆਸੂ। ਭਾਵ ਹੈ ਬਹੁ ਸੀਤਲਤਾ ਪਾਣੀ। ਠੰਡਾ ਜਿਹੜਾ ਪਾਣੀ ਹੈ ਉਹ ਵੀ ਬੜਾ ਪੀਣਾ ਚੰਗਾ ਲੱਗ ਰਿਹਾ ਹੈ। ਭਾਗ ਜਗੇ ਜਿਉ ਗੁਰ ਕੀ ਬਾਣੀ। ਜਿਵੇਂ ਕਿਸੇ ਗਿਆਨੀ ਪੁਰਸ਼ ਦੇ ਗੁਰੂ ਨਾਲ ਪ੍ਰੇਮ ਕਰਨ ਵਾਲੇ ਦੇ ਭਾਗ ਜਾਣ ਤੇ ਉਹਨੂੰ ਗੁਰਬਾਣੀ ਪੜ੍ਹਨੀ ਬੜੀ ਚੰਗੀ ਲੱਗਦੀ ਹੈ। ਅਸ ਗਰੀਖਮ ਮਹਿ ਸ਼੍ਰੀ ਜਗ ਸਾਈ। ਐਸੀ ਜਿਹੜੀ ਗਰੀਖਮ ਦੀ ਰੁੱਤ ਹੈ ਜੇਠ ਹਾੜ ਦੇ ਮਹੀਨੇ ਹੈ, ਉਹਦੇ ਵਿੱਚ ਜਗਤ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਵਿਚਰਤ ਲੀਲਾ ਕਰਤ ਸਹਾਈ। ਸੁੰਦਰ ਜਿਹੜੀ ਲੀਲਾ ਸੋਭਨੀਕ ਕਰਦੇ
ਫਿਰਦੇ ਹੈ ਜੰਗਲ ਵਿੱਚ। ਜਹ ਤਰਵਰ ਛਾਇਆ ਰਮਣੀ ਕੀ, ਜਿੱਥੇ ਰੁੱਖ ਦੀ ਛਾਇਆ ਸੁੰਦਰ, ਤਹ ਚਾਰਤ ਸੁਰਬੀ ਬਿਦਨੀ ਕੀ। ਚੰਗੀ ਤਰ੍ਹਾਂ ਗਾਵਾਂ ਮੱਝਾਂ ਨੂੰ ਗੁਰੂ ਜੀ ਉੱਥੇ ਚਾਰਦੇ ਜਿੱਥੇ ਰੁੱਖਾਂ ਦੀ ਛਾਂ ਬੜੀ ਸੁੰਦਰ ਤੇ ਠੰਡੀ ਹੈ। ਜਹ ਸੁੰਦਰ ਜਲ ਸੀਤਲ ਸਾਲੀ, ਜਿੱਥੇ ਸੁੰਦਰ ਜਾਲ ਹੈ ਠੰਡ ਦਾ ਤੇ ਘਾਰੀ ਹੈ। ਤਹ ਖੇਲ ਹੈ ਬਾਲਕ ਮਿਲ ਨਾਲੀ, ਉੱਥੇ ਬੱਚਿਆਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਖੇਡਦੇ ਆ ਠੰਡੇ ਠੰਡੇ ਸਥਾਨ ਖੇਤਾਂ ਵਿੱਚ। ਸਭ ਬਾਸਰ ਬਨ ਬੀਚ ਬਿਹਾਰਾ, ਸਾਰਾ ਦਿਨ ਜੰਗਲ ਵਿੱਚ ਗੁਰੂ ਜੀ ਫਿਰਦੇ ਐ, ਵਿਚਾਰ ਗੁਜ਼ਾਰ ਦਿੰਦੇ ਐ। ਆਵਹਿ ਰਜਨੀ ਸਦਨ ਗੁਜ਼ਾਰਾ, ਰਾਤ ਨੂੰ ਘਰ ਗੁਜ਼ਾਰਨ ਵਿੱਚ ਆਉਂਦੇ ਆ। ਜਦੋਂ ਰਾਤ ਪੈਂਦੀ ਉਦੋਂ ਗੁਰੂ ਜੀ ਆਉਂਦੇ ਆ ਘਰ। ਗੋਖੁਰ ਧੂਰ ਬਦਨ ਪਰ ਲਾਗਾ, ਗਾਵਾਂ ਗੋਖੁਰ, ਗਾਵਾਂ ਦੇ ਜਿਹੜੇ ਪੈਰ ਹੈ ਉਹਨਾਂ ਦੇ ਜਿਹੜੀ ਧੂੜ ਹੈ ਉਹ ਗੁਰੂ ਜੀ ਦੇ ਮੁੱਖ ਉੱਪਰ ਲੱਗੀ ਹੋਈ ਹੈ। ਜਨ ਪੰਕਜ ਪਰ ਸ਼ੋਭਤ ਪ੍ਰਾਗਾ, ਮਾਨੋ ਜਿਵੇਂ ਕਵਲ ਉੱਪਰ ਉਹ ਜਿਹੜੀ ਪਰਾਗ ਧੂੜੀ ਸੋਭ ਰਹੀ ਹੈ, ਪੀਲੇ ਜਿਹੇ ਰੰਗ ਦੀ ਹੁੰਦੀ ਹੈ, ਸੁਗੰਧੀ ਵਾਲੀ। ਇਸੇ ਤਰ੍ਹਾਂ ਗੁਰੂ ਜੀ ਦਾ ਜਿਹੜਾ ਮੁੱਖ ਕਵਲ ਦੀ ਨਿਆਈ ਹੈ, ਉਹ ਜਿਹੜੀ ਗਾਵਾਂ ਦੇ ਪੈਰਾਂ ਨਾਲ ਧੂੜ ਜੀ ਉੱਡ ਕੇ ਪਈ ਹੋਈ ਹੈ, ਉਹ ਪਰਾਗ ਸੋਭ ਰਹੀ ਹੈ। ਅੰਕ ਬਸਾਏ ਮਾਤ ਬਲ ਜਾਈ, ਆਪਣੀ ਗੋਦੀ ਵਿੱਚ ਆਇਆ ਸਤਿਗੁਰਾਂ ਜੀ ਨੂੰ ਵੀ ਆ ਘਰ ਆ ਗਏ ਹੈ, ਗੋਦੀ ਵਿੱਚ ਬਿਠਾ ਕੇ ਮਾਤਾ ਜੀ ਦੇ ਬਲਹਾਰ ਕੁਰਬਾਨ ਜਾਂਦੇ ਸਦਕੇ ਜਾਂਦੇ ਹੈ। ਬਦਨ ਪਹੁੰਚ ਦੇਖ ਹੈ ਹਿਤ ਲਾਈ, ਗੁਰੂ ਜੀ ਦਾ ਮੁਖ ਨੂੰ ਪੂੰਝ ਕਰਕੇ ਕੱਪੜੇ ਸੁੰਦਰ ਨਾਲ ਬੜਾ ਪ੍ਰੇਮ ਪਿਆਰ ਲਾ ਕੇ ਧੱਕਦੇ ਐ। ਕਰਤ ਦੁਲਾਰ ਸੰਗ ਪ੍ਰਿਯ ਬਾਣੀ, ਬੜੀ ਪ੍ਰੇਮ ਵਾਲੀ ਬਾਣੀ ਨਾਲ ਲਾਡ ਪਿਆਰ ਕਰਦੇ ਐ। ਤਾਤ ਨਾ ਕੀਜੈ ਅਬ ਬਨ ਜਾਣੀ, ਪੁੱਤਰ ਜੀ ਆ ਕੱਲ ਤੋਂ ਹੁਣ ਤੋਂ ਤੁਸਾਂ ਨੇ ਜੰਗਲ ਵਿੱਚ ਨਹੀਂ ਬਿਲਕੁਲ ਵੀ ਜਾਣਾ ਹੈ। ਆਤਪ ਲੱਗੀ ਅੰਕ ਕੇ ਸੰਗਾ, ਵੇਖੋ ਤੁਹਾਡੇ ਅੰਗਾਂ ਦੇ ਨਾਲ ਕਿਵੇਂ ਧੁੱਪ ਲੱਗੀ, ਕਿਵੇਂ ਤੁਹਾਡੇ ਅੰਗਾਂ ਨੂੰ ਧੁੱਪ ਲੱਗੀ ਹੋਈ ਹੈ। ਸ਼ੁਭ ਰੰਗ ਹੈ ਤੇ ਭਇਓ ਕੋ ਰੰਗਾ, ਜਦੋਂ ਤੁਸੀਂ ਆ ਬਾਹਰ ਨਹੀਂ ਸੀ ਵਿਚਰਦੇ ਜੰਗਲ ਵਿੱਚ, ਪਸ਼ੂ ਨਹੀਂ ਸੀ ਚਾਰਨ ਜਾਂਦੇ, ਕਿੱਡਾ ਸੋਹਣਾ ਤੁਹਾਡਾ ਰੰਗ ਸੀ। ਉਹ ਚੰਗੇ ਰੰਗ ਤੋਂ ਹੁਣ ਕਿਵੇਂ ਸਾਂਵਲਾ ਜਿਹਾ ਰੰਗ ਹੋ ਗਿਆ, ਕਾਲਾ ਜਿਹਾ। ਬਨ ਵਿਚਰਤ ਭੇ ਦੁਰਬਲ ਅੰਗਾ, ਪੁੱਤਰ ਜੀ ਜੰਗਲ ਵਿੱਚ ਫਿਰਦਿਆਂ ਵਿਚਰਦਿਆਂ ਤੁਹਾਡੇ ਦੇ ਅੰਗ ਹੀ ਜਿਹੜੇ ਕਮਜ਼ੋਰ ਦੁਰਬਲ ਹੋ ਗਏ ਐ। ਪੁਰ ਮਹਿ ਖੇਲੋ ਸੰਗ ਉਮੰਗਾ, ਹੁਣ ਮੈਂ ਕਹਿੰਦੀ ਹਾਂ ਕਿ ਆ ਬੜੇ ਉਤਸ਼ਾਹ ਪ੍ਰੇਮ ਨਾਲ ਆਨੰਦ ਨਾਲ ਰਾਏ ਭੋਜ ਦੀ ਤਲਵੰਡੀ ਪੂਰੀ ਵਿੱਚ ਖੇਡਿਆ ਕਰੋ, ਬਾਹਰ ਨਹੀਂ ਹੁਣ ਜਾਣਾ ਜੰਗਲ ਵਿੱਚ। ਸਭ ਦਿਨ ਬਨ ਮਹਿ ਕਰਹੁ ਗੁਜ਼ਾਰਨਾ, ਤੁਸੀਂ ਤੇ ਸਾਰਾ ਦਿਨ ਜੰਗਲ ਵਿੱਚ ਪੁੱਤਰ ਜੀ ਗੁਜ਼ਾਰ ਦਿੰਦੇ ਹੋ। ਤਰ ਸਤ ਲੋਚਨ ਦਰਸ਼ਨ ਕਰਨਾ, ਤਰਸਤ ਪਾੜ ਇਕੱਠਾ ਹੈ ਤੇ ਮੈਂ ਮਾਂ ਦਾ ਜਿਹੜਾ ਹੈ ਚਿੱਤ ਕਰਦਾ ਕਿ ਤੁਹਾਡਾ ਦਰਸ਼ਨ ਕਰਾਂ। ਦਰਸ਼ਨ ਕਰਨ ਵਾਸਤੇ ਮੈਂ ਤੇ ਪੁੱਤਰ ਜੀ ਆ ਰਾਹ ਤੁਹਾਡਾ ਤੱਕਦੀ ਰਹਿੰਦੀ ਵੀ ਕਦੋਂ ਆਵਾਂ। ਮੇਰੇ ਤੇ ਨੇਤਰ ਹੀ ਤਰਸਦੇ ਰਹਿੰਦੇ ਤੁਹਾਡੇ ਦਰਸ਼ਨਾਂ ਵਾਸਤੇ। ਜਾਵਹਿ ਦਾਸ ਜੇ ਸੁਰਬੀ ਚਾਰਨਾ, ਆਪੇ ਜਿਹੜੇ ਘਰ ਦੇ ਦਾਸ ਹੈ ਗਾਵਾਂ ਮੱਝਾਂ ਨੂੰ ਹੁਣ ਉਹ ਚਾਰਨ ਜਾਇਆ ਕਰਨਗੇ। ਤੁਮ ਕਰ ਰਹੀਏ ਬਿਰਹਿ ਬਿਦਾਰਨਾ, ਤੁਸੀਂ ਪੁੱਤਰ ਜੀ ਮਾਂ ਦਾ ਆ ਛੋੜੇ ਜਿਹਨੂੰ ਨਾਸ ਕਰਨ ਵਿਦਾਰਨ ਵਾਸਤੇ ਹੁਣ ਘਰ ਵਿੱਚ ਹੀ ਰਿਹਾ ਕਰੋ। ਕਰ ਦੁਲਾਰ ਬਹੁ ਸੁਤ ਬੈਸਾਇਓ, ਇਵੇਂ ਪੁੱਤਰ ਨੂੰ ਗੋਦੀ ਵਿੱਚ ਬਿਠਾ ਕਰਕੇ ਬੜਾ ਲਾਡ ਪਿਆਰ ਕੀਤਾ ਮਾਤਾ ਜੀ ਨੇ। ਚੱਲ ਤਤਕਾਲ ਹੈ ਕਾਲੂ ਆਏ, ਇੰਨੇ ਨੂੰ ਚੱਲ ਕਰਕੇ ਬਾਬਾ ਕਲਿਆਣ ਚੰਦ ਵੀ ਬੜੀ ਛੇਤੀ ਆ ਗਏ ਐ। ਪਤ ਸੋ ਕਹਿਤ ਏਕ ਹਮ ਤਾਤਾ, ਆਉਂਦਿਆਂ ਸਾਰੀ ਕਿਆ ਹੈ ਹੇ ਪਤੀ ਦੇਵ, ਪਤੀ ਜੀ ਨੂੰ ਕਿਆ ਹੈ ਪਤੀ ਦੇਵ,
ਆ ਸਾਡੇ ਘਰ ਪਰਮੇਸ਼ਰ ਨੇ ਇੱਕੋ ਇੱਕਾ ਪੁੱਤਰ ਬਖਸ਼ਿਆ ਗੁਰੂ ਨਾਨਕ ਸਾਹਿਬ। ਕੁਮਲਾਵਤ ਕਮਲ ਲਾਲਨ ਸੋ ਕੀਨਾ ਸਰਬੀ ਕੋ ਤਰਾਤਾ। ਉਹ ਵੀ ਅਸਾਂ ਨੇ ਗਾਵਾਂ ਮੱਝਾਂ ਦੇ ਪਿੱਛੇ ਲਾ ਕੇ ਬਾਗੀ ਜਾ ਬਣਾ ਕੇ ਰਖਵਾਲਾ ਉਸ ਨੂੰ ਕਰ ਦਿੱਤਾ ਹੈ। ਸਭ ਬਾਸਰ ਬਨ ਬੀਚ ਬਿਹਾਰੂ। ਸਾਰਾ ਦਿਨ ਵੇਖੋ ਤੁਸੀਂ ਕਿਵੇਂ ਜੰਗਲ ਵਿੱਚ ਹੀ ਗੁਜ਼ਾਰ ਹੁੰਦੇ, ਉੱਥੇ ਫਿਰਦੇ ਰਹਿੰਦੇ ਐ। ਕੁਮਲਾਵਤ ਕਮਲਾਲਨ ਚਾਰੂ। ਸੁੰਦਰ ਜਿਨ੍ਹਾਂ ਦਾ ਕਵਲ ਵਰਗਾ ਮੁਖ ਸੀ ਆ ਕਿਵੇਂ ਕੁਮਲਾ ਗਿਆ, ਕਮਜ਼ੋਰ ਹੋ ਗਿਆ ਹੈ। ਅਬ ਨਾ ਭੇਜੀਏ ਸੁਰਬੀ ਸੰਗਾ। ਮੈਂ ਤੇ ਤੁਹਾਨੂੰ ਹੁਣ ਇਹ ਕਹਿੰਦੀ ਆ ਕਿ ਕੱਲ ਤੋਂ ਹੁਣ ਤੋਂ ਨਾ ਇਹਨਾਂ ਨੂੰ ਗਾਵਾਂ ਮੱਝਾਂ ਨਾਲ ਭੇਜੀਏ। ਹੋਏਗੇ ਦੁਰਬਲ ਮ੍ਰਿਦੁਲ ਸੁਅੰਗਾ। ਅਸ਼ਰੇਸ਼ਟ ਇਹਨਾਂ ਦੇ ਜਿਹੜੇ ਕੋਮਲ ਅੰਗ ਸੀ, ਨਰਮ, ਕਿਵੇਂ ਆ ਕਮਜ਼ੋਰ ਦੁਰਬਲ ਜੇ ਹੋ ਗਏ ਐ। ਜਬ ਦੰਪਤ ਸਮਝੇ ਅਸਰੀਤੀ। ਜਦੋਂ ਦੋਵੇਂ ਪਤੀ ਪਤਨੀ ਬਾਬਾ ਕਲਿਆਣ ਚੰਦ ਤੇ ਮਾਤਾ ਤ੍ਰਿਪਤਾ ਦੇਵੀ ਜੀ ਐਸੀ ਰੀਤੀ ਸਮਝੇ ਹੈ ਕਿ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਇੱਕੋ ਇੱਕ ਸਾਡੇ ਪੁੱਤਰ ਹੈ, ਇਹਨਾਂ ਨੂੰ ਅਸੀਂ ਪਸ਼ੂਆਂ ਮਗਰ ਲਾ ਕੇ ਭੇਜ ਦਿੰਦੇ ਰਖਵਾਲੇ ਜੇ ਬਣਾ ਕੇ। ਕਿਵੇਂ ਅੰਗ ਇਹਨਾਂ ਦੇ ਕਮਜ਼ੋਰ ਹੋ ਗਏ ਹੈ, ਜਿਹੜਾ ਰੰਗ ਹੈ ਉਹ ਵੀ ਸਾਂਵਲਾ ਜਿਹਾ ਹੋ ਗਿਆ ਹੈ। ਸਾਨੂੰ ਇਵੇਂ ਨਹੀਂ ਚਾਹੀਦਾ, ਇੱਕੋ ਇੱਕ ਦੇ ਪੁੱਤਰ ਹੈ। ਜਦੋਂ ਦੋਵੇਂ ਪਤੀ ਪਤਨੀ ਸਮਝੇ ਐ। ਬਦੀ ਪੁੱਤਰ ਸੋ ਪਾਵਨ ਪ੍ਰੀਤੀ। ਗੁਰੂ ਨਾਨਕ ਸਾਹਿਬ ਜੀ ਨਾਲ ਬੜੀ ਪਵਿੱਤਰੀ ਪ੍ਰੀਤੀ ਵਧੀ ਐ। ਬਹਰ ਨ ਬਨ ਮਹਿ ਪਠਵਨ ਕੀਨਾ। ਉਹ ਦਿਨ ਜਾਵੇ ਫਿਰ ਮਾਤਾ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੰਗਲ ਵਿੱਚ ਨਹੀਂ ਭੇਜਣਾ ਕੀਤਾ। ਘਰ ਰਖ ਮਾਤ ਪਿਤਾ ਸੁਖ ਲੀਨਾ। ਘਰ ਵਿੱਚ ਹੀ ਰੱਖਦੇ ਐ, ਦਰਸ਼ਨ ਕਰ ਕਰਕੇ ਮਾਤਾ ਪਿਤਾ ਸੁਖ ਲੈਂਦੇ ਐ। ਦੋਹਰਾ ਸੁਖ ਸਾਗਰ ਨਾਗਰ ਗੁਰੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਐ, ਤਥਾ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਜੀ ਸੁੱਖਾਂ ਦੇ ਤੇ ਸਮੁੰਦਰ ਹੀ ਹੈ, ਚਤਰ ਸਿਆਣੇ ਗੁਰੂ ਨਾਨਕ ਸਾਹਿਬ ਜੀ। ਜਗਤ ਉਜਾਗਰ ਰੂਪ। ਜਗਤ ਦੇ ਵਿੱਚ ਪ੍ਰਗਟ ਰੂਪ ਹੀ ਪਰਮੇਸ਼ਰ ਹੀ ਹਨ। ਕਰਨੇ ਭਗਤ ਪ੍ਰਕਾਸ਼ ਕੋ। ਸਤਿਗੁਰੂ ਜੀ ਦਾ ਜੋ ਆਪਣਾ ਮਨੋਰਥ ਹੈ, ਉਸ ਵਾਹਿਗੁਰੂ ਦੀ ਭਗਤੀ ਨੂੰ ਪ੍ਰਕਾਸ਼ ਪ੍ਰਗਟ ਕਰਨਾ, ਉਸ ਭਗਤੀ ਪ੍ਰੇਮਾ ਭਗਤੀ ਨੂੰ ਪ੍ਰਕਾਸ਼ ਪ੍ਰਗਟ ਕਰਨ ਵਾਸਤੇ। ਬ੍ਰਿਦਤ ਦੇਹ ਅਨੂਪ। ਉਪਮਾ ਤੋਂ ਰਹਿਤ ਜਿਹੜੀ ਸੁੰਦਰ ਅਨੂਪਮ ਦੇਹ ਹੈ, ਦਿਨ ਵੇ ਦਿਨ ਗੁਰੂ ਜੀ ਵਧਾ ਰਹੇ ਹੈ ਸੰਸਾਰ ਦੀ ਕਲਿਆਣ ਵਾਸਤੇ। ਜਿਵੇਂ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਹੈ, ਜਿਸ ਵਿੱਚ ਸ਼ੇਸ਼ ਨਾਗ ਨੇ ਆਪਣੀ ਸੇਵਾ ਨੂੰ ਸਮਝਦੇ ਹੋਏ ਗੁਰੂ ਨਾਨਕ ਸਾਹਿਬ ਜੀ ਨੂੰ ਛਾਂ ਕੀਤੀ। ਮਹਾਰਾਜ ਜੀ ਨੇ ਉਹ ਕੌਤਕ ਕੀਤਾ, ਗੁਰੂ ਜੀ ਦੀ ਪਹਾਣੀ ਸ਼ਕਤੀ ਹੈ। ਰਾਏ ਬੁਲਾਰ ਵੇਖ ਕੇ ਐਸਾ ਸ਼ਰਧਾ ਵਾਲਾ ਹੋਇਆ, ਫਿਰ ਉਸਨੇ ਕਦੀ ਆਪਣਾ ਮਨ ਨਹੀਂ ਸੀ ਡਲਾਇਆ। ਇਹ ਪਹਿਲਾ ਸੀ ਕੌਤਕ ਜੋ ਰਾਏ ਬੁਲਾਰ ਨੇ ਦੇਖਿਆ। ਅੱਗੇ ਜਿਵੇਂ ਗੁਰੂ ਸਾਹਿਬ ਜੀ ਨੇ ਸਰੀਰ ਉੱਪਰ ਉਹ ਰੁੱਖ ਨੇ ਛਾਂ ਕਰਨੀ ਹੈ, ਸਾਰੇ ਰੁੱਖਾਂ ਦੀ ਜਿਹੜੀ ਛਾਂ ਹੈ ਉਹ ਤੇ ਢਲ ਜਾਣੀ ਸਮੇਂ ਨਾਲ, ਪਰ ਉਹ ਰੁੱਖ ਦੀ ਛਾਂ ਉੱਥੇ ਟਿਕੀ ਰਹਿਣੀ ਹੈ। ਰਾਏ ਬੁਲਾਰ ਨੇ ਉਹ ਵੀ ਜਦੋਂ ਦੇਖਣਾ ਬੜੀ ਸ਼ਰਧਾ ਵਧਣੀ ਹੈ। ਉਹ ਪ੍ਰਸੰਗ ਆਪਾਂ ਆਉਣ ਵਾਲੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਆਪਣਾ ਤਕਰੀਬਨ ਕਾਫੀ ਉੱਪਰ ਹੋ ਗਿਆ ਹੈ, ਸਮੇਂ ਦੇ ਵਿੱਚ ਸੀਮਤ ਨਾ ਰਹਿੰਦੇ ਆਪ ਜੀ ਤੋਂ ਮਾਫੀ ਮੰਗਦੇ ਹਾਂ। ਹੁਣ ਇੱਥੇ ਆਪਾਂ ਜਿਹੜੀ ਸਮਾਪਤੀ ਕਰੀਏ ਪੜ੍ਹ ਦਿਓ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਰਾਏ ਬੁਲਾਰ ਸ਼ਰਧਾ ਦਾਨ ਪ੍ਰਸੰਗ ਵਰਣਨੰ ਨਾਮ ਇਕਾਦਸ਼ਮੋ ਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਭਾਗ ਦਾ ਪਹਿਲਾ ਅੱਧਾ ਹਿੱਸਾ, ਜਿਸ ਵਿੱਚ ਰਾਏ ਬੁਲਾਰ ਨੂੰ ਸ਼ਰਧਾ ਗੁਰੂ ਜੀ ਨੇ ਦੇਣ ਵਾਸਤੇ ਕੌਤਕ ਕੀਤਾ, ਸੱਪ ਨੇ ਛਾਂ ਕੀਤੀ, ਮਹਾਰਾਜ ਨੇ ਮਹਾਨ ਕਲਾ ਵਿਖਾਈ, ਉਹ ਪ੍ਰਸੰਗ ਜਿਹੜਾ ਕਥਨ ਕੀਤਾ। ਭਾਈ ਸਾਹਿਬ ਜੀ ਕਹਿੰਦੇ ਅਸਾਂ ਨੇ ਇੱਥੇ ਜਿਹੜਾ 11ਵਾਂ ਅਧਿਆਏ ਹੈ
ਇਤੀ ਕਹੀਏ ਉਸ ਦੀ ਸਮਾਪਤੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਗੁਰੂ ਕੀ ਸੰਗਤ ਗੁਰੂ ਪਰਮੇਸ਼ਰ ਬਖਸ਼ਣਹਾਰ ਹਨ, ਬਖਸ਼ ਲੈਣਾ ਜੀ। ਸੁਖ ਸਾਗਰ ਨਾਗਰ ਗੁਰੂ, ਜਗਤ ਉਜਾਗਰ ਰੂਪ, ਕਰਨੇ ਭਗਤ ਪ੍ਰਕਾਸ਼ ਕੋ, ਬ੍ਰਿਦਤ ਦੇਹ ਅਨੂਪ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ, ਰਾਏ ਬੁਲਾਰ ਸ਼ਰਦਾ ਦੈਨ ਪ੍ਰਸੰਗ, ਵਰਨਨੰ ਨਾਮ ਇਕਾਦਸ਼ਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।